ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਏਕ ਨੂਰ ਰੇਡੀਓ ਦੇ ਪਰਿਵਾਰ ਵਿੱਚ ਦਾਸ ਮਲਕੀਤ ਸਿੰਘ ਆਪ ਸਾਰੇ ਵੀਰਾਂ ਭੈਣਾਂ ਦਾ ਤਹਿ ਦਿਲ ਤੋਂ ਸਵਾਗਤ ਕਰਦਾ ਹੈ ਜੀ। ਵਾਹਿਗੁਰੂ ਸੱਚੇ ਪਾਤਸ਼ਾਹ ਜੀ ਆਪ ਸਾਰੇ ਗੁਰਸਿੱਖਾਂ ਨੂੰ ਚੜ੍ਹਦੀ ਕਲਾ ਬਖਸ਼ਣ, ਆਪਣੇ ਘਰੋਂ ਸਿੱਖੀ ਨਾਮਦਾਨ ਬਖਸ਼ ਕੇ ਨਿਹਾਲ ਕਰਨ, ਖਾਲਸਾ ਪੰਥ ਨੂੰ ਇੱਕ ਨਿਸ਼ਾਨ ਸਾਹਿਬ ਦੇ ਥੱਲੇ ਇਕੱਠੇ ਹੋਣ ਦਾ ਬਲ ਬਖਸ਼ਣ ਜੀ। ਮਾफ़ी ਚਾਹੁੰਦਾ ਜੀ, ਥੋੜ੍ਹਾ ਜਿਹਾ ਆਪਾਂ ਕੁਝ ਕੁ ਮਿੰਟ ਲੇਟ ਹੋ ਗਏ ਹਾਂ। ਅਸਲ ਦੇ ਵਿੱਚ ਥੋੜ੍ਹੀ ਇੰਟਰਨੈਟ ਦੀ ਪ੍ਰੋਬਲਮ ਸੀ। ਚਲੋ ਵਾਹਿਗੁਰੂ ਦੀ ਕਿਰਪਾ ਦੇ ਨਾਲ ਆਪਾਂ ਅੱਜ ਦਾ ਪ੍ਰੋਗਰਾਮ ਸ਼ੁਰੂ ਕਰਦੇ ਹਾਂ ਜੀ। ਅਸਲ ਦੇ ਵਿੱਚ ਅੱਜ ਮੈਂ ਥੋੜ੍ਹਾ ਜਿਹਾ ਦੁਚਿੱਤੀ ਦੇ ਵਿੱਚ ਸਾਂ ਕਿ ਅੱਜ ਪ੍ਰੋਗਰਾਮ ਕਰੀਏ ਜਾਂ ਨਾ ਕਰੀਏ, ਕਿਉਂਕਿ ਅੱਜ ਜੋ ਦੁਖਾਂਤ ਦੀ ਖਬਰ ਆਪਾਂ ਨੂੰ ਅਫਗਾਨਿਸਤਾਨ ਤੋਂ ਆ ਰਹੀ ਆ। ਸੋ ਇਹ ਧਰਤੀ ਜਿਹੜੀ ਹੈ ਸ਼ੁਰੂ ਤੋਂ ਹੀ ਸਿੱਖਾਂ ਦੇ ਖੂਨ ਦੀ ਪਿਆਸੀ ਹੈ। ਪਤਾ ਨਹੀਂ ਹੋਰ ਹਜੇ ਕਿੰਨਾ ਕੁ ਖੂਨ ਪੀਣਾ ਇਸ ਧਰਤੀ ਦਾ ਬਾਕੀ ਹੈ, ਗੁਰੂ ਪਾਤਸ਼ਾਹ ਜੀ ਜਾਣਦੇ ਨੇ। ਸੋ ਅੱਜ ਸਾਡਾ ਇਹੋ ਜਿਹਾ ਰਾਹ, ਵਿਖੜੇ ਰਾਹ ਨੇ ਜਿੱਥੇ ਅਸੀਂ ਇਕੱਲੇ ਇਕੱਲੇ ਹੋ ਕੇ ਅਤੇ ਸਾਡੇ ਉੱਤੇ ਜਿਹੜੇ ਦੁਖਾਂਤ ਸਾਨੂੰ ਝੱਲਣੇ ਪੈ ਰਹੇ ਨੇ। ਸ਼ਾਇਦ ਗੁਰੂ ਪਾਤਸ਼ਾਹ ਦੀ ਕਿਰਪਾ ਨਾਲ ਇਹ ਦੁਨੀਆ ਦੀ ਪਹਿਲੀ ਐਸੀ ਕੌਮ ਹੈ ਜੋ ਇੰਨੇ ਵੱਡੇ ਕਤਲੇਆਮਾਂ ਦੇ ਵਿੱਚੋਂ ਨਿਕਲ ਕੇ ਅੱਜ ਫਿਰ ਤੋਂ ਸਰਮੋਰ ਹੋ ਕੇ ਪੰਥ ਵਿੱਚ ਜਿਹੜੀਆਂ ਹੈ ਦੁਨੀਆ ਦੇ ਵਿੱਚ ਸਰਮੋਰ ਕੌਮਾਂ ਦੇ ਵਿੱਚ ਵਿਚਰ ਰਹੀ ਆ। ਅਤੇ ਪਰ ਫਿਰ ਵੀ ਇਹਦੇ ਵਿੱਚ ਜਿਹੜੇ ਆਪਾਂ ਛੋਟੀਆਂ ਛੋਟੀਆਂ ਵਿਵਾਦਾਂ 'ਚ ਪੈ ਕੇ ਵੰਡੇ ਹੋਏ ਹਾਂ। ਇਸ ਲਈ ਸਾਡਾ ਜਿਹੜਾ ਹੈ ਉਹ ਕਦੀ ਕਿਤੇ ਸ਼ਿਕਾਰ ਕੀਤਾ ਜਾਂਦਾ, ਕਦੀ ਕਿਤੇ ਸ਼ਿਕਾਰ ਕੀਤਾ ਜਾਂਦਾ। ਅੱਜ ਸ਼ਿਕਾਰੀ ਖੁਦ ਸ਼ਿਕਾਰ ਹੋ ਰਹੇ ਨੇ। ਸੋ ਪਹਿਲਾਂ ਤਾਂ ਆਪਾਂ ਵਾਹਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਦੇ ਹਾਂ ਕਿ ਜੋ ਅਫਗਾਨਿਸਤਾਨ ਦੇ ਵਿੱਚ ਜੋ ਸਿੱਖਾਂ ਨੂੰ ਅੱਜ ਸ਼ਹੀਦ ਕੀਤਾ ਗਿਆ ਹੈ, ਉਹਨਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਉਹਨਾਂ ਚਰਨਾਂ ਵਿੱਚ ਨਿਵਾਸ ਬਖਸ਼ਣ। ਵੈਸੇ ਤਾਂ ਸ਼ਹੀਦ ਲਫ਼ਜ਼ ਹੀ ਜਿਹੜਾ ਬੜਾ ਵੱਡਾ ਹੈ, ਕਿਉਂਕਿ ਜੋ ਸ਼ਹੀਦ ਹੈ ਉਹ ਸੱਚ ਦਾ ਗਵਾਹ ਬਣਦਾ ਹੈ ਰੱਬ ਦੀ ਦਰਗਾਹ ਦੇ ਵਿੱਚ। ਸੋ ਦੀਨ ਦਿਆਲ ਜੀ ਉਹਨਾਂ ਨੂੰ ਉਹਨਾਂ 'ਤੇ ਰਹਿਮਤਾਂ ਕਰਨ ਅਤੇ ਸੱਚੇ ਪਾਤਸ਼ਾਹ ਸਾਡੇ 'ਤੇ ਵੀ ਰਹਿਮਤ ਕਰਨ ਕਿ ਸਾਨੂੰ ਜਿਹੜਾ ਹੈ ਉਹ ਇੱਦਾਂ ਦੇ ਵਿਵਾਦਾਂ ਦੇ ਉੱਤੇ ਬੋਲਣ ਨਾਲੋਂ ਕਿਤੇ ਅਸੀਂ ਰੱਬ ਦੀ ਉਸਤਤ ਦੇ ਵਿੱਚ ਪ੍ਰੋਗਰਾਮ ਕਰੀਏ, ਵਾਹਿਗੁਰੂ ਦੀ ਉਸਤਤ ਦੇ ਵਿੱਚ ਪ੍ਰੋਗਰਾਮ ਕਰੀਏ। ਪਰ ਇਹ ਸਾਡੀ ਮਜਬੂਰੀ ਹੈ ਕਿ ਸਾਨੂੰ ਫਿਰ ਵੀ ਇਹ ਪ੍ਰੋਗਰਾਮ ਕਰਨੇ ਪੈਂਦੇ ਨੇ, ਕਿਉਂਕਿ ਪਹਿਲਾਂ ਆਪਣਾ ਪ੍ਰੋਗਰਾਮ ਤੈਅ ਕੀਤਾ ਹੋਇਆ ਸੀ ਅਤੇ ਅਦਰਵਾਈਜ਼ ਜਿਹੜਾ ਅਸੀਂ ਮਨ ਨਹੀਂ ਸੀ ਕਰਦਾ। ਪਰ ਫਿਰ ਵੀ ਚਲੋ ਜੋ ਆਪਾਂ ਪ੍ਰੋਗਰਾਮ ਉਲੀਕਿਆ ਸੀ ਉਹਦੇ ਉੱਤੇ ਆਪਾਂ ਆਉਂਦੇ ਹਾਂ ਜੀ। ਉਹ ਪ੍ਰੋਗਰਾਮ ਆਪਣਾ ਸੀ ਕਿ ਅੱਜ ਕਰੋਨਾ ਵਾਇਰਸ ਦੀ ਜੋ ਤਰਾਸਦੀ ਹੈ ਪੂਰੀ ਦੁਨੀਆ ਦੇ ਉੱਤੇ, ਕਿਵੇਂ ਉਹਨੇ ਪਹਿਲੇ ਇੱਕ ਦੇਸ਼ ਤੋਂ ਤੁਰੀ, ਫਿਰ ਹੌਲੀ ਹੌਲੀ ਜਿਹੜੀ ਸੀ ਉਹ ਸਾਰੀ ਦੁਨੀਆ ਨੂੰ ਆਪਣੀ ਲਪੇਟ ਦੇ ਵਿੱਚ ਲੈ ਲਿਆ। ਅਤੇ ਅੱਜ ਵੱਡੇ ਵੱਡੇ ਮੁਲਕ ਜਿਹੜੇ ਨੇ ਉਹ ਕਿੱਦਾਂ ਇਸ ਪ੍ਰੋਬਲਮ ਦੇ ਵਿੱਚ ਜਿਹੜੇ ਨੇ ਉਹ ਫਸੇ ਹੋਏ ਨੇ। ਫਿਰ ਆਪਾਂ ਨਾਲ ਦੀ ਨਾਲ ਹੀ ਉਹ ਲੋਕ ਜੋ ਮੈਂ ਮਾਫ਼ੀ ਚਾਹੁੰਦਾ ਹਾਂ, ਕਿਉਂਕਿ ਮੇਰੀ ਟੀਮ ਵੱਲੋਂ ਮੈਨੂੰ ਇਹ ਹੁਕਮ ਸੀ ਕਿ ਇਹਨਾਂ ਨੂੰ ਨਾਸਤਕਾਂ ਕਹਿ ਕੇ ਇਹਨਾਂ ਨੂੰ ਆਪਾਂ ਸੰਬੋਧਨ ਕਰਨਾ ਆ। ਪਰ ਜਿਹੜੇ ਨਾਸਤਕ ਦੇਸ਼ ਨੇ, ਬਹੁਤ ਸਾਰੇ ਨਾਸਤਕ ਐਸੇ ਦੇਸ਼ ਨੇ, ਜਦੋਂ ਉਹਨਾਂ ਦੇ ਦੇਸ਼ਾਂ ਦੇ ਨਾਗਰਿਕਤਾ ਨਾਲ ਗੱਲ ਹੁੰਦੀ ਆ, ਜਿਹੜੇ ਨਾਸਤਕ ਨੇ ਬਿਲਕੁਲ ਉਹਨਾਂ ਨੂੰ ਉਹ ਬੜੀ ਪਿਆਰੀ ਇੱਕ ਗੱਲ ਕਹਿੰਦੇ ਨੇ ਵੀ ਸਾਨੂੰ ਨਹੀਂ ਪਤਾ ਰੱਬ ਹੈ ਜਾਂ ਨਹੀਂ ਹੈ, ਪਰ ਜੇ ਹੈ ਤਾਂ ਉਹ ਸਾਡੀ ਰੱਖਿਆ ਕਰੇ। ਉਹਨਾਂ ਦੇ ਲਫ਼ਜ਼ ਆ ਨੇ, ਕਿਉਂਕਿ ਛੋਟੇ ਛੋਟੇ ਬੱਚੇ ਇਸ ਬਿਮਾਰੀ ਦੇ ਨਾਲ ਮਰ ਰਹੇ ਨੇ ਅਤੇ ਹਰ ਕਿਸੇ ਦਾ ਇੱਕ ਤਰਲਾ ਨਿਕਲਦਾ ਹੈ। ਪਰ ਕੁਝ ਕੁ ਲੋਕ ਜਿਹੜੇ ਮੈਂ ਕਹਾਂਗਾ ਕਿ ਕਿਸੇ ਗੰਦੀ ਨਾਲੀ ਦੇ ਵਿੱਚ ਬੈਠੇ ਨੇ, ਉਹਨਾਂ ਦਾ ਮਹਾਰਾਜ ਸਾਹਿਬ ਨੇ ਕੋਈ ਐਸੀ ਉਹਨਾਂ ਦੇ ਕਰਮ ਲਿਖੇ ਸੀਗੇ ਕਿ ਉਹਨਾਂ ਨੂੰ ਅੱਜ ਗੰਦੀ ਨਾਲੀ ਦੇ ਵਿੱਚ ਉਹਨਾਂ ਦਾ ਰਹਿਣ ਬਸੇਵਾ ਕਰਾ ਦਿੱਤਾ। ਜਿਵੇਂ ਸਤਿਗੁਰ ਸੱਚੇ ਪਾਤਸ਼ਾਹ ਬਾਣੀ ਵਿੱਚ ਵੀ ਸਾਨੂੰ ਸਮਝਾਉਣਾ ਕਰਦੇ ਨੇ ਵੀ ਜਦੋਂ ਬੰਦੇ ਦੇ ਪਾਪ ਬਹੁਤ ਵੱਧ ਜਾਂਦੇ ਨੇ ਵੀ ਭ੍ਰਿਸ਼ਟਾਂ ਵਿੱਚੋਂ ਭ੍ਰਿਸ਼ਟ ਕੀੜਾ ਬਣਨਾ ਪੈਂਦਾ। ਸੋ ਇਹ ਭ੍ਰਿਸ਼ਟਾਂ ਵਿੱਚੋਂ ਭ੍ਰਿਸ਼ਟ ਕੀੜੇ ਬਣ ਕੇ ਬੈਠੇ ਨੇ ਅਤੇ ਪੂਰੀ ਦੁਨੀਆ ਦੇ ਉੱਤੇ ਸਿਰਫ ਚੁੱਕੜ ਹੀ ਸੁੱਟ ਰਹੇ ਨੇ, ਹੋਰ ਕੁਝ ਨਹੀਂ ਕਰ ਰਹੇ। ਇਹ ਸਮਝ ਹੀ ਨਹੀਂ ਪਾ ਰਹੇ, ਇਹਨਾਂ ਦੇ ਦਿਲ ਪਤਾ ਨਹੀਂ ਕਿਸ ਚੀਜ਼ ਦੇ ਬਣੇ ਨੇ ਜਿਹੜੇ ਇਸ ਗੱਲ ਨੂੰ ਸਮਝ ਹੀ ਨਹੀਂ ਪਾ ਰਹੇ ਵੀ ਦੇਖੋ ਕਿੱਡੀ ਵੱਡੀ ਇਹ ਜਿਹੜੀ ਹੈਗੀ ਮਨੁੱਖਤਾ ਦੇ ਉੱਤੇ ਇਹ ਤਰਾਸਦੀ ਹੈ। ਅਤੇ ਜਿੱਥੇ ਆਪਾਂ ਇਹ ਵੀ ਅੱਜ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਕਰੋਨਾ ਵਾਇਰਸ ਨੇ ਕਿਵੇਂ ਜਿਹੜਾ ਸੀ ਦੁਨੀਆ ਨੂੰ ਲਾਗੇ ਲੈ ਆਂਦਾ ਆ, ਕਿਵੇਂ ਅੱਜ ਮਨੁੱਖਤਾ ਜਿਹੜੀ ਹੈ ਉਹ ਬਾਕੀ ਸ੍ਰਿਸ਼ਟੀ ਨੂੰ ਬਚਾਉਣ ਦੇ ਲਈ ਇੱਕ ਦੂਜੇ ਦੇ ਨਾਲ ਜਿਹੜਾ ਹੈ ਉਹ ਦੁਸ਼ਮਣੀਆਂ, ਉਹ ਆਪਣੇ ਵੈਰ ਵਿਰੋਧ ਭੁੱਲ ਕੇ ਇੱਕ ਦੂਜੇ ਦੇ ਨਾਲ ਹੈਲਪ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਇੱਕ ਕੰਟਰੀ ਦੂਸਰੇ ਕੰਟਰੀ ਦੀ। ਫਿਰ ਆਪਾਂ ਡਾਕਟਰਾਂ ਦੇ ਬਾਰੇ ਵੀ ਆਪਾਂ ਸਮਝਣਾ ਸ਼ੁਰੂ ਕਰਾਂਗੇ। ਪਰ ਸਭ ਦੇ ਵਿੱਚ ਕੇਵਲ ਅਤੇ ਕੇਵਲ ਇੱਕ ਧੜਾ ਐਸਾ ਹੈ ਜਿਹੜਾ ਥਾਲੀਆਂ ਖੜਕਾਉਣ ਵਾਲੇ ਲੱਗਾ ਹੋਇਆ, ਤਾਂ ਕਿ ਲੋਕਾਂ ਦਾ ਧਿਆਨ ਜਿਹੜਾ ਹੈ ਇਸ ਬਿਮਾਰੀ ਤੋਂ ਦੀ ਜਿਹੜਾ ਹੈ ਉਹ ਹਟ ਜਾਵੇ ਅਤੇ ਹੋਰ ਜਿਹੜੇ ਮਸਲੇ ਇਹਨਾਂ ਤੋਂ ਹਟ ਜਾਵੇ। ਅਤੇ ਦੂਸਰੇ ਪਾਸੇ ਇੱਕ ਹੋਰ ਟੁਕੜੀ ਐਸੀ ਲੱਗੀ ਹੋਈ ਹੈ ਜਿਹੜੀ ਸਭ ਕੁਝ 'ਤੇ ਚੱਕੜ ਸੁੱਟਣ ਲੱਗੀ ਹੋਈ ਆ।
ਸੋ ਜੇ ਮੈਂ ਕਿਤੇ ਅੱਜ ਆਪਾ ਖੋ ਕੇ ਕੋਈ ਬਚਨ ਕਰ ਜਾਵਾਂ ਤਾਂ ਮੈਂ ਉਸ ਦੇ ਲਈ ਪਹਿਲਾਂ ਹੀ ਸੰਗਤ ਦੇ ਚਰਨਾਂ ਦੇ ਵਿੱਚ ਸਿਰ ਰੱਖ ਕੇ ਮਾਫ਼ੀ ਚਾਹੁੰਦਾ ਹਾਂ, ਕਿਉਂਕਿ ਇਹ ਕੋਸ਼ਿਸ਼ ਮੈਂ ਦੱਸਾਂਗਾ ਜ਼ਰੂਰ ਵੀ ਮੈਂ ਇਹ ਕਿਉਂ ਲਫ਼ਜ਼ ਵਰਤ ਰਿਹਾ। ਕਿਉਂਕਿ ਅੱਜ 2-4 ਗੱਲਾਂ ਜਿਹੜੀਆਂ ਸੀ ਉਹ ਬਹੁਤ ਦੁਖਦਾਈ ਸਾਹਮਣੇ ਆਈਆਂ। ਪਹਿਲੇ ਨੰਬਰ ਦੇ ਉੱਤੇ ਅਫਗਾਨਿਸਤਾਨ ਦੇ ਵਿੱਚ ਸਿੱਖ ਇੰਨੀ ਸੁਪਰੀਮ ਪਾਵਰ ਰੱਖਦੇ ਹੋਣ ਅਤੇ ਸਿੱਖ ਆਪਣੇ ਘਰ ਸਾਡੇ ਜਿਹੜੇ ਬੱਚੇ ਆ ਅਤੇ ਸਾਡੇ ਤੋਂ ਪਹਿਲਾਂ ਜਿਹੜੇ ਸਾਡਾ ਯੂਥ ਹੋਇਆ ਆ ਅਤੇ ਉਹ ਐਡੀਆਂ ਵੱਡੀਆਂ ਸ਼ਹਾਦਤਾਂ ਦੇ ਕੇ ਗਿਆ ਹੋਵੇ, ਇੱਕ ਸੰਘਰਸ਼ ਦੇ ਰਾਹ ਸਾਨੂੰ ਤੋਰ ਕੇ ਗਿਆ ਹੋਵੇ, ਅਤੇ ਅੱਜ 20-25 ਸਾਲਾਂ 'ਚ ਇਹ ਅਖੌਤੀ ਵਿਦਵਾਨ ਸਾਨੂੰ ਉਸ ਸੰਘਰਸ਼ ਦੇ ਵਿਰੋਧੀ ਬਣਾ ਕੇ ਖੜ੍ਹੇ ਕਰ ਦੇਣ। ਅੱਜ ਕਰੋਨਾ ਵਾਇਰਸ ਦੇ ਨਾਲ ਜਿੱਥੇ ਮਾਨਵਤਾ ਨੂੰ ਜਿਹੜੀ ਹੈ ਉਹ ਸਭ ਤੋਂ ਜ਼ਿਆਦਾ ਜਿਹੜੀ ਆ ਉਹ ਅੱਖ ਉਹਨਾਂ ਦੀ ਸਿੱਖਾਂ ਵੱਲ ਹੋਵੇ ਕਿ ਇਹ ਜਿਹੜੇ ਨੇ ਗੁਰੂ ਪਾਤਸ਼ਾਹ ਦੀ ਅਕਾਲ ਪੁਰਖ ਦੀ ਫੌਜ ਨੇ, ਇਹ ਸਿਰਫ ਖੰਡੇ ਲੈ ਕੇ ਰਣ ਵਿੱਚ ਜੂਝਣੇ ਨਹੀਂ ਜਾਣਦੇ, ਇਹ ਸੇਵਾ ਵੀ ਜਾਣਦੇ ਨੇ ਕਰਨੀ। ਉਸ ਸਮੇਂ ਦੇ ਵਿੱਚ ਬਿਨਾਂ ਕਿਸੇ ਗਲਤ ਮੁੱਦੇ ਬਣਾ ਕੇ ਬੋਲਿਆ ਜਾਵੇ, ਇਹ ਬੜਾ ਦੁਖਦਾਈ ਹੈ। ਸੋ ਇਹਨਾਂ ਸਾਰੇ ਆਪਣਾ ਟੌਪਿਕ ਹੋਵੇਗਾ, ਆਪਾਂ 2 ਕਮੈਂਟ ਹੋਰ ਵੀ ਵਿਸ਼ਾ ਕਲੀਅਰ ਕਰ ਲੈਣੇ, ਉਸ ਤੋਂ ਬਾਅਦ ਆਪਾਂ ਫੋਨ ਕਾਲਸ ਲੈਣੀਆਂ ਸ਼ੁਰੂ ਕਰਾਂਗੇ। ਅਤੇ ਪਿਛਲੇ ਪ੍ਰੋਗਰਾਮ ਦੇ ਵਿੱਚ ਜਿਹੜਾ ਸੀ ਉਹ ਆਪਣੇ ਕੋਲ ਨਾ ਸਮਾਂ ਬਹੁਤ ਜ਼ਿਆਦਾ ਲੈ ਹੋ ਗਿਆ ਸੀ, ਅਤੇ ਉਹ ਫਿਰ ਸਾਰਾ ਇੰਨਾ ਸਮਾਂ ਸੰਗਤਾਂ ਲਈ ਸੁਣਨਾ ਵੀ ਔਖਾ ਹੋ ਜਾਂਦਾ ਆ। ਸੋ ਮੇਰੀ ਬੇਨਤੀ ਹੈ ਜਿੰਨੇ ਵੀ ਕਾਲ ਕਰਨੀ ਹੈ, ਜਿੰਨੇ ਸਾਡੇ ਵੀਰ ਭੈਣ ਭਰਾ ਨੇ, ਇੱਕ ਤਾਂ ਜਿਨ੍ਹਾਂ ਦੀ ਕਾਲ ਪਿਛਲੀ ਵਾਰੀ ਲੈ ਹੋ ਗਈ ਆ, ਅਗਰ ਉਹਨਾਂ ਕੋਲ ਕੋਈ ਖਾਸ ਸੁਝਾਅ ਹੈ ਅਤੇ ਉਹ ਸਾਨੂੰ ਜਿਹੜਾ ਹੈ ਉਹ ਅੱਜ ਕਾਲ ਕਰਨ, ਨਹੀਂ ਆ ਅਤੇ ਅੱਜ ਜਿਹੜੇ ਕਾਲਰਸ ਰਹਿ ਗਏ ਸੀ ਆਪਾਂ ਉਹਨਾਂ ਨੂੰ ਅੱਜ ਤਰਜੀਹ ਦਈਏ। ਸੋ ਉਹਨਾਂ ਦੇ ਕੋਲੋਂ ਮੈਂ ਮਾफ़ੀ ਵੀ ਚਾਹੁੰਦਾ ਕਿ ਪਿਛਲੇ ਵਾਰੀ ਕਾਲਸ ਨਹੀਂ ਲੈ ਹੋਈਆਂ, ਅਤੇ ਇਸ ਵਾਰ ਜ਼ਰੂਰ ਤੁਸੀਂ ਆਪਣੇ ਕੀਮਤੀ ਵਿਚਾਰ ਜਿਹੜੇ ਰੱਖਿਓ। ਸੋ ਸਭ ਤੋਂ ਪਹਿਲਾਂ ਇੱਕ ਕਰੋਨਾ ਵਾਇਰਸ ਨਾਂ ਦੀ ਬਿਮਾਰੀ ਆਉਂਦੀ ਆ, ਚੀਨ ਤੋਂ ਸ਼ੁਰੂ ਹੁੰਦੀ ਆ। ਚੀਨ ਤੋਂ ਐਸਾ ਕਤਲੇਆਮ ਸ਼ੁਰੂ ਹੁੰਦਾ ਹੈ। ਕਿਰਪਾ ਕਰਕੇ ਮੈਨੂੰ ਇੱਕ ਮੈਸੇਜ ਆਇਆ ਕਿ ਵਟਸਐਪ ਆਵਾਜ਼ ਸਹੀ ਨਹੀਂ ਆ ਰਹੀ। ਹਾਂਜੀ, ਕਿਰਪਾ ਕਰਕੇ ਜ਼ਰੂਰ ਦੱਸ ਦਿਓ ਅਗਰ ਥੋੜ੍ਹਾ ਹੁਣ ਸੁਧਾਰ ਹੋਇਆ ਤਾਂ ਮੈਂ ਕੋਸ਼ਿਸ਼ ਕਰਦਾ ਹਾਂ ਜੀ, ਜ਼ਰੂਰ ਹੁਣ ਦੱਸਣਾ ਕਰਨਾ ਜੀ। ਸੋ ਚੀਨ ਤੋਂ ਇਹ ਬਿਮਾਰੀ ਸ਼ੁਰੂ ਹੁੰਦੀ ਹੈ, ਚੀਨ ਤੋਂ ਗਾਂਹ ਬਾਕੀ ਦੇਸ਼ਾਂ ਵਿੱਚ ਹੌਲੀ ਹੌਲੀ ਫੈਲਦੀ ਆ। ਆਪਾਂ ਇਟਲੀ ਦੇ ਵਿੱਚ ਦੇਖਦੇ ਹਾਂ ਕਿ ਉੱਥੇ ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜਾ ਹੈ ਉਹ ਮਹਾਂਮਾਰੀ ਇਹ ਫੈਲਦੀ ਆ। ਆਪਾਂ ਉਹਨਾਂ ਦੇ ਪ੍ਰਧਾਨ ਮੰਤਰੀ ਦਾ ਬਿਆਨ ਵੀ ਸੁਣਿਆ, ਬੜਾ ਭਾਵੁਕ ਹੋ ਕੇ ਇਹਨੇ ਇੱਕ ਗੱਲ ਕਹੀ ਵੀ ਅਸੀਂ ਜੋ ਕਰ ਸਕਦੇ ਸੀ, ਆਪਣਾ ਬੈਸਟ ਦੇ ਸਕਦੇ ਸੀ, ਅਸੀਂ ਦਿੱਤਾ, ਬਾਕੀ ਹੁਣ ਵਾਹਿਗੁਰੂ ਦੇ ਹੱਥ ਆ। ਕਿਉਂਕਿ ਅੱਲਾ ਕਹਿ ਲਓ, ਰਾਮ ਕਹਿ ਲਓ, ਗੋਡ ਕਹਿ ਲਓ, ਕੁਝ ਵੀ ਕਹਿ ਲਓ, ਹੈ ਉਹਦੇ ਹੀ ਨਾਮ ਨੇ। ਸੋ ਆਪਾਂ ਇਹ ਵੀ ਦੇਖਿਆ ਵੀ ਇਸ ਤਰਾਸਦੀ ਦੇ ਵਿੱਚ ਕਿਵੇਂ ਬਾਕੀ ਦੇਸ਼ਾਂ ਨੇ ਆਪਣੇ ਡਾਕਟਰਾਂ ਦੀਆਂ ਟੀਮਾਂ ਜਿਹੜੀਆਂ ਸੀ ਇਹ ਇਟਲੀ ਨੂੰ ਭੇਜੀਆਂ, ਅਤੇ ਮੇਰੀ ਨਮਸਕਾਰ ਹੈ ਉਹਨਾਂ ਡਾਕਟਰਾਂ ਨੂੰ ਵੀ ਜਿਹੜੇ ਉੱਥੇ ਗਏ ਨੇ, ਕਿਉਂਕਿ ਬੜੀ ਵੱਡੀ ਮਨੁੱਖਤਾ ਦੀ ਸੇਵਾ ਸੀ। ਉਹਨਾਂ ਨੂੰ ਪਤਾ ਸੀ ਵੀ ਇਸ ਬਿਮਾਰੀ ਦੇ ਨਾਲ ਅਸੀਂ ਖੁਦ ਵੀ ਗ੍ਰਸਤ ਹੋ ਸਕਦੇ ਹਾਂ। ਮੈਂ ਇੱਕ ਟੀਮ ਦੇ ਬਾਰੇ ਪੜ੍ਹ ਰਿਹਾ, ਇੱਕ ਮੀਆਂ ਬੀਵੀ ਸੀ ਡਾਕਟਰ, ਇਲਾਜ ਕਰਦੇ ਕਰਦੇ ਉਹਨਾਂ ਨੂੰ ਵੀ ਜਿਹੜਾ ਸੀ ਉਹ ਕਰੋਨਾ ਵਾਇਰਸ ਨਾਲ ਪੀੜਿਤ ਹੋ ਗਏ ਅਤੇ ਦੋਨਾਂ ਦੀ ਡੈਥ ਹੋ ਗਈ। ਉਹ ਮਨੁੱਖਤਾ ਨੂੰ ਬਚਾਉਂਦੇ ਜਿਹੜੇ ਸੀ ਉਹ ਚਲੇ ਗਏ। ਸੋ ਉਹਨਾਂ ਨੂੰ ਵੀ ਆਪਾਂ ਇਹ ਗੱਲ ਹੈ ਕਿ ਡਾਕਟਰ ਜਿਹੜੇ ਨੇ ਉਹਨਾਂ ਨੇ ਆਪਣਾ ਬਖੂਬੀ ਫਰਜ਼ ਨਿਭਾਇਆ। ਅਤੇ ਉਸ ਤੋਂ ਬਾਅਦ ਜਿਹੜਾ ਆਪਾਂ ਇੱਕ ਹੋਰ ਚੀਜ਼ ਨੋਟਿਸ ਕਰਦੇ ਹਾਂ ਵੀ ਜਦੋਂ ਦੇਸ਼ ਜਿਹੜੇ ਸੀ ਉਹਨਾਂ ਨੇ ਆਪਣਾ ਸਾਰਾ ਇਹ ਫੈਸਲੇ ਕੀਤੇ ਵੀ ਆਪਾਂ ਜਿਹੜਾ ਹੈ ਕੁਝ ਟਾਈਮ ਦੇ ਲਈ, ਕਿਸੇ ਨੇ ਵੀਕ ਦਾ ਕਿਹਾ, ਕਿਸੇ ਨੇ ਕੁਛ ਦਿਨਾਂ ਲਈ ਕਿਹਾ ਵੀ ਲੋਕਡਾਊਨ ਕੰਟਰੀਆਂ ਕਰ ਦਿਓ, ਜਿਵੇਂ ਇੰਡੀਆ ਵੀ ਹੁਣ ਜਿਹੜੀ ਆ ਲੋਕਡਾਊਨ ਕੀਤੀ ਹੋਈ ਆ। ਅਤੇ ਜਦੋਂ ਇਸ ਤਰੀਕੇ ਦੇ ਨਾਲ ਲੋਕਡਾਊਨ ਹੋਇਆ ਅਤੇ ਬਾਹਰ ਜਿਵੇਂ ਕੈਨੇਡਾ ਦੇ ਪ੍ਰਧਾਨ ਮੰਤਰੀ ਦਾ ਉਹ ਬਿਆਨ ਹੋਵੇ ਜਿਹਦੇ ਵਿੱਚ ਉਹਨੇ ਕਿਹਾ ਵੀ ਅਸੀਂ ਹਰ ਘਰ ਤੱਕ ਫੂਡ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਪਰ ਜਿੱਥੇ ਸਾਡੇ ਕੋਲ ਫੂਡ ਨਾ ਪਹੁੰਚਾਇਆ ਗਿਆ ਉਹ ਲੋਕ ਗੁਰਦੁਆਰਾ ਸਾਹਿਬ ਦੇ ਵਿੱਚ ਜਾ ਕੇ ਲੰਗਰ ਛਕ ਲੈਣਾ। ਇਹ ਬਹੁਤ ਵੱਡੀ ਗੱਲ ਸੀ। ਇਹ ਉਸ ਸਮੇਂ ਮੈਂ ਭਾਵੁਕ ਵੀ ਹੋ ਜਾਵਾਂਗਾ ਗੱਲ ਰੱਖਣ ਲੱਗਾ ਕਿ KPS ਗੱਲ ਨਾਂ ਦਾ ਕੁੱਤਾ ਜਿਹੜਾ ਸੀ ਉਹ ਕੁਝ ਸਮੇਂ ਪਹਿਲਾਂ ਇਹ ਗੱਲ ਕਹਿ ਰਿਹਾ ਸੀ ਸਿੱਖਾਂ ਦੇ ਬੱਚਿਆਂ ਦੀਆਂ ਜਦੋਂ ਉਹਨਾਂ ਨੂੰ ਪੁੱਛਦੇ ਸੀ ਕਿ ਲਾਸ਼ਾਂ ਜਿਹੜੀਆਂ ਨੇ ਕਿੱਥੇ ਨੇ, ਤਾਂ ਉਹ ਕਹਿੰਦਾ ਸੀ ਕੈਨੇਡਾ 'ਚ ਦਿਹਾੜੀਆਂ ਕਰਦੇ ਹੋਣੇ ਆ। ਅੱਜ ਉਹਨਾਂ ਦਿਹਾੜੀਆਂ ਕਰਨ ਵਾਲਿਆਂ ਦੇ ਬੱਚੇ ਜਿਹੜੇ ਉੱਥੇ ਮਾਨਵਤਾ ਦੀ ਸੇਵਾ ਕਰ ਰਹੇ ਨੇ, ਔਰ ਪ੍ਰਧਾਨ ਮੰਤਰੀ ਦਾ ਬਿਆਨ ਬੜੀ ਵੱਡੀ ਗੱਲ ਸੀ। ਇਸੇ ਤਰੀਕੇ ਦੇ ਨਾਲ ਹੀ ਜਦੋਂ ਨਿਊਯਾਰਕ ਦੇ ਵਿੱਚ ਅਮਰੀਕਾ ਵਿੱਚ ਪ੍ਰੋਬਲਮ ਇਹ ਦਿਖਦੀ ਆ ਅਤੇ ਉੱਥੋਂ ਦਾ ਮੇਅਰ ਵੀ ਇਹ ਬਿਆਨ ਦਿੰਦਾ ਆ ਵੀ ਸਿੱਖੋ ਤੁਸੀਂ ਹਮੇਸ਼ਾ ਮਨੁੱਖਤਾ ਦੀ ਸੇਵਾ ਕੀਤੀ ਆ ਅਤੇ ਤੁਸੀਂ ਜਿਹੜਾ ਹੈ ਉਹ ਜ਼ਰੂਰ ਇਹ ਗੁਰੂ ਘਰਾਂ ਦੇ ਮੂੰਹ ਜਿਹੜੇ ਨੇ ਲੰਗਰਾਂ ਦੇ ਉਹ ਇਸ ਪਾਸੇ ਖੋਲ੍ਹੋ, ਅਤੇ ਸਿੱਖ ਉਸ ਸੱਦੇ ਨੂੰ ਪ੍ਰਵਾਨ ਕਰਦੇ ਨੇ।
ਇਸੇ ਤਰੀਕੇ ਨਾਲ ਯੂਰਪ ਦੇ ਵਿੱਚ ਵੀ ਜਗ੍ਹਾ ਜਗ੍ਹਾ ਸਿੱਖ ਜਿਹੜੇ ਨੇ ਉਹ ਆਪਣੀ ਸੇਵਾ ਨਿਭਾਉਂਦੇ ਨੇ। ਸੋ ਕਹਿਣ ਦਾ ਭਾਵ ਇਹ ਆ ਕਿ ਕਰੋਨਾ ਵਾਇਰਸ ਨੇ ਜਿੱਥੇ ਮੌਤ ਪਸਾਰੀ ਆ ਉੱਥੇ ਮਾਨਵਤਾ ਨੂੰ ਲਾਗੇ ਵੀ ਲੈ ਕੇ ਆਂਦਾ। ਅਤੇ ਉਸ ਤੋਂ ਬਾਅਦ ਜਿਹੜਾ ਸੀ ਉਹ ਆਪਾਂ ਇਹ ਦੇਖਦੇ ਹਾਂ ਵੀ ਪੂਰੀ ਦੁਨੀਆ ਜਿਹੜੀ ਹੈ ਉਹ ਵਿਗਿਆਨ ਅਤੇ ਧਰਮ ਬਹੁਤ ਕਲੋਜ਼ ਆ ਕੇ ਇੱਕ ਦੂਜੇ ਦੇ ਕੰਮ ਕਰ ਰਹੇ ਨੇ। ਜਿੱਥੇ ਧਾਰਮਿਕ ਲੋਕ ਆਪਣੇ ਆਪਣੇ ਤਰੀਕੇ ਨਾਲ ਅਰਦਾਸਾਂ ਪਏ ਕਰਦੇ ਨੇ, ਉੱਥੇ ਹੀ ਡਾਕਟਰ ਜਿਹੜੇ ਨੇ ਉਹ ਪਰਮਾਤਮਾ ਅੱਗੇ ਅਰਦਾਸ ਬੇਨਤੀ ਕਰਨ ਤੋਂ ਬਾਅਦ ਆਪਣੇ ਕਾਰਜ ਸ਼ੁਰੂ ਕਰ ਰਹੇ ਨੇ। ਸੋ ਕੋਈ ਵੀ ਇੱਕ ਦੂਜੇ ਦੇ ਅੱਗੇ ਵਾਅਦਾ ਪੇਸ਼ ਨਹੀਂ ਕਰ ਰਿਹਾ ਵੀ ਉਹ ਕਹਿ ਰਿਹਾ ਵੀ ਡਾਕਟਰ ਕੋਲ ਕੁਛ ਨਹੀਂ ਹੋਣਾ ਤਾਂ ਡਾਕਟਰ ਕਹਿੰਦਾ ਅਰਦਾਸਾਂ ਨੇ ਕੁਝ ਨਹੀਂ ਹੋਣਾ। ਇੱਦਾਂ ਦਾ ਕੁਝ ਨਹੀਂ ਹੋਇਆ। ਦੋਨੇ ਇੱਕ ਦੂਜੇ ਦਾ ਸਹਿਯੋਗ ਕਰ ਰਹੇ ਨੇ ਤਾਂ ਜੋ ਮਾਨਵਤਾ ਨੂੰ ਬਚਾਇਆ ਜਾ ਸਕੇ। ਇੱਥੇ ਕੁਝ ਬਹੁਤ ਜਿਹੜੀਆਂ ਸੀ ਉਹ ਦਿਲ ਨੂੰ ਜਿਹੜੀਆਂ ਖਿੱਚ ਪਾਉਣ ਵਾਲੀਆਂ ਵੀਡੀਓਜ਼ ਵੀ ਆਪਾਂ ਦੇਖੀਆਂ, ਜਿਹਦੇ ਵਿੱਚ ਆਪਾਂ ਦੇਖਿਆ ਕਿ ਇੱਕ ਬੱਚਾ ਸੀ, ਉਹ ਮੇਰਾ 6 ਕੁ ਮਹੀਨੇ ਦਾ ਹੋਣਾ ਜਾਂ ਸਾਲ ਦਾ ਹੋਊਗਾ, ਉਹ ਅੰਦਰ ਸ਼ੀਸ਼ੇ ਦੇ ਕਮਰੇ ਵਿੱਚ ਤੜਫ ਰਿਹਾ ਅਤੇ ਉਹਦਾ ਪੇਟ ਬਾਹਰ ਤੜਫ ਰਿਹਾ। ਇਮੈਜਨ ਕਰਕੇ ਦੇਖੇ ਕਿਵੇਂ ਦੇ ਹਾਲਾਤ ਹੋਣਗੇ। ਸੋ ਇਹੋ ਜਿਹੇ ਕੁਛ ਮਾਨਵਤਾ ਦੇ ਉੱਤੇ ਇਹ ਅਟੈਕ ਸੀ। ਦੂਸਰੇ ਪਾਸੇ ਜਿਹੜੇ ਕੁਝ ਕੁ ਮੈਂ ਜਿਵੇਂ ਬੇਨਤੀ ਕੀਤੀ ਕਿ ਚਿੱਕੜ ਦੇ ਵਿੱਚ ਫਸੇ ਹੋਏ ਲੋਕ ਨੇ ਜਿਹਨਾਂ ਦਾ ਰਹਿਣ ਬਸੇਵਾ ਜਿਹੜਾ ਨਾਲੀ ਦੇ ਉੱਤੇ ਆ, ਉਹ ਲੋਕ ਕਿਵੇਂ ਜਿਹੜਾ ਹੈ ਉਹ ਗੰਦ ਸੁੱਟ ਰਹੇ ਨੇ। ਸਭ ਤੋਂ ਪਹਿਲਾਂ ਢੰਡਰੀਆਂ ਵਾਲੇ ਨੇ ਇੱਕ ਗੱਲ ਜਿਹੜਾ ਇਹ ਅਪਗ੍ਰੇਡਾਂ ਦੇ ਵਿੱਚ, ਕਿਉਂਕਿ ਮੇਰਾ ਕੋਈ ਢੰਡਰੀ ਨਾਲ ਕੋਈ ਜਾਤੀ ਕੋਈ ਦੁਸ਼ਮਣੀ ਨਹੀਂ ਆ ਭਾਈ ਰਣਜੀਤ ਸਿੰਘ ਹੋਣਾ ਨਾਲ ਕਿ ਉਹਨਾਂ ਨਾਲ ਮੇਰਾ ਕੋਈ ਜ਼ਮੀਨ ਦਾ ਰੌਲਾ ਆ, ਪਰ ਜਿਸ ਤਰੀਕੇ ਦਾ ਤੁਸੀਂ ਖੂਹ ਦੇ ਵਿੱਚ ਆਵਾਜ਼ ਮਾਰੋਗੇ ਉਹੋ ਜਿਹੀ ਆਵੇਗੀ। ਪਿਛਲੇ ਪ੍ਰੋਗਰਾਮ ਦੇ ਵਿੱਚ ਵੀ ਉਹ ਖੂਬ ਆਈ, ਫਿਰ ਭਾਈ ਸਾਹਿਬ ਨੂੰ ਦੱਸਿਆ ਸੀ ਵੀ ਤੁਸੀਂ ਅੰਨੇ ਕਿਵੇਂ ਹੋ। ਅੱਜ ਭਾਈ ਸਾਹਿਬ ਹੁਣੀ ਪਹਿਲਾਂ ਹਜੇ ਕਰੋਨਾ ਵਾਇਰਸ ਜਿਹੜਾ ਆ ਉਹ ਕਿਤੇ ਦੂਰ ਦੇਸ਼ ਦੇ ਵਿੱਚ ਆਇਆ ਅਤੇ ਉਹਨਾਂ ਨੇ ਅਟੈਕ ਪਹਿਲਾਂ ਹੀ ਸ਼ੁਰੂ ਕਰ ਦਿੱਤੇ। ਉਹਨਾਂ ਨੇ ਇੱਕ ਗੱਲ ਕਹੀ ਕਿ ਜੇ ਇਹ ਵਾਇਰਸ ਵੱਧ ਗਿਆ ਤਾਂ ਸਿਰਫ ਡਾਕਟਰ ਦਾ ਹੀ ਦਰ ਜਿਹੜਾ ਉਹ ਖੁੱਲ੍ਹਾ ਮਿਲਣਾ ਅਤੇ ਪਖੰਡੀਆਂ ਨੇ ਜਿਹੜੇ ਸੀ ਆਪਣੇ ਡੇਰੇ ਬੰਦ ਕਰ ਲੈਣੇ। ਅਤੇ ਸਭ ਤੋਂ ਪਹਿਲਾਂ ਪੰਜਾਬ ਦੇ ਵਿੱਚ ਜੇ ਉਹਨਾਂ ਦਾ ਕੋਈ ਸੁਣਨ ਵਾਲਾ ਹੈ ਤਾਂ ਕਮੈਂਟ 'ਚ ਦੱਸ ਦੇਵੇ ਜਾਂ ਮੈਨੂੰ ਫੋਨ ਕਰਕੇ ਜ਼ਰੂਰ ਦੱਸੇ ਕਿ ਇੱਕੋ ਇੱਕ ਡੇਰਾ ਹਜੇ ਤੱਕ ਬੰਦ ਕੀਤਾ ਗਿਆ। ਜਿਹੜੇ ਪਖੰਡੀ ਨੇ ਇਹ ਗੱਲ ਕਹੀ ਆਪੋ ਆਪਣੇ ਘਰ ਰਹੋ, ਮੇਰੇ ਕੋਲ ਨਾ ਆਇਓ। ਉਹਨੇ ਇੱਕ ਸਿਰਫ ਅੱਧ ਬਣਿਆ ਹਸਪਤਾਲ ਜਿਹੜਾ ਸੀ 100 ਕੁ ਬੰਦੇ ਵਾਲਾ ਉਹ ਕਹਿ ਦਿੱਤਾ ਕਿ ਮੈਂ ਇਹਨੂੰ ਸਰਕਾਰ ਨੂੰ ਦਿੰਦਾ ਕਿ ਸਰਕਾਰ ਆਣ ਕੇ ਵਰਤ ਲਵੇ, ਪਰ ਆਪਣੀ ਹਦੂਦ ਬੰਦ ਕਰ ਲਈ। ਪਰ ਜਾ ਕੇ ਢੰਡਰੀਆਂ ਵਾਲੇ ਇੱਕ ਵਾਰੀ ਗੁਰੂ ਘਰਾਂ ਦੇ ਵਿੱਚ ਦੇਖ, ਦਰਵਾਜ਼ੇ ਅੱਜ ਵੀ ਖੁੱਲ੍ਹੇ ਨੇ। ਬਾਕੀ ਇਹਦੇ ਚੇਲੇ ਬਲ ਕੇ, ਕਿਉਂਕਿ ਜਿੱਥੋਂ ਜਿਹੜਾ ਮੇਰਾ ਮੇਨ ਅੱਜ ਖਿੱਚ ਦਾ ਕਾਰਨ ਹੈ, ਮੈਂ ਓਨੈਸਟਲੀ ਮੰਨਾਂਗਾ, ਇਹਨਾਂ ਦੇ ਚੇਲੇ ਬਲ ਕੇ ਪੋਸਟਾਂ ਪਾ ਰਹੇ ਨੇ ਸ਼੍ਰੀ ਹਰਿਮੰਦਰ ਸਾਹਿਬ ਦੇ ਬਾਬਤ। ਬੜੀਆਂ ਪੋਸਟਾਂ ਫੇਸਬੁੱਕ 'ਤੇ ਪਾਈਆਂ ਗਈਆਂ। ਕਿਸੇ ਨੇ ਆਪੋ ਆਪਣੇ ਤਰੀਕੇ ਨਾਲ ਇੱਥੋਂ ਤੱਕ ਵੀ ਲਿਖ ਦਿੱਤਾ ਕਿ ਜਿਹੜਾ ਸੀ ਵਪਾਰ ਦੇ ਅੱਡੇ ਬੰਦ ਹੋਣੇ ਸ਼ੁਰੂ ਹੋ ਗਏ। ਇਹਨਾਂ ਨੇ ਜਦੋਂ ਇਹ ਗੱਲਾਂ ਲਿਖਦੇ ਨੇ ਤਾਂ ਮੈਂ ਉਦੋਂ ਹੈਰਾਨ ਸੀ ਕਿ ਭਲਿਓ ਅੱਜ ਬੇਸ਼ੱਕ ਜਿਹੜੇ ਆਪਣੇ ਚਾਰ ਚੁਫੇਰੇ ਪਸਰੀ ਹੋਈ ਮੌਤ ਦਾ ਕਰਕੇ ਜਿਹੜੇ ਸੀ ਉਹ ਅੱਜ ਕਰਫਿਊ ਲਗਾ ਦਿੱਤੇ ਗਏ ਨੇ। ਅਸੀਂ ਉਹਦੇ ਕਰਫਿਊ ਦੇ ਖਿਲਾਫ ਨਹੀਂ ਹੈਗੇ ਹਾਂ, ਪਰ ਅੱਜ ਵੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਾਰੇ ਦਰਵਾਜ਼ੇ ਖੁੱਲ੍ਹੇ ਹੋਏ ਨੇ 4 ਦਿਸ਼ਾਵਾਂ 'ਚੋਂ। ਅੱਜ ਵੀ ਜਿਹੜਾ ਉੱਥੇ ਮਰਜ਼ੀ ਆ ਜਾਵੇ, ਮੇਰੇ ਗੁਰੂ ਦੀ ਵਡਿਆਈ ਆ। ਅੱਜ ਵੀ ਸਰੋਵਰ ਉੱਥੇ ਹੀ ਹੈ ਅਤੇ ਅੱਜ ਵੀ ਢੰਡਰੀਆਂ ਵਾਲਿਆ ਮੈਂ ਤੈਨੂੰ ਇੱਕ ਗੱਲ ਦੱਸ ਦਿੰਦਾ, ਜੇ ਸਾਡੇ ਕੋਲ ਉੱਥੇ ਜਾ ਨਹੀਂ ਹੁੰਦਾ ਅਤੇ ਸਾਡੀ ਆਤਮਾ ਅੱਜ ਵੀ ਉੱਥੇ ਦਰਸ਼ਨ ਦਿਦਾਰੇ ਕਰ ਰਹੀ ਆ। ਅਸੀਂ ਅੱਜ ਵੀ ਜਦੋਂ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਧਿਆਨ ਧਰਦੇ ਹਾਂ ਅਤੇ ਸੱਚਮੁੱਚ ਕਰਕੇ ਜਾਣੀ ਲਾਈਨ ਓਡੀ ਲੰਮੀ ਦਿਖਦੀ ਆ, ਪਰ ਤੇਰੀ ਸੁਰਤ ਮਾਰੀ ਗਈ ਆ। ਤੂੰ ਮੰਦ ਬੁੱਧੀ ਆ, ਤੇਰੀ ਬੁੱਧੀ ਨਹੀਂ ਉੱਥੋਂ ਤੱਕ ਪਹੁੰਚ ਰਹੀ ਕਿ ਤੂੰ ਜਾ ਕੇ ਦੇਖ ਸਕੇ ਕਿ ਦਰਬਾਰ ਸਾਹਿਬ ਕਿੱਦਾਂ ਲਾਈਨਾਂ ਲੱਗੀਆਂ ਹੋਈਆਂ ਨੇ। ਅੱਜ ਵੀ ਜਾ ਕੇ ਉੱਥੇ ਮਨ ਰੂਪੀ ਜਿਹੜੇ ਦਰਸ਼ਨ ਕਰਨ ਵਾਲੇ ਉਹਨਾਂ ਦੀ ਲਾਈਨ ਦੇਖ। ਔਰ ਮੈਂ ਤੈਨੂੰ ਇੱਕ ਗੱਲ ਕਹਿ ਦੇਵਾਂ, ਇਹ ਜਿਹੜੀ ਉੱਥੇ ਅੱਜ ਜਿਹੜੀ ਉੱਥੇ ਚੁੱਪੀ ਪਸਰੀ ਹੋਈ ਆ, ਜਾਂ ਤੈਨੂੰ ਇਹ ਲੱਗ ਰਿਹਾ ਵੀ ਉੱਥੇ ਸੰਗਤ ਘੱਟ ਗਈ ਆ, ਇਹ ਪਹਿਲੀ ਵਾਰੀ ਨਹੀਂ ਹੋਇਆ ਢੰਡਰੀਆਂ ਵਾਲਿਆ। ਇੱਕ ਵਾਰੀ ਅਬਦਾਲੀ ਨੇ ਵੀ ਉੱਥੇ ਕੀਤੀ ਸੀ। ਉਸ ਸਮੇਂ ਵੀ 4 ਚੁਫੇਰੇ ਹਰਿਮੰਦਰ ਸਾਹਿਬ ਦੇ ਆਲੇ ਦੁਆਲੇ ਅੰਮ੍ਰਿਤਸਰ ਸਾਹਿਬ ਦੇ ਵਿੱਚ ਮੌਤ ਪਸਰ ਗਈ ਸੀ। ਕੋਈ ਗੁਰੂ ਦਾ ਸਿੱਖ ਨਹੀਂ ਸੀ ਬਚਿਆ ਉੱਥੇ, ਕਿਉਂਕਿ ਜਿੰਨਾ ਚੱਕਰ ਗੁਰੂ ਦਾ ਇੱਕ ਸਿੱਖ ਵੀ ਜੀਂਦਾ ਸੀ ਨਾ, ਅਤੇ ਅਬਦਾਲੀ ਦੀ ਜ਼ਰੂਰਤ ਨਹੀਂ ਸੀ, ਅਬਦਾਲੀ ਮਾਂ ਨੂੰ ਨਹੀਂ ਸੀ ਜੰਮਿਆ ਕਿ ਉੱਥੇ ਇੱਕ ਮਿੱਟੀ ਦੀ ਮੁੱਠ ਵੀ ਉੱਥੇ ਜਿਹੜੀ ਸੀ ਉਹ ਪਾ ਸਕਦਾ। ਅਤੇ ਜਦੋਂ ਉੱਥੇ ਮੌਤ ਪਸਰ ਗਈ ਸੀ ਨਾ, ਅਤੇ ਦਰਬਾਰ ਸਾਹਿਬ ਦੇ ਦਰਵਾਜ਼ੇ ਉਹ ਵੀ ਨਹੀਂ ਸੀ ਬੰਦ ਕਰ ਸਕਿਆ। ਦਰਵਾਜ਼ੇ ਉੱਧਰ ਵੀ ਖੁੱਲ੍ਹੇ ਹੀ ਸੀ ਅਤੇ ਲਿਆ ਕੇ ਅਤੇ ਸਰੋਵਰ ਨੂੰ ਪੂਰਨਾ ਸ਼ੁਰੂ ਕਰ ਦਿੱਤਾ ਸੀ। ਅਤੇ ਜਦੋਂ ਬਾਬੇ ਦੀਪ ਸਿੰਘ ਨੂੰ 80 ਸਾਲ ਦੀ ਉਮਰ ਦੇ ਵਿੱਚ ਪਤਾ ਲੱਗਾ ਸੀ ਅਤੇ ਉਹ ਫਿਰ ਖੰਡਾ ਲੈ ਕੇ ਤੁਰ ਪਿਆ ਸੀ ਅਤੇ ਫਿਰ ਸਿਰ 'ਤੇ ਵੱਢੇ ਗਏ। ਪਰ ਇਹ ਹਿਸਾਬ ਲਾ ਲਾ ਵੀ ਇਹ 4 ਦਰਵਾਜ਼ਿਆਂ ਵਾਲੇ ਜਿਹੜੇ ਛੋਟੀਆਂ ਇੱਟਾਂ ਦੀ ਤੂੰ ਇਮਾਰਤ ਦੱਸਦਾ, ਇਹ ਉਹਦੀ ਰਹਿਮਤ ਸੀ
ਕਿ ਵੱਡੇ ਹੋਏ ਸਿਰ ਦੇ ਨਾਲ 80 ਸਾਲ ਦਾ ਬਾਪੂ ਜਿਹੜਾ ਸੀ ਉਹ ਖੰਡਾ ਪਾਉਂਦਾ ਅੱਗੇ ਅੱਗੇ ਤੁਰਿਆ ਜਾ ਰਿਹਾ ਸੀ, ਅਤੇ ਜਿਵੇਂ ਤੇਰੀ ਜਾਨ ਕੰਬਦੀ ਪਈ ਆ ਆਪਣੇ ਪਰਮੇਸ਼ਵਰ ਦੁਆਰ ਉੱਥੇ ਬੈਠੇ ਦੀ, ਅਤੇ ਤਰਾਹੀ ਤਰਾਹੀ ਕਰਕੇ ਲੋਕਾਂ ਨੂੰ ਕਹਿ ਰਿਹਾ ਕਿ ਹੁਣ ਨਾ ਕੋਈ ਮੇਰੇ ਵੱਲ ਨੂੰ ਆਇਓ। ਇੱਦਾਂ ਹੀ ਅਬਦਾਲੀ ਜਿਹੜਾ ਸੀ ਉਹ ਭੱਜਣ ਨੂੰ ਰਾਹ ਨਹੀਂ ਸੀ ਲੱਭਣ ਡਿਆ ਉਹਨੂੰ। ਅਤੇ ਫਿਰ ਜਿਹੜਾ ਸੀ ਇਹ ਉੱਥੇ ਜਾ ਕੇ ਅਬਦਾਲੀ ਦੀ ਕਬਰ ਦੇ ਉੱਤੇ ਢੰਡਰੀਆਂ ਵਾਲਾ ਦੀਵਾ ਜਗਾਉਣ ਨੂੰ ਬੰਦਾ ਨਹੀਂ ਲੱਭ ਰਿਹਾ, ਅਤੇ ਅੱਜ ਦਰਬਾਰ ਸਾਹਿਬ ਜਿਹੜਾ ਤਲ ਸੱਟਣ ਨੂੰ ਜਗ੍ਹਾ ਨਹੀਂ ਲੱਭਦੀ। ਉਦੋਂ ਬਾਅਦ ਵਿੱਚ ਇੱਕ ਵਾਰੀ ਫਿਰ ਇੱਥੇ ਜਿਹੜੀ ਚੁੱਪ ਸੀ ਉਹ ਪਸਰੀ ਸੀ। ਇਸੇ ਤਰੀਕੇ ਦੀ ਕੁਝ ਚੁੱਪ ਸੀ ਜਦੋਂ ਮੱਸੇ ਰੰਗੜ ਨੇ ਆ ਕੇ ਮੰਜਾ ਡਾਇਆ ਸੀ। ਉਦੋਂ ਵੀ ਜੇ ਕੋਈ ਸਿੱਖ ਗੁਰੂ ਦਾ ਜੀਣਾ ਹੁੰਦਾ ਤਾਂ ਉਹਦੀ ਜ਼ਰੂਰਤ ਕੀ ਸੀ ਇੱਥੇ ਆਣ ਕੇ ਮੰਜਾ ਡਾ ਜਾਂਦਾ, ਅਤੇ ਸਿੰਘਾਂ ਨੂੰ ਸ਼ਹੀਦ ਕਰਕੇ ਉਹਨੇ ਮੰਜਾ ਡਾ ਲਿਆ। ਪਰ ਜਦੋਂ ਫਿਰ ਪਤਾ ਲੱਗਾ ਸੀ ਨਾ ਢੰਡਰੀਆਂ ਵਾਲਿਆ, ਅਤੇ ਫਿਰ ਗੁਰੂ ਦੇ ਪਿਆਰੇ ਤੁਰੇ, ਗੁਰੂ ਦਾ ਓਟ ਆਸਰਾ ਲੈ ਕੇ ਤੁਰੇ, ਅਤੇ ਫਿਰ ਮੱਸੇ ਰੰਗੜ ਦੇ ਸਿਰ ਦੇ ਨਾਲ ਖਿੱਦੋ ਖੁੱਡੀ ਖੇਡੀ ਸੀ। ਅਤੇ ਫਿਰ ਅੱਜ ਦੇਖ ਲਾ ਮੱਸੇ ਰੰਗੜ ਦਾ ਕੋਈ ਨਾਮੋ ਨਿਸ਼ਾਨ ਨਹੀਂ ਲੱਭਦਾ, ਅਤੇ ਦਰਬਾਰ ਸਾਹਿਬ ਦੀ ਰੂਹਾਨੀਅਤ ਅੱਜ ਵੀ ਉੱਥੇ ਖੜ੍ਹੀ ਆ। ਫਿਰ ਇੱਕ ਵਾਰੀ ਜਿਹੜੀ ਇੱਥੇ ਚੁੱਪ ਪਸਰੀ ਜਦੋਂ 84 ਦੇ ਵਿੱਚ ਇੰਦਰਾ ਗਾਂਧੀ ਤੇਰੀ ਮਾਂ ਚੜ੍ਹ ਕੇ ਆਈ ਸੀ ਇੱਥੇ, ਠੀਕ ਆ, ਅਤੇ ਫਿਰ ਜਿਹੜੇ ਸੀ ਉਹ ਸਿੰਘ ਨਿੱਤਰੇ ਸੀ ਮੈਦਾਨ ਦੇ ਵਿੱਚ। ਅਤੇ ਫਿਰ ਉੱਥੇ ਅੱਜ ਦੇਖ ਲਾ ਵੀ ਤੇਰਾ ਜਿਹੜੇ ਉਹ ਤੇਰੀ ਮਾਂ ਇੰਦਰਾ ਉਹਦੀ ਕਬਰ ਦੇ ਉੱਤੇ ਕੋਈ ਦੀਵਾ ਜਗਾਉਣ ਵਾਲੇ ਲੱਭਣ ਡਿਆ ਫੜ ਫੜ ਕੇ। ਸੋ ਇਹ ਮੈਂ ਮਾफ़ੀ ਚਾਹੁੰਦਾ ਹਾਂ ਕਿ ਮੈਨੂੰ ਇਹ ਸਾਰੀ ਗੱਲ ਕਰਨੀ ਪਈ ਆ, ਪਰ ਜੇ ਦਰਬਾਰ ਸਾਹਿਬ ਦੇ ਬਾਬਤ ਕੋਈ ਆਣ ਕੇ ਗੱਲ ਕਰੇਗਾ ਤਾਂ ਉਹਨੂੰ ਜਵਾਬ ਫਿਰ ਸੁਣਨੇ ਪੈਣਗੇ। ਜੇ ਜਿਹੜਾ ਢੰਡਰੀਆਂ ਵਾਲਾ ਆਪ ਦੇ ਉੱਤੇ ਇੱਕ ਗਾਏ ਹੋਏ ਗੀਤ ਦਾ ਜਵਾਬ ਦੇਣ ਨੂੰ ਲਾਈਵ ਆਣ ਕੇ ਜਵਾਬ ਦੇ ਗਿਆ ਸੀ, ਅੱਜ ਜਦੋਂ ਇਹਦੇ ਚੇਲੇ ਬਾਲ ਕੇ ਪੋਸਟਾਂ ਪਾ ਪਾ ਕੇ ਭੰਡ ਰਹੇ ਨੇ, ਅਤੇ ਕੀ ਇਹਦੀ ਰਿਸਪੋਂਸੀਬਿਲਿਟੀ ਨਹੀਂ ਬਣਦੀ ਸੀ? ਇਹ ਮੈਂ ਜ਼ਰੂਰ ਜਿਹੜੇ ਇਹਦੇ ਚੇਲੇ ਬਾਲ ਕੇ ਪੁੱਛਣਾ ਚਾਹੁੰਦਾ। ਦੂਸਰਾ ਇੱਕ ਸਵਾਲ ਜਿਹੜਾ ਹੈ ਉਹ ਮੇਰਾ ਸੰਗਤਾਂ ਦੇ ਲਈ ਆ, ਕਿਉਂਕਿ ਅੱਜ ਮੈਂ ਸ਼ੁਰੂ 'ਚ ਸਵਾਲ ਕਰਾਂਗਾ, ਐਂਡ 'ਤੇ ਨਹੀਂ ਕਰਾਂਗਾ। ਸਵਾਲ ਇਹ ਆ, ਤੁਹਾਨੂੰ ਤੋਰਿਆ ਕਿੱਥੇ ਗਿਆ ਸੀ? ਤੁਹਾਡੇ ਦਿਲਾਂ ਦੇ ਵਿੱਚ ਇੱਕ ਰੋਸਾ ਸੀ। ਹਰ ਇੱਕ ਸੰਘਰਸ਼ ਕਰਨ ਵਾਲੇ ਜਿਹੜੀਆਂ ਕੌਮਾਂ ਨੇ ਉਹਨਾਂ ਦੇ ਯੂਥ ਜਦੋਂ ਤੁਰਦਾ ਉਹਨਾਂ 'ਚ ਇੱਕ ਸਵਾਲ ਹੁੰਦਾ। ਉਹ ਸਵਾਲ ਇਹ ਹੁੰਦਾ ਆ ਕਿ ਅਸੀਂ ਸੰਘਰਸ਼ ਜਿੱਤ ਕਿਉਂ ਨਹੀਂ ਸਕੇ। ਅਸੀਂ ਬਹੁਤ ਸਾਰੇ, ਕਿਉਂਕਿ 84 ਦੇ ਕਤਲੇਆਮ ਤੋਂ ਬਾਅਦ ਜਦੋਂ ਜਵਾਨੀ ਮੁੜ ਪੈਰਾਂ 'ਤੇ ਖੜੋਈ ਆ, ਉਸ ਤੋਂ ਬਾਅਦ ਬਹੁਤ ਸਾਰੇ ਸੰਘਰਸ਼ ਲੜੇ ਗਏ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਵੇ, ਸਰਸੇ ਵਾਲੇ ਨੂੰ ਮਾफ़ੀ ਹੋਵੇ, ਇੱਦਾਂ ਦੇ ਬਹੁਤ ਸਾਰੇ ਸੰਘਰਸ਼ ਜਿਹੜੇ ਤੁਰ ਕੇ ਅਸੀਂ ਜਿਹੜੇ ਸੀ ਉਹ ਕਿਸੇ ਪਾਸੇ ਨਾ ਲਾ ਸਕੇ। ਹੁੰਦਾ ਇਹ ਕੌਮਾਂ ਦੇ ਨਾਲ, ਕਿਉਂਕਿ ਕੁਝ ਸਾਡੇ ਕੋਲ ਗਲਤੀਆਂ ਹੋਈਆਂ ਹੋਣਗੀਆਂ। ਮੈਂ ਇੱਕ ਕਸ਼ਮੀਰੀ ਵੀਰ ਦੀ ਇੱਕ ਤੁਹਾਡੇ ਨਾਲ ਐਗਜ਼ਾਮਪਲ ਸ਼ੇਅਰ ਕਰਦਾ। ਮੈਂ ਇੱਕ ਵਾਰੀ ਉਹਦੇ ਨਾਲ ਗੱਲ ਹੋਈ ਅਤੇ ਮੈਂ ਉਹਨੂੰ ਪੁੱਛਿਆ ਸੀ ਤੁਹਾਡਾ ਸੰਘਰਸ਼ ਅੱਜ ਕਿੱਥੇ ਖੜ੍ਹਾ? ਉਹ ਕਹਿੰਦਾ ਬੜੀ ਚੜ੍ਹਦੀ ਕਲਾ 'ਚ ਖੜ੍ਹਾ। ਮੈਂ ਕਿਹਾ ਉਹ ਕਿਵੇਂ, ਜਿੱਤ ਤਾਂ ਹੋਈ ਨਹੀਂ? ਉਹ ਕਹਿੰਦਾ ਅਸੀਂ ਆਪਣੇ ਯੂਥ ਨੂੰ ਜਿਹੜਾ ਸੀ ਆਪਦਾ ਸੰਘਰਸ਼ ਦੇ ਦਿੱਤਾ। ਉਹਨਾਂ ਨੂੰ ਇਹ ਗੱਲ ਕਹੀ ਜੋ ਸਾਡੇ ਕੋਲ ਗਲਤੀਆਂ ਹੋਈਆਂ ਉਹਨਾਂ ਨੂੰ ਵਿਸਾਰ ਦਿਓ, ਜੋ ਅਸੀਂ ਸਹੀ ਕੀਤਾ ਉਹਨੂੰ ਅੱਗੇ ਲੈ ਕੇ ਤੁਰ ਪਿਓ। ਤਾਂ ਉਹ ਤੁਰ ਪਏ ਨੇ, ਅਤੇ ਮੈਂ ਦਿਲ ਦੇ ਵਿੱਚ ਸੱਚਮੁੱਚ ਦੇ ਵਿੱਚ ਬੜਾ ਪਛਤਾਇਆ ਕਿ ਸਾਡੇ ਪ੍ਰਚਾਰਕ ਜਿਹੜੇ ਸੀ, ਸਾਡੇ ਵਿਦਵਾਨ ਸਾਨੂੰ ਕਿਉਂ ਨਾ ਦੇ ਸਕੇ। ਸੋ ਸਾਡੇ ਦਿਲਾਂ ਦੇ ਵਿੱਚ ਰੋਸ ਸੀ। ਜਿੰਨੇ ਢੰਡਰੀਆਂ ਵਾਲੇ ਨੂੰ ਮੰਨਣ ਵਾਲੇ ਨੇ ਇੱਕ ਵਾਰੀ ਸਿਰਫ ਅੱਖਾਂ ਬੰਦ ਕਰਕੇ ਮੇਰੀ ਗੱਲ ਸੁਣ ਕੇ ਦੇਖਿਓ, ਸਾਡੇ ਦਿਲਾਂ ਦੇ ਵਿੱਚ ਰੋਸ ਸੀ। ਜੋ ਰੋਸ ਤੁਹਾਡੇ ਦਿਲਾਂ 'ਚ ਹੀ ਉਹ ਸਾਡੇ ਦਿਲਾਂ 'ਚ ਵੀ ਸੀ। ਉਸ ਰੋਸ ਨੂੰ ਵਰਤ ਕੇ ਢੰਡਰੀਆਂ ਵਾਲੇ ਨੇ ਇੱਕ ਵੱਖਰੀ ਸੋਚ ਦੇ ਲਈ ਸਟੇਜ ਤੋਂ ਲਲਕਾਰਿਆ। ਤੁਹਾਨੂੰ ਲੱਗਾ ਕਿ ਸਾਨੂੰ ਅਗਲਾ ਲੀਡਰ ਲੱਭ ਪਿਆ। ਤੁਸੀਂ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਮਹਾਂਪੁਰਸ਼ਾਂ ਦੀ ਇੱਕ ਬੰਨੇ ਫੋਟੋ, ਇੱਕ ਬੰਨੇ ਇਸ ਬੁੱਚੜ ਦੀ ਫੋਟੋ ਲਾ ਕੇ ਤੁਸੀਂ ਜਿਹੜਾ ਸੀ ਉਹ ਤੁਰ ਪਏ ਵੀ ਸਾਨੂੰ ਕੋਈ ਲੀਡਰ ਮਿਲ ਗਿਆ। ਪਰ ਉਸ ਲੀਡਰ ਨੇ ਹੌਲੀ ਹੌਲੀ ਤੁਹਾਨੂੰ ਲਿਆ ਕੇ ਅੱਜ ਖੜ੍ਹਾ ਕਿੱਥੇ ਕਰ ਦਿੱਤਾ। ਅੱਜ ਤੁਸੀਂ ਉਹਦੇ ਪਰਿਵਾਰ ਦੀਆਂ ਜਿਹੜੇ ਬਾਬੇ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਮਹਾਂਪੁਰਸ਼ਾਂ ਨੇ ਖੜ੍ਹ ਕੇ ਤੁਹਾਡੇ ਲਈ ਸ਼ਹਾਦਤ ਦਿੱਤੀ। ਉਹ ਸਿੱਖੋ, ਜਦੋਂ ਅੱਜ ਕਿਸੇ ਬੀਬੀ ਦੇ ਉੱਤੇ ਪੱਤ ਨੂੰ ਕਿਤੇ ਅੱਜ ਖਤਰਾ ਬਣਦਾ ਅਤੇ ਉਹ ਪਹਿਲੇ ਨੰਬਰ 'ਤੇ ਕਹਿੰਦੀ ਆ ਬਾਬਾ ਅਕਾਲ ਪੁਰਖ ਵਾਹਿਗੁਰੂ ਬਾਬਾ ਜਰਨੈਲ ਸਿੰਘ ਮੋੜ ਦੇ। ਉਹ ਹਿੰਦੂਆਂ ਦੀ ਧੀਆਂ ਦੀ ਵੀ ਪੱਤ ਰੱਖੀ, ਮੁਸਲਮਾਨਾਂ ਦੀਆਂ ਧੀਆਂ ਦੀ ਵੀ ਪੱਤ ਰੱਖੀ, ਉਹਨੇ ਸਿੱਖਾਂ ਦੀਆਂ ਧੀਆਂ ਦੀ ਵੀ ਪੱਤ ਰੱਖੀ। ਤੁਹਾਨੂੰ ਉਹਦੇ ਵਿਰੁੱਧ ਵੀ ਪੋਸਟਾਂ ਪਾਉਣ ਦੇ ਉੱਤੇ ਬੰਦੇ ਨੇ ਮਜਬੂਰ ਕਰਤਾ। ਜੇ ਨਹੀਂ ਪਾ ਰਹੇ ਤਾਂ ਦਿਲਾਂ 'ਤੇ ਹੱਥ ਰੱਖ ਕੇ ਦੱਸਿਓ। ਜੇ ਤੁਸੀਂ ਪਾ ਨਹੀਂ ਰਹੇ ਪੋਸਟ, ਅਤੇ ਜਿਹੜੇ ਪੋਸਟਾਂ ਪਾਉਂਦੇ ਨੇ ਤੁਸੀਂ ਉਹਦਾ ਵਿਰੋਧ ਕਰਨ ਜੋਗੇ ਨਹੀਂ ਰਹੇ, ਕਿਉਂਕਿ ਤੁਹਾਨੂੰ ਦਿਲ ਦੇ ਵਿੱਚ ਇੱਕ ਗੱਲ ਆਉਂਦੀ ਹੈ, ਇਹ ਤਾਂ ਢੰਡਰੀਆਂ ਦੇ ਨਾਲ ਦੇ ਨੇ। ਸੋਚ ਕੇ ਦੇਖਿਓ ਮੇਰੀ ਗੱਲ ਨੂੰ। ਉਸ ਤੋਂ ਬਾਅਦ ਇਹ ਬੰਦਾ ਕਿੱਥੋਂ ਤੁਰਿਆ ਸੀ ਕਿ ਮੈਂ ਸਰਕਾਰਾਂ ਨੂੰ ਚੈਲੰਜ ਕਰੂੰਗਾ, ਮੈਂ ਸਿਸਟਮ ਨੂੰ ਚੈਲੰਜ ਕਰਾਂਗਾ। ਉਹ ਭਲਿਓ ਲੋਕੋ, ਇੱਕ ਵਾਰੀ ਬਿਆਨ ਦੇਖਿਓ, ਸਰਕਾਰਾਂ ਦੇ ਖਿਲਾਫ ਕਿੰਨੇ ਨੇ, ਗੁਰੂ ਗ੍ਰੰਥ ਸਾਹਿਬ ਦੇ ਖਿਲਾਫ ਕਿੰਨੇ ਨੇ, ਹਰਿਮੰਦਰ ਸਾਹਿਬ ਦੇ ਖਿਲਾਫ ਕਿੰਨੇ ਨੇ, ਸਾਡੇ ਸਰਮੋਰ ਇਤਿਹਾਸ ਦੇ ਖਿਲਾਫ ਕਿੰਨੇ ਨੇ। ਇਹ ਸੋਚ ਕੇ ਦੇਖਿਓ, ਤੁਹਾਨੂੰ ਉੱਥੇ ਲਿਆ ਕੇ ਖੜ੍ਹਾ ਕਰ ਦਿੱਤਾ ਜਿੱਥੇ ਤੁਹਾਡਾ ਬੱਚਾ ਤੁਹਾਨੂੰ ਇਹ ਪੁੱਛੂਗਾ ਕਿ ਡੈਡ ਜਿਹੜੀ ਸਿੱਖਾਂ ਦੀ ਕੌਮ ਆ ਜਾਂ ਮਾਤਾ ਜਿਹੜੀ ਸਿੱਖਾਂ ਦੀ ਕੌਮ ਸੱਚੀ ਬੇਵਕੂਫਾਂ ਦੀ ਕੌਮ ਆ। ਨਾ ਇਹਨਾਂ ਨੂੰ ਇਹਨਾਂ ਦੇ ਅੰਮ੍ਰਿਤ ਦਾ ਹਜੇ ਤੱਕ ਪਤਾ ਲੱਗਾ, ਨਾ ਅੰਮ੍ਰਿਤ ਦੀਆਂ ਬਾਣੀਆਂ ਦਾ ਪਤਾ ਲੱਗਾ, ਨਾ ਉਹਦੇ ਗ੍ਰੰਥਾਂ ਦਾ ਪਤਾ ਲੱਗਾ, ਨਾ ਇਤਿਹਾਸ ਦਾ ਪਤਾ ਲੱਗਾ। ਕੀ ਜਵਾਬ ਦੇਂਗਾ ਭਲਿਆ? ਖੜ੍ਹ ਤੇ ਗਿਆ ਜਾ ਕੇ ਢੰਡਰੀਆਂ ਵਾਲੇ ਦੇ ਮਗਰ। ਪਰ ਕੀ ਇੱਥੇ ਖੜਨਾ ਸੀ? ਕਿ ਇੱਥੇ ਆਪਾਂ ਖੜ੍ਹੇ ਸੀ? ਕਿ ਇਹ ਸੀ ਤੁਹਾਡਾ ਰੋਸਾ? ਜਾਂ ਤੁਹਾਡਾ ਰੋਸਾ ਇਹ ਸੀ ਵੀ ਕੋਈ ਸਾਨੂੰ ਐਸਾ ਆਗੂ ਮਿਲੇ ਜੋ ਸਰਕਾਰ ਦੀਆਂ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਗੱਲ ਕਰ ਸਕੇ? ਤੁਹਾਡੇ ਰੋਸ ਨੂੰ, ਤੁਹਾਡੇ
ਘੁਮਾ ਕੇ ਤੁਹਾਡੇ ਦੂਜੇ ਬੰਨੇ ਖੜਾ ਕਰ ਦਿੱਤਾ। ਜੋ ਰੋਸ ਸੀ ਤੁਹਾਡਾ ਕਿ ਅਸੀਂ ਸੰਘਰਸ਼ ਨੂੰ ਅੱਗੇ ਕਿਉਂ ਨਹੀਂ ਤੋਰ ਪਾ ਰਹੇ, ਉਸ ਸੰਘਰਸ਼ ਦੇ ਵਿਰੋਧੀ ਕਰਕੇ ਤੁਹਾਨੂੰ ਖੜਾ ਕਰ ਦਿੱਤਾ। ਇਹਨੂੰ ਕਹਿੰਦੇ ਆ ਆਜ਼ਾਦ ਜਿਹੜੀਆਂ ਕੌਮਾਂ ਨੇ ਉਹ ਕਿਵੇਂ ਦੂਜਿਆਂ ਨੂੰ ਨੱਪਦੀਆਂ ਨੇ। ਮਾਈਂਡ ਵਾਸ਼ ਕਰਨਾ ਇਹਨੂੰ ਕਹਿੰਦੇ ਨੇ, ਇਹਨੂੰ ਕਹਿੰਦੇ ਨੇ। ਇੱਕ ਵਾਰੀ ਸ਼ੀਸ਼ੇ ਦੇ ਮੂਹਰੇ ਖੜੇ ਹੋ ਕੇ ਸੋਚ ਲਓ ਵੀ ਤੁਸੀਂ ਕੀ ਕਰਨ ਤੁਰੇ ਸੀ, ਤੁਹਾਨੂੰ ਕਿੱਥੇ ਲਿਆ ਕੇ ਖੜਾ ਕਰ ਦਿੱਤਾ। ਉਸ ਤੋਂ ਬਾਅਦ ਅਖੀਰ ਦੇ ਵਿੱਚ ਜਿਹੜੀ ਮੈਂ ਇੱਕ ਬੇਨਤੀ ਕਰਕੇ ਫਿਰ ਆਪਾਂ ਕਾਲਾਂ ਵਾਲਾ ਜਿਹੜਾ ਹੈਗਾ ਉਹ ਆਪਾਂ ਸ਼ੁਰੂ ਕਰ ਦਾਂਗੇ ਪ੍ਰੋਗਰਾਮ, ਕਿ ਇਹ ਗੱਲ ਕਹਿ ਦੇਣੀ ਕਿ ਮੈਂ ਗੁਰੂ ਗ੍ਰੰਥ ਸਾਹਿਬ ਦੀ ਨੂੰ ਜ਼ਰੀਆ ਮੰਨਦਾ ਫਿਰ ਮੁੱਕਰ ਜਾਣਾ। ਤੁਹਾਨੂੰ ਸਾਰੇ ਦਿਲਾਂ 'ਤੇ ਹੱਥ ਰੱਖ ਕੇ ਇਹ ਮੁੱਕਰ ਜਾਵੇ, ਪਾਪੀ 20 ਵਾਰੀ ਮੁੱਕਰ ਜਾਵੇ। ਤੁਸੀਂ ਦੀਵਾਨਾਂ 'ਚ ਸੁਣ ਕੇ ਆਏ ਹੋ, ਤੁਸੀਂ ਕਿਉਂ ਮੁੱਕਰ ਰਹੇ ਹੋ? ਕਿਉਂ ਨਹੀਂ ਸਵਾਲ ਕਰਦੇ ਕਿ ਭਾਈ ਰਣਜੀਤ ਸਿੰਘ ਤੂੰ ਕਿਹਾ ਸੀ ਜਦੋਂ ਹਰਿਮੰਦਰ ਸਾਹਿਬ ਦੇ ਬਾਬਤ ਬੋਲਿਆ ਸੀ, ਕਿਉਂ ਨਾ ਤੁਸੀਂ ਉੱਠ ਕੇ ਖੜੇ ਹੁੰਦੇ ਕਿ ਹਾਂ ਵੀ ਯਾਰ ਤੂੰ ਕਿਹਾ ਸੀ? ਜਦੋਂ ਇਹ ਇਤਿਹਾਸ ਦੀ ਕੋਈ ਗੱਲ ਸੁਣਾਉਂਦਾ, ਕਿਉਂ ਨਹੀਂ ਉੱਠ ਕੇ ਪੁੱਛਦੇ ਕਿ ਭਾਈ ਜੇ ਇਹ ਗ੍ਰੰਥ ਮਾੜੇ ਨੇ ਤੂੰ ਕਿਉਂ ਸੁਣਾ ਰਿਹਾ? ਕਿਉਂ ਨਹੀਂ ਇੱਕ ਗੱਲ ਪੁੱਛਦੇ ਕਿ ਭਾਈ ਸਾਹਿਬ ਜੀ ਤੁਸੀਂ ਪੰਥ ਨੂੰ ਦੇਣਾ ਕੀ ਚਾਹੁੰਦੇ ਹੋ, ਨਵੀਂ ਯੂਥ ਨੂੰ ਸੋਚ ਕਿਹੜੀ ਦੇਣੀ ਚਾਹੁੰਦੇ ਹੋ? ਕਦੋਂ ਪੁੱਛੋਗੇ? ਸਭ ਕੁਝ ਲੁਟਾ ਦੇਣਾ। ਸੋ ਇਹਦੇ ਵਿਸ਼ੇ ਦੇ ਉੱਤੇ ਅੱਜ ਆਪਣਾ ਸਾਰਾ ਪ੍ਰੋਗਰਾਮ ਚੱਲੇਗਾ। ਮੇਰੀ ਇਹ ਹੱਥ ਜੋੜ ਕੇ ਤੁਹਾਨੂੰ ਬੇਨਤੀ ਹੈ ਕਿ ਫੋਨ ਕਾਲਸ ਜ਼ਰੂਰ ਕਰਿਓ, ਖਾਸ ਕਰ ਜਿਹੜੇ ਰਣਜੀਤ ਸਿੰਘ ਹੁਣਾਂ ਨੂੰ ਮੰਨਣ ਵਾਲੇ ਨੇ ਉਹ ਫੋਨ ਜ਼ਰੂਰ ਕਰਿਓ। ਸੋ ਆਪਾਂ ਜ਼ਰੂਰ ਵਿਚਾਰਨ ਦੀ ਕੋਸ਼ਿਸ਼ ਕਰਾਂਗੇ ਸਾਰੇ, ਅਤੇ ਤਾਂ ਜੋ ਸਾਨੂੰ ਵੀ ਸਮਝ ਪੈ ਸਕੇ। ਬਾਕੀ ਇੱਕ ਗੱਲ ਜ਼ਰੂਰ, ਸਰਸੇ ਵਾਲੇ ਦੇ ਚੇਲਿਆਂ ਦੇ ਵੀ ਮਾਈਂਡ ਵਾਸ਼ ਹੋਏ ਹੋਏ ਨੇ, ਉਹ ਜੇਲ੍ਹ ਨੂੰ ਹੀ ਮੱਥਾ ਟੇਕੀ ਜਾਂਦੇ ਨੇ। ਨੂਰ ਮਹਿਲੀਆਂ ਦੇ ਵਿੱਚ ਜਿਹੜੇ ਨੇ ਉਹ ਵੀ ਜਿਹੜੇ ਮਾਈਂਡ ਵਾਸ਼ ਹੋਏ ਹੋਏ ਨੇ, ਉਹ ਇੱਕ ਸੜੀ ਗਲੀ ਲਾਸ਼ ਨੂੰ ਮੱਥੇ ਟੇਕੀ ਜਾਣ ਰਹੇ ਨੇ। ਭਲਿਓ ਕਿਤੇ ਤੁਹਾਨੂੰ ਉੱਥੇ ਤਾਂ ਨਹੀਂ ਲਿਆ ਕੇ ਖੜਾ ਕਰ ਦਿੱਤਾ। ਭੇਡਾਂ ਨਾ ਬਣੀਏ, ਕਿਸੇ ਦੇ ਵੀ ਅੰਨੇ ਭਗਤ ਨਾ ਬਣੀਏ। ਅਗਰ ਬਣਨਾ ਤੇ ਕੇਵਲ ਸਾਡਾ ਜਿਹੜਾ ਇਸ਼ਟ ਆ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ, ਉਹਦੇ ਲਈ ਸ਼ਰਧਾ ਪੈਦਾ ਕਰੀਏ। ਹਰਿਮੰਦਰ ਸਾਹਿਬ ਦੇ ਨੂੰ ਮਾੜਾ ਬੋਲ ਕੇ ਜਿਸ ਤਰੀਕੇ ਨਾਲ ਬੋਲਿਆ ਜਾ ਰਿਹਾ, ਉਹ ਸਿੱਖਾ ਦੇਖ ਲੈ, ਤੁਹਾਡੇ ਜਿਹੜੀਆਂ ਮਾਵਾਂ ਨੇ, ਤੁਹਾਡਾ ਜਿਹੜਾ ਪਿਛੋਕੜ ਹੈ ਉਹ ਇੱਦਾਂ ਦਾ ਰਿਹਾ ਬਈ ਤੁਸੀਂ ਸਿਰ ਤਾਂ ਦੇ ਦਿੱਤੇ ਪਰ ਤੁਸੀਂ ਬਰਦਾਸ਼ਤ ਨਹੀਂ ਕੀਤਾ। ਹਰਿਮੰਦਰ ਸਾਹਿਬ ਦੇ ਉੱਤੇ ਦੁਨੀਆ ਦੀ ਸਭ ਤੋਂ ਵੱਡੀਆਂ ਪਾਵਰਾਂ ਚੜ੍ਹ ਕੇ ਆਈਆਂ, ਤੁਸੀਂ ਪਾੜ ਕੇ ਗੋਬੇ ਦੇ ਨਿਕਲ ਗਏ। ਔਰ ਅੱਜ ਇਹ 2.5 ਫੁੱਟ ਆ ਯਾਰ, ਉਹ ਤੁਹਾਨੂੰ ਸਟੇਜ 'ਤੇ ਬਹਿ ਜਾਂਦਾ, ਬਹਿ ਕੇ ਤਾਂ ਤੁਹਾਨੂੰ ਲੈਕਚਰ ਕਰ ਦਿੰਦਾ, ਆਮ ਇਮਾਰਤ ਆ। ਉਹ ਤੁਹਾਡੇ ਸਿਰਾਂ ਦੇ ਵਿੱਚ ਇੰਨਾ ਦਮ ਹੀ ਨਹੀਂ ਬਚਿਆ ਕਿ ਤੁਸੀਂ ਤਾਂ ਨੂੰ ਮੂੰਹ ਚੱਕ ਕੇ ਕਹਿ ਦਿਓ ਤੂੰ ਹੁੰਨਾ ਕੌਣ ਆ ਵੀ ਕਹਿਣ ਵਾਲਾ। ਜੇ ਬਾਦਲ ਦਾ ਵਿਰੋਧ ਕਰਨਾ ਤਾਂ ਉਹਨੂੰ ਘਰੇ ਇਹਨੂੰ ਜੂਸ ਪਿਲਾਉਣ ਡਿਆ, ਉਹਦੀ ਤੂੰ ਖਿਦਮਤ ਕਰਨ ਡਿਆ, ਅਤੇ ਉਹ ਤੂੰ ਕਿਉਂ ਕਰਦਾ? ਤੁਹਾਡਾ ਸਵਾਲ ਕਰਨਾ ਹੱਕ ਨਹੀਂ ਬਣਦਾ, ਤੁਹਾਡਾ ਦਿਲ ਨਹੀਂ ਕਰਦਾ ਅਸੀਂ ਸਵਾਲ ਕਰੀਏ। ਜਦੋਂ ਇਹ ਬੰਦਾ ਕਹਿੰਦਾ ਮੈਂ ਗੁਰਬਾਣੀ ਦੇ ਅਰਥਾਂ ਦੇ ਉੱਤੇ ਲਾਲ ਲਕੀਰ ਫੇਰਦਾ, ਉਦੋਂ ਕਿਉਂ ਨਹੀਂ ਇਹਨੂੰ ਪੁੱਛਦੇ ਤੂੰ ਗੁਰਬਾਣੀ ਦੇ ਅਰਥ ਕਿੱਥੇ ਕੀਤੇ ਨੇ ਬਈ? ਤੂੰ ਬਾਕੀਆਂ ਦੇ ਲਕੀਰ ਮਾਰਨ ਤੁਰ ਪਿਆ। ਇਹ ਅਰਥ ਬਾਦਲ ਨੇ ਕੀਤੇ ਸੀ? ਫਰੀਦਕੋਟ ਜਾਂ ਟੀਕਾ ਜਿਹੜਾ ਸੀ ਉਹ ਬਾਦਲ ਨੇ ਕੀਤਾ ਹੋਇਆ? ਜਿਹੜਾ ਤੂੰ ਕਹਿਣ ਡਿਆ ਬਾਦਲ ਦਾ ਨਾਂ ਲੈ ਕੇ ਤੂੰ ਨਿਸ਼ਾਨੇ ਕਿੱਥੇ ਲਾ ਰਿਹਾ? ਕਿਉਂ ਨਹੀਂ ਪੁੱਛਦੀ? ਕਿਉਂ ਤੁਹਾਡੇ ਸਿਰਾਂ ਦੇ ਵਿੱਚ ਉਹ ਜਿਹੜੀ ਸੀ ਤਾਕਤ ਹੀ ਨਹੀਂ ਬਚੀ ਚੱਕ ਹੋਣ ਦੀ? ਮੈਨੂੰ ਲੱਗਦਾ ਤੁਹਾਡੀ ਜਿਹੜੀ ਦਸਤਾਰ ਹੀ ਬਦਲੀ ਢੰਡਰਿਆਂ ਵਾਲੇ ਤਾਂ ਕਰਾਤੀ, ਉਹ ਇੰਨੀ ਹਲਕੀ ਜਿਹੀ ਬੰਨ੍ਹ ਲੈਂਦੇ ਹੋ, ਮੈਨੂੰ ਲੱਗਦਾ ਸਿਰ ਚੱਕਣ ਲੱਗਾ ਡਰ ਹੈ ਕਿ ਕਿਤੇ ਪਿੱਛੇ ਨੂੰ ਨਾ ਜਾ ਡਿੱਗੇ। ਕਿਸੇ ਦਿਨ ਇੱਦਾਂ ਕਰਿਓ, ਜੇ ਤੁਹਾਨੂੰ ਮੇਰੀਆਂ ਗੱਲਾਂ ਲੱਗ ਰਹੀਆਂ ਨਾ ਵੀ ਮਲਕੀਤ ਸਿੰਘ ਕੋਈ ਕੁਫਰ ਤੋੜ ਰਿਹਾ, ਇੱਕ ਦਿਨ ਕਿਤੇ ਸੋਹਣਾ ਦਮਾਲਾ ਸਜਾ ਕੇ ਤੇ ਪ੍ਰੋਗਰਾਮ ਦੇ ਵਿੱਚ ਬਹਿ ਜਿਓ, ਮੂਹਰੇ 5 ਸਿੰਘ ਬਹਿ ਜਿਓ ਜਾ ਕੇ ਇਹਨੂੰ ਮੰਨਣ ਵਾਲੇ। ਲਓ ਫਿਰ ਰਣਜੀਤ ਸਿੰਘ ਨੂੰ ਕਹੋ ਵੀ ਅੱਜ ਕੌਮ ਨੂੰ ਚੈਲੰਜ ਕਰਕੇ ਦਿਖਾ। ਇਹ ਰੋਹ ਵਿਆਹ ਤੁਹਾਡਾ। ਪਰ ਦੁੱਖ ਦੀ ਗੱਲ ਇਹ ਹੈ ਵੀ ਤੁਸੀਂ ਸਭ ਕੁਝ ਛੱਡਣ 'ਤੇ ਤੁਰ ਪਏ। ਵਾਹਿਗੁਰੂ ਸੱਚੇ ਪਾਤਸ਼ਾਹ ਮਨ ਸਮੱਤਿਆ ਬਖਸ਼ੇ ਤੁਹਾਨੂੰ। ਮੇਰਾ ਰੋਸ ਜਿੰਨਾ ਅੱਜ ਢੰਡਰੀਆਂ ਵਾਲੇ ਦੇ ਲਈ ਹੈ ਨਾ, ਸੱਚ ਕਰਕੇ ਜਾਣਿਓ ਉਹਨੂੰ। ਆ ਜਿਹੜੇ ਉਹਦੀਆਂ ਅੱਜ ਸਾਡੇ ਬੱਚੇ ਹੈ ਨਾ ਜਿਹੜੇ ਉਹਨੂੰ ਸਿਰਾਂ 'ਤੇ ਚੱਕ ਕੇ ਬੈਠੇ ਨੇ, ਤੁਹਾਡੇ ਨਾਲ ਮੇਰਾ ਅਸਲ ਰੋਸ ਆ। ਤੁਸੀਂ ਹਰ ਕੁਝ ਨੂੰ ਭੰਡਾ ਲਿਆ। ਤੁਰੇ ਕਿੱਥੋਂ ਸੀ ਕਿ ਅਸੀਂ ਪੰਥ ਦਾ ਕੁਝ ਸਵਾਰਾਂਗੇ, ਸਾਨੂੰ ਇੱਕ ਲੀਡਰ ਮਿਲਣ ਲੱਗਾ, ਉਹ ਲੀਡਰ ਸਾਡੀ ਗੱਲ ਕਰੂਗਾ, ਆਹ ਚੀਜ਼ ਲੈ ਕੇ ਤੁਰੇ ਸੀ। ਅਤੇ ਡਿੱਗਦੇ ਅੱਜ ਤੁਹਾਨੂੰ ਨੇਕੀ ਵੀ ਸੱਚਾ ਲੱਗਣ ਲਾਤਾ ਅਗਲਿਆਂ ਨੇ। ਸੋ ਵਾਹਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ। ਜੇ ਮੈਂ ਕੋਈ ਗੱਲ ਵੱਧ ਘੱਟ ਕਰ ਗਿਆ ਹੋਵਾਂ ਤਾਂ ਸੰਗਤ ਦੇ ਕੋਲੋਂ ਮਾਫੀ ਹੈ ਜੀ। ਜੋ ਆਪਾਂ ਅੱਜ ਫੋਨ ਕਾਲਸ ਲੈਣੀਆਂ ਸ਼ੁਰੂ ਕਰਦੇ। ਮੇਰੀ ਟੀਮ ਵੱਲੋਂ ਮੈਨੂੰ ਇਹ ਹੁਕਮ ਸੀ ਕਿ ਅੱਜ ਜਿਹੜਾ ਹੈ ਉਹ ਵਿਸ਼ਾ ਬੜਾ ਪਿਆਰ ਦੇ ਨਾਲ ਰੱਖਣਾ, ਪਰ ਅਗਰ ਕੋਈ ਗੱਲ ਕਰ ਗਿਆ ਹੋਵਾਂ ਤਾਂ ਖਿਮਾ ਦਾ ਜਾਚਕ ਹਾਂ ਜੀ। ਪਰ ਇਹ ਮੇਰੀ ਬੇਨਤੀ ਹੈ ਕਿ ਸਾਰੇ ਵੀਰ ਅੱਜ ਕਾਲ ਦੇ ਉੱਤੇ ਜ਼ਰੂਰ ਆਇਓ, ਤਾਂ ਜੋ ਆਪਾਂ ਜਿਹੜਾ ਉਹ ਸਮਝਣ ਦੀ ਕੋਸ਼ਿਸ਼ ਕਰੀਏ ਵੀ ਕਰੋਨਾ ਵਾਇਰਸ ਦੇ ਵਿੱਚ ਸਾਨੂੰ ਇਕੱਠੇ ਹੋ ਕੇ ਚੱਲਣਾ ਚਾਹੀਦਾ ਸੀ, ਜਾਂ ਇਸ ਮੌਕੇ ਨੂੰ ਬਣਾ ਕੇ। ਅਤੇ ਇੱਕ ਸਾਨੂੰ ਇਹ ਚੀਜ਼ ਸੋਚਣੀ ਚਾਹੀਦੀ ਸੀ ਕਿ ਅੱਜ ਭੰਡ ਲਓ ਦਰਬਾਰ ਸਾਹਿਬ ਨੂੰ, ਭੰਡ ਲਓ ਅੱਜ ਬਾਣੀ ਨੂੰ, ਅਤੇ ਇਹ ਗੱਲ ਕਹਿਣੀ ਸ਼ੁਰੂ ਕਰ ਦਿਓ। ਇੱਕ ਦੁੱਕੀ ਦਾ ਬੰਦਾ ਕੀ ਭਾਗ ਸਿੰਘ ਇਹ ਗੱਲ ਕਹਿ ਰਿਹਾ ਕਿ ਪਰਚੇ ਦਰਜ ਹੋਣੇ ਚਾਹੀਦੇ ਨੇ, ਜਿਹੜਾ ਕਹਿੰਦਾ ਬਾਣੀ ਨਾਲ ਦੁੱਖ ਦੂਰ ਹੁੰਦੇ ਨੇ। ਉਹਦੀ ਜਾ ਕੇ ਪੋਸਟਾਂ ਚੈੱਕ ਕਰ ਲਿਓ।
ਸੋ ਇੱਥੇ ਲਿਆ ਕੇ ਤੁਹਾਨੂੰ ਖੜੇ ਕੀਤਾ ਨੇ। ਸੋ ਮੇਰੀ ਬੇਨਤੀ ਹੈ ਜ਼ਰੂਰ ਕਾਲਸ ਕਰੋ। ਇੱਕ ਕਾਲ ਆਪਾਂ ਨੂੰ ਆ ਰਹੀ ਹੈ ਜੀ, ਆਪਾਂ ਦੇਖਦੇ ਹਾਂ ਜੀ। ਜੀ ਆਪਾਂ ਇੱਕ ਕਾਲ ਆ ਰਹੀ ਹੈ ਜੀ, ਆਪਾਂ ਲੈਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹੈਲੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਮੈਂ ਜੀ ਔਨ ਦੀ ਏਅਰ। ਜੀ ਜੀ, ਹਾਂਜੀ ਹਾਂਜੀ ਵੀਰ ਜੀ, ਹਾਂਜੀ। ਹਾਂਜੀ, ਮੈਂ ਕਸ਼ਮੀਰ ਸਿੰਘ ਬੋਲ ਰਿਹਾ ਜੀ। ਹੋਰ ਸਭ ਚੜ੍ਹਦੀ ਕਲਾ ਜੀ? ਸਭ ਚੜ੍ਹਦੀ ਕਲਾ ਭਾਈ ਸਾਹਿਬ ਜੀ। ਹਾਂਜੀ, ਹੋਰ ਕਿੱਦਾਂ ਜੀ? ਹਾਂਜੀ, ਬਸ ਠੀਕ ਹੈ ਜੀ। ਜੀ ਭਾਈ ਸਾਹਿਬ ਜੀ, ਹਾਂਜੀ। ਆਪਾਂ ਮੈਂ ਹਾਂਜੀ ਮਾਫ਼ੀ ਚਾਹੁੰਦਾ ਜੀ ਪਹਿਲੇ ਨੰਬਰ ਦੇ ਉੱਤੇ, ਤੇ ਮੈਂ ਅੱਜ ਸ਼ਾਇਦ ਪ੍ਰਕਰਨ ਤੋਂ ਬਾਹਰ ਵੀ ਚਲਾ ਗਿਆ ਹੋਵਾਂਗਾ ਵਿੱਚ, ਪਰ ਮੈਂ ਅੱਜ 2-4 ਪੋਸਟਾਂ ਇੱਦਾਂ ਦੀਆਂ ਦੇਖੀਆਂ ਸੀ। ਆਪ ਜੀ ਪ੍ਰਕਰਨ ਤੋਂ ਬਾਹਰ ਨਹੀਂ ਹੋ ਜੀ, ਕਿਉਂਕਿ ਜਿਹੜੀ ਆਪ ਜੀ ਨੇ ਗੱਲ ਕਹੀ ਹੈ ਨਾ ਕਿ ਇਹ ਪੋਸਟਾਂ ਦੇਖ ਕੇ ਜਿਹੜਾ ਦਰਬਾਰ ਸਾਹਿਬ ਬਾਰੇ ਇਹਨਾਂ ਦੇ ਆਹ ਜਿੰਨੀਆਂ ਕਿ ਭੇਡਾਂ ਇਹਦੀਆਂ ਹੈਗੀਆਂ ਜੀ, ਸਤਨਾਮ ਮੋਟਰੀਅਲ ਤੇ ਕੋਈ ਯਾਦਵਿੰਦਰ ਜਾਂ ਤੇ ਹੋਰ ਆਹ ਜਿਹੜਾ ਇੱਕ ਭਾਗ ਸਿੰਘ ਆ, ਤੇ ਇਹ ਜਿਹੜੀਆਂ ਭੇਡਾਂ ਨਾ ਇਹਦੀਆਂ ਇਹ ਪੋਸਟਾਂ ਸ਼ੇਅਰ ਕਰ ਰਹੀਆਂ ਕਿ ਆਹ ਇਹਨਾਂ ਦਾ ਰੁਜ਼ਗਾਰ ਬੰਦ ਹੋ ਗਿਆ, ਖਨੀ ਕੁਛ ਏਦਾਂ ਕਰਕੇ ਕੁਛ ਵਪਾਰ ਕਹਿੰਦਾ ਵਪਾਰ ਨੂੰ ਘਾਟਾ ਪੈ ਗਿਆ ਵੀ ਅੱਜ ਵਪਾਰਕ ਅਦਾਰੇ ਬੰਦ ਰਹਿ ਗਏ ਤੇ ਥੱਲੇ ਫੋਟੋ ਦਰਬਾਰ ਸਾਹਿਬ ਦੀ ਪਾਈ ਜੀ। ਤੇ ਦੇਖੋ ਉੱਥੇ ਦਰਬਾਰ ਸਾਹਿਬ ਤੋਂ ਮਤਲਬ ਇੱਕ ਟ੍ਰੈਜਡੀ ਹੋਈ ਆ। ਵੈਸੇ ਤਾਂ ਕੌਮ ਦਾ ਧਿਆਨ ਤਾਂ ਇੱਧਰ ਚਾਹੀਦਾ ਸੀ ਜਿਹੜਾ ਅਫਗਾਨਿਸਤਾਨ ਵਿੱਚ ਇਹ ਕੰਮ ਹੋਇਆ। ਜੀ ਜੀ, ਬਿਲਕੁਲ ਜੀ। ਦੇਖੋ ਇਹ ਮਤਲਬ ਪਤਾ ਨਹੀਂ ਇੱਕ ਸਾਰੀ ਦੁਨੀਆ ਨੂੰ ਤਾਂ ਸਾਰੀ ਦੁਨੀਆ ਚ ਐਕਚੁਅਲੀ ਫਾਈਨਾਂਸ ਜਿਹੜਾ ਜਗਤ ਆ, ਤੇ ਦੂਸਰਾ ਉੱਦਾਂ ਲੋਕਾਂ ਦੇ ਵਿੱਚ ਹਾਹਾਕਾਰ ਮਚਿਆ ਵੀ ਕੋਰੋਨਾ ਵਾਇਰਸ ਦੇ ਨਾਲ ਲੋਕੀ ਮਤਲਬ ਘਰਾਂ ਚ ਤੜੇ ਹੋਏ ਨੇ। ਬਹੁਤ ਬੁਰੀ ਹਾਲਤ ਹੋਈ ਹੈ ਦੇਸ਼ਾਂ ਦੀ ਸਾਰਿਆਂ ਦੀ, ਹਨਾ ਜੀ। ਤੇ ਜਿਹੜਾ ਮਤਲਬ ਇਹ ਲੋਕ ਬੰਦੇ ਮਾਰਨ ਤੇ ਲੱਗੇ ਨੇ, ਮਹਾਰਾਜ ਜਾਣਨ ਵੀ ਪਿੱਛੇ ਤੇ ਕਿਹੜੀ ਪੋਲੀਟੀਕਲ ਸਾਜ਼ਿਸ਼ ਹੈ ਜਿਹੜੇ ਅਫਗਾਨਿਸਤਾਨ 'ਚ ਕੰਮ ਕੀਤਾ ਗਿਆ ਹੈਗਾ ਇਹ। ਹਾਂਜੀ ਜੀ ਜੀ, ਬਿਲਕੁਲ ਬਿਲਕੁਲ ਜੀ। ਤੇ ਦੂਜੇ ਪਾਸੇ ਦੇਖੋ ਜਿਹੜੀਆਂ ਇਹਨਾਂ ਦੀਆਂ ਭੇਡਾਂ ਖਾਸ ਕਰਕੇ ਕਾਮਰੇਡ ਲੋਕ ਨੇ, ਇਹ ਵੀ ਬੰਦਾ ਕਾਮਰੇਡ ਹੀ ਹੈ ਢੱਡਰੀ ਵਾਲਾ ਵੀ। ਹਾਂਜੀ, ਕਿਸੇ ਟਾਈਮ ਤੇ ਚਲੋ ਇਹ ਕਹਿੰਦਾ ਮੈਂ ਗੁਰਮਤ ਦਾ ਪ੍ਰਚਾਰ ਕਰਦਾ 17 ਸਾਲ ਕਰਦਾ ਰਿਹਾ ਮੈਂ, ਉਸ ਤੋਂ ਬਾਅਦ ਹੁਣ ਮੈਨੂੰ ਅਕਲ ਆਈ ਹੈ ਜਾਂ ਮੈਨੂੰ ਹੁਣ ਪਤਾ ਲੱਗਾ ਸਹੀ ਕੀ ਹੈ ਸੱਚ ਕੀ ਹੈ ਨਾ ਜੀ। ਹੁਣ ਦੇਖੋ ਚੀਨ ਜਿਹੜੀ ਇੱਕ ਚੀਨ ਕੰਟਰੀ ਹੈ, ਇੱਕ ਕਮਿਊਨਿਸਟ ਕੰਟਰੀ ਹੈ ਜੀ। ਰੱਬ ਦੀ ਹੋਂਦ ਤੋਂ ਮੁਨਕਰ ਨੇ ਉਹ ਬੰਦੇ ਜੀ। ਦੁਨੀਆ ਜਹਾਨ ਦਾ ਗੰਦ ਉਹ ਮਲ ਮੂਤਰ ਖਾਂਦੇ ਨੇ। ਜਿਹੜਾ ਹੁਣ ਨਵਾਂ ਇੱਕ ਵਾਇਰਸ ਆਇਆ ਹੁੰਟਾ ਕੁਛ ਕਰਕੇ ਜਿਹੜਾ ਹਨਾ ਜੀ ਜੀ, ਜਿਹੜਾ ਚੂਹਾ ਆ, ਛੋਟੇ ਛੋਟੇ ਚੂਹੇ ਆ, ਉਹਨਾਂ ਦੇ ਮਲ ਮੂਤਰ ਤੋਂ ਬਣਦਾ ਹੈ ਜੀ। ਤੇ ਹੁਣ ਜਦ ਏਦਾਂ ਦੀ ਚੀਜ਼ਾਂ ਤੁਸੀਂ ਖਾਣੀਆਂ, ਗੰਦ ਖਾਣਾ ਆ, ਤੇ ਫਿਰ ਨਵੇਂ ਵਾਇਰਸ ਜਿਹੜੇ ਪੈਦਾ ਹੋਣੇ ਆ, ਤਾਂ ਉਹਦੇ ਨਾਲ ਆਪ ਵੀ ਮਰੇ ਤੇ ਲੋਕਾਂ ਨੂੰ ਵੀ ਹੁਣ ਮਾਰਿਆ। ਜੀ ਜੀ ਜੀ। ਹੁਣ ਪੰਗੇ ਤਾਂ ਖੁਦ ਲੈ ਕੇ ਕ੍ਰੀਏਟ ਕੀਤੀ ਆ ਪ੍ਰੋਬਲਮ, ਤੇ ਹੁਣ ਡੌੜੀ ਪਿੱਟਦੇ ਪਏ ਵੀ ਹੁਣ ਰੱਬ ਕਿੱਥੇ, ਅਰਦਾਸ ਸੁਣਦਾ। ਮੈਂ ਤਾਂ ਡਾਕਟਰ ਪਰ ਮੈਂ ਇੱਥੇ ਇੱਕ ਬੇਨਤੀ ਜ਼ਰੂਰ ਬਾਬਾ ਜੀ ਕਰਾਂਗਾ ਵੀ ਜਿਹੜੇ ਇਹ ਨਾਸਤਕ ਦੇਸ਼ ਨੇ, ਚਲੋ ਮੰਨਦਾ ਕਿ ਬੰਦਾ ਆਪਣੀ ਕੀਤੀ ਦਾ ਹੀ ਫਲ ਪਾਉਂਦਾ ਹੈ, ਇਹ ਵੀ ਇੱਕ ਬਿਲਕੁਲ ਸੱਚਾਈ ਆ, ਪਰ ਨਾਲ ਦੀ ਨਾਲ ਉਹ ਜਿਹੜੇ ਦੇਸ਼ ਨੇ ਜਿਹਨਾਂ ਨੂੰ ਆਪਾਂ ਨਾਸਤਕ ਗਿਣਦੇ ਆ, ਉਹ ਇਹ ਗੱਲ ਕਹਿ ਰਹੇ ਨੇ ਕਿ ਵੀ ਜੇ ਪ੍ਰਮਾਤਮਾ ਹੈ ਤਾਂ ਸਾਡੀ ਰੱਖਿਆ ਕਰਿਓ। ਆਕੜ ਕੇ ਨਹੀਂ ਕਹਿੰਦੇ, ਉਹ ਪਿਆਰ ਦੇ ਨਾਲ ਝੁੱਕ ਕੇ ਕਹਿ ਰਹੇ ਨੇ, ਕਿਉਂਕਿ ਦੁੱਖ ਏਡਾ ਭਾਰਾ ਆ। ਹਾਂਜੀ। ਸੋ ਇਹ ਤਾਂ ਬਿਲਕੁਲ ਬੇਵਕੂਫ ਇਨਸਾਨ ਨੇ ਜਿਹੜੇ ਮੈਨੂੰ ਸਮਝ ਨਹੀਂ ਆਉਂਦੀ ਵੀ ਸਿੱਖਾਂ ਨੂੰ ਇਹ ਚੈਲੰਜ ਕਰਨ ਦੀ ਜਿਹੜੀ ਇਹ ਚੈਲੰਜ ਜਿੱਦਾਂ ਹਰ ਵਾਰ ਕਰ ਰਹੇ ਨੇ ਕਿ ਦਰਬਾਰ ਸਾਹਿਬ ਅੱਜ ਇਸ਼ਨਾਨ ਕਿਉਂ ਨਹੀਂ ਕਰਾਉਂਦੇ। ਇਹਨਾਂ ਨੂੰ ਕੀ ਪਤਾ ਉੱਥੇ ਕਿੰਨੇ ਦੁਖੀ ਇਸ਼ਨਾਨ ਕਰਕੇ ਆਲਰੇਡੀ ਚਲੇ ਗਏ ਹੋਣੇ ਆ। ਦੇਖੋ ਇਹ ਬ੍ਰੇਨ ਵਾਸ਼ ਦੀ ਗੱਲ ਹੈ ਨਾ। ਜਿਹੜੇ ਜਿੰਨੇ ਵੀ ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ ਕਿ ਇਹ ਜਿਹੜੇ ਹੁਣ ਇਹਦੇ ਨਾਲ ਜੁੜ ਗਏ ਨਾ ਬੰਦੇ ਜੀ, ਇਹਦੇ ਵਿੱਚੋਂ ਕੋਈ ਆਸ਼ੂਤੋਸ਼ੀਆਂ ਦਾ, ਕੋਈ ਉਹਦਾ ਨੂਰ ਮਹਿਲ ਵਾਲੇ ਦਾ ਆ, ਤੇ ਕੋਈ ਉਹ ਸਿਰਸੇ ਵਾਲੇ ਦਾ, ਤੇ ਕੋਈ ਆ ਨੇਕੀ ਨੁਕੀ ਆ ਭੇਡਾਂ। ਇਹ ਸਾਰੀਆਂ ਇਕੱਠੀਆਂ ਹੋ ਕੇ ਇਹਨਾਂ ਨੇ ਦੇਖਿਆ ਵੀ ਹੁਣ ਢੱਡਰੀਆਂ ਵਾਲਾ ਜਿਹੜਾ ਹੈ ਨਾ ਪੰਥ ਦੇ ਵਿਰੋਧ ਵਿੱਚ ਬੋਲਦਾ, ਗ੍ਰੰਥਾਂ ਦੇ ਵਿਰੋਧ ਵਿੱਚ ਬੋਲਦਾ, ਇਹ ਸਾਰੀਆਂ ਭੇਡਾਂ ਨਾਲ ਖੜ ਗਈਆਂ ਕਿ ਇਹ ਸੱਚੀਆਂ ਇਹਦੀਆਂ ਵੀ ਨਹੀਂ ਗਿਆ ਇਹ। ਜੀ ਜੀ ਜੀ, ਬਿਲਕੁਲ ਜੀ ਬਿਲਕੁਲ। ਜਿਹੜੀ ਤੁਸੀਂ ਨੂਰ ਮਹਿਲ, ਮੈਂ ਤੁਹਾਨੂੰ ਹੋਣੀ ਇਹਨਾਂ ਵੀ ਏਦਾਂ ਹੀ ਤੁਹਾਨੂੰ ਮੈਂ ਦੱਸ ਦਿੰਦਾ, ਜਿਹੜਾ ਨੂਰ ਮਹਿਲ ਵਾਲਾ ਨਹੀਂ ਹੋਣਾ ਫ੍ਰੀਜ ਰੱਖਿਆ ਉਹਨਾਂ ਨੇ ਜੀ। ਹਾਂਜੀ ਜੀ। ਉਹ ਬੰਦੇ ਗਾਹਾਂ ਜਿਹੜੇ ਉਹਦੇ ਸ਼ਰਧਾਲੂ ਸੀਗੇ ਨਾ, ਉਹਦੇ ਗਾਹਾਂ ਜਿਹੜੇ ਉਹਨਾਂ ਨੇ ਖੁਦ ਮਾਰਿਆ ਸੀ। ਜੀ 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 ਜੀ। ਅੱਛਾ, ਮਾਰ ਕੇ ਉਸ ਤੋਂ ਬਾਅਦ ਚ ਫਿਰ ਇਹ ਕਹਿੰਦਾ ਵੀ ਚੱਲ ਵੀ ਬੋਡੀ ਜੇ ਪੋਸਟਮਾਰਟਮ ਲਈ ਗਈ ਤਾਂ ਉਹ ਫਿਰ ਉੱਥੇ ਰਫੜ ਪੈ ਜਾਣਾ, ਤੇ ਇਹਨਾਂ ਨੇ ਚੱਕਰ ਚਲਾਤਾ ਵੀ ਨਹੀਂ ਜੀ ਉਹ ਤਾਂ ਜੀ ਬਾਬਾ ਜੀ ਸਮਾਧੀ ਚ ਲੀਨ ਨੇ। ਜੀ ਜੀ ਜੀ। ਉਹ ਹੋਣੀ ਇਹਦੇ ਨਾਲ ਵੀ ਦੇਖੋ ਗਦਾਰ ਦੇ ਨਾਲ ਏਦਾਂ ਹੀ ਹੈ। ਜਿਹੜਾ ਗੁਰੂ ਮਹਾਰਾਜ ਵੱਲੋਂ ਉਂਗਲਾਂ ਚੱਕਦਾ, ਜਿਹੜਾ ਗੁਰ ਇਤਿਹਾਸ ਵੱਲੋਂ, ਗੁਰਸਥਾਨਾਂ ਨੂੰ
ਉਂਗਲਾਂ ਚੱਕਦਾ ਹੋਣਾ ਹਸ਼ਰ ਇਹਨਾਂ ਦਾ ਵੀ ਇਦਾਂ ਹੀ ਆ, ਦੇਖਿਓ ਤੁਸੀਂ। ਦੇਖੋ ਬਾਬਾ ਜੀ ਗੱਲ ਇਦਾਂ ਹੁੰਦੀ ਹੈਗੀ ਆ ਵੀ ਮੈਨੂੰ ਹੈ ਨਾ, ਮੈਂ ਬੜਾ ਸੋਚਣ ਦੀ ਕੋਸ਼ਿਸ਼ ਕਰ ਰਿਹਾ ਵੀ ਸਾਡੇ ਨਾਲ ਇਹ ਸਾਰਾ ਕੁਝ ਹੋ ਕਿਉਂ ਰਿਹਾ ਆ, ਹਨਾ। ਹਾਂਜੀ। ਤੇ ਗੱਲ ਇਹ ਸੀ ਵੀ ਕੌਮ ਦੇ ਵਿੱਚ ਕਿਤੇ ਨਾ ਕਿਤੇ ਇੱਕ ਰੋਸ ਸੀ ਜਿਹੜਾ ਵੀ ਇਹ ਹੁੰਦਾ ਆ ਵੀ ਸਾਡੇ 2-4 ਸੰਘਰਸ਼ ਸੀ ਜਿਹੜੇ ਲੜੇ ਨੇ, ਵੱਡੇ ਸੰਘਰਸ਼ਾਂ ਦੀ ਗੱਲ ਕਰ ਰਹੇ ਹਾਂ, ਛੋਟੇ ਤਾਂ ਬਹੁਤ ਨੇ, ਅਸੀਂ ਸਫਲਤਾ ਤੱਕ ਉੱਥੇ ਤੱਕ ਨਹੀਂ ਪਹੁੰਚ ਸਕੇ। ਨੋ ਡਾਊਟਲੀ ਸਾਡੀ ਲੀਡਰਸ਼ਿਪ ਵਿੱਚ ਕਮੀਆਂ ਰਹੀਆਂ ਨੇ। ਹਾਂਜੀ। ਤੇ ਇਹ ਵੀ ਆਪਾਂ ਗੱਲ ਸਾਰੇ ਜਾਣਦੇ ਆ, ਤੋਂ ਮੈਂ ਮੁਨਕਰ ਨਹੀਂ ਹੋਊਂਗਾ ਵੀ ਰੇਡੀਓ ਦੇ ਉੱਪਰ ਵੀ ਅਸੀਂ ਕੌਮ ਜਿਹੜੀ ਆ ਉਹ ਇੱਕ ਆਗੂ ਲੱਭ ਰਹੀ, ਐਸਾ ਆਗੂ ਜੋ ਬਾਬਾ ਜਰਨੈਲ ਸਿੰਘ ਖਾਲਸਾ ਪਿੰਡ ਵਾਲੇ ਮਹਾਂਪੁਰਸ਼ਾਂ ਵਾਂਗ ਜਿਹੜੀ ਕੌਮ ਦੀ ਸੇਵਾ ਕਰ ਸਕੇ। ਦੇਖੋ ਬਾਬਾ ਜੀ, ਮੈਂ ਇੱਕ ਬੇਨਤੀ ਕਰਾਂ, ਸੰਘਰਸ਼ ਫੇਲ ਉਦੋਂ ਹੁੰਦੇ ਆ ਜਦੋਂ ਟੌਟ ਬਿਰਤੀ ਗਦਾਰੀ ਬਿਰਤੀ ਵਿੱਚ ਵੜ ਜਾਵੇ। ਬਿਲਕੁਲ ਬਿਲਕੁਲ ਜੀ। ਆਪਣੀ ਚੌਧਰ ਮੋਹਰੇ ਰੱਖਣ ਦੀ ਵੀ ਮੈਨੂੰ ਕੁਝ ਮਿਲ ਜਾਵੇ। ਹੁਣ ਦੇਖੋ, ਮਹਾਰਾਜਾ ਰਣਜੀਤ ਸਿੰਘ ਨੂੰ ਰਾਜ ਭਾਗ ਬਖਸ਼ਣ ਵਾਲੇ ਸੀਗੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਅੰਸ਼-ਵੰਸ਼ ਬਾਬਾ ਸਾਹਿਬ ਸਿੰਘ ਜੀ ਬੇਦੀ ਜੀ, ਜਿਨ੍ਹਾਂ ਨੇ ਸਾਰੀਆਂ ਮਿਸਲਾਂ ਇਕੱਠੀਆਂ ਕਰਕੇ ਉਹਨਾਂ ਦੇ ਗਲਾਂ ਚੋਂ ਕੈਂਠੇ ਲਹਾ ਕੇ ਤਾਂ ਮਤਲਬ ਜਿਹੜਾ ਉਹਨਾਂ ਨੇ 12 ਮਿਸਲਾਂ ਨੂੰ ਕਰਕੇ ਤਾਂ ਰਣਜੀਤ ਸਿੰਘ ਦਾ ਰਾਜ ਥਾਪ ਦਿੱਤਾ। ਜੀ ਜੀ ਜੀ। ਹੁਣ ਵਿੱਚ ਉਹਨਾਂ ਨੇ ਸਰਕਾਰਾਂ ਨੇ ਚਾਲ ਚੱਲੀ, ਡੋਗਰੇ ਨਾਲ ਲਿਆ ਕੇ ਵਿੱਚ ਵਾੜੇ, ਤਾਂ ਉਹ ਫਿਰ ਹੌਲੀ ਹੌਲੀ ਹਰੀ ਸਿੰਘ ਨਲੂਏ ਵਰਗੇ ਸਰਦਾਰ ਜਿਹੜੇ ਆ ਰਾਮ ਮਹਾਰਾਜਾ ਰਣਜੀਤ ਸਿੰਘ ਤੋਂ ਦੂਰ ਕਰਨੇ ਸ਼ੁਰੂ ਕਰ ਦਿੱਤੇ। ਜੀ ਜੀ ਜੀ। ਰਾਜ ਭਾਗ ਤਾਂ ਮਿਲਿਆ ਸੀ, ਪਰ ਜਿਹੜੇ ਗਦਾਰ ਆ ਗਏ ਵਿੱਚ, ਜਦੋਂ ਬੰਦੇ ਨੂੰ ਕੋਈ ਸਲਾਹ ਦਿੰਦਾ ਨਾ ਚੰਗੀ, ਜੀ ਜੀ ਜੀ, ਤੂੰ ਭਾਈ ਦਾ ਕੰਮ ਨਾ ਕਰ, ਉਹਨੂੰ ਇਹ ਲੱਗਦਾ ਰਹਿੰਦਾ ਜਿਹੜੀ ਚਮਚਾ ਬਿਰਤੀ ਆ, ਜਿਹੜੇ ਚਮਚੇ ਆ ਹਮੇਸ਼ਾ ਕਹਿਣਗੇ ਬਾਬਾ ਜੀ ਬਸ ਧੰਨ ਧੰਨ ਹੈ, ਤੁਸੀਂ ਤਾਂ ਬਹੁਤ ਵਧੀਆ। ਜੀ 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 ਜੀ। ਕੋਈ ਜਿਹੜਾ ਸਿਆਣਾ ਕੋਈ ਗੁਰਮੁਖ ਹੋਊਗਾ ਜਿਹੜਾ ਤੁਹਾਡਾ ਭਲਾ ਚਾਹੁੰਦਾ ਆ, ਉਹ ਤੁਹਾਨੂੰ ਇਹ ਕਹੇਗਾ ਕਿ ਭਾਈ ਆਹ ਕੰਮ ਨਾ ਕਰੋ। ਮਹਾਰਾਜਾ ਰਣਜੀਤ ਸਿੰਘ ਨੂੰ ਵੀ ਇਸੇ ਤਰ੍ਹਾਂ ਹਰੀ ਸਿੰਘ ਨਲੂਏ ਤੇ ਦੂਸਰੇ ਆਪਣੇ ਬਾਬਾ ਸਾਹਿਬ ਸਿੰਘ ਜੀ ਬੇਦੀ ਬਣਾ ਦੇ ਹੋਰ ਗੁਰਮੁਖਾਂ ਨੇ ਕਿਹਾ ਵੀ ਇਹ ਕੰਮ ਨਾ ਕਰੋ, ਇਸ ਰਾਹ ਤੇ ਨਾ ਚੱਲ। ਹੁਣ ਜਦੋਂ ਰੋਕਾ ਟੋਕੀ ਸ਼ੁਰੂ ਹੋ ਗਈ ਤਾਂ ਉਹਨੂੰ ਲੱਗਾ ਵੀ ਸ਼ਾਇਦ ਇਹ ਮੇਰੇ ਤੋਂ ਮਤਲਬ, ਉਹਨੇ ਫਿਰ ਉਹਨਾਂ ਨੂੰ ਦੂਰ ਕਰਨਾ ਸ਼ੁਰੂ ਕਰ ਦਿੱਤਾ। ਜੀ, ਠੀਕ ਹੈ ਜੀ। ਜੀ, ਜਦੋਂ ਦੂਰ ਕਰਨੇ ਸ਼ੁਰੂ ਕਰ ਦਿੱਤੇ, ਜਦੋਂ ਫਿਰ ਉਹ ਜਿਹੜੇ ਮਤਲਬ ਆਪਣਾ ਜਾਣ ਕੇ ਸਾਰਾ ਕੁਝ ਸੇਵਾ ਕਰਦੇ ਰਹੇ ਨਾਲ, ਉਹਨਾਂ ਨੂੰ ਜਦੋਂ ਦੂਰ ਕਰ ਦਿੱਤਾ, ਉਸ ਤੋਂ ਬਾਅਦ ਫਿਰ ਗਦਾਰ ਨਾਲ ਰਲ ਕੇ ਤੇ ਫਿਰ ਕੰਮ ਖਰਾਬ ਹੋਇਆ। ਜਿਹੜੇ ਸੰਘਰਸ਼ ਵੀ ਹੋਏ ਆ ਉਹਦੇ ਵਿੱਚੋਂ ਤੁਸੀਂ ਦੇਖ ਲਵੋ, ਜੇ ਸੰਘਰਸ਼ ਹੋਇਆ ਤਾਂ ਆਪਣਿਆਂ ਦੇ ਵਿੱਚ ਗੱਦ ਜ਼ਿਆਦਾ ਪਾਇਆ। ਜੀ 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 ਜੀ, ਬਿਲਕੁਲ ਬਿਲਕੁਲ ਜੀ। ਚਲੋ ਉਹ ਇੱਕ ਜੀ ਨਹੀਂ, ਮੈਂ ਅੱਜ ਉਸੇ ਗੱਲ ਦੇ ਨਾਲ ਰਿਲੇਟਡ ਕਰਦਾ। ਅੱਜ ਦੀ ਤਰੀਕ ਵਿੱਚ ਹੁਣ ਸਿੱਖ ਕੌਮ ਜਿਹੜੀ ਆ, ਅੱਗੇ ਚਲੋ ਕਾਂਗਰਸੀ ਜਾਂ ਹੋਰ ਜਿਹੜੇ ਲੋਕੀ ਕਹਿੰਦੇ ਸੀ ਵੀ ਭੰਡਰਾਲਾ ਅੱਤਵਾਦੀ ਆ ਜੀ, ਅੱਜ ਦੀ ਤਰੀਕ ਵਿੱਚ ਤੁਸੀਂ ਇਹਨਾਂ ਲੋਕਾਂ ਦੀ ਬੇਗੈਰਤ ਲੋਕਾਂ ਦੀ ਕਰਤੂਤ ਦੇਖ ਲਓ। ਆ ਸਿੱਖਾਂ ਦੇ ਆਪਣੇ ਆਪ ਨੂੰ ਨਾਲੇ ਸਿੱਖਾਂ ਦੇ ਨਿਆਣੇ ਦੱਸਦੇ, ਅਸਲੀ ਸਿੱਖ ਦੱਸਦੇ ਇਹ ਆਪਣੇ ਆਪ ਨੂੰ। ਭਾਈ ਸਾਹਿਬ ਬਾਬਾ ਮੈਂ ਮਾਫੀ ਚਾਹੁੰਦਾ, 1 ਮਿੰਟ ਆਪਾਂ ਇੱਕ ਕਮੈਂਟ ਆਇਆ ਥੋੜਾ ਜਿਹਾ ਲੈ ਲਈਏ ਜੀ। ਰਸਪਾਲ ਸਿੰਘ ਨੇ ਲਿਖਿਆ, ਸ਼ਾਇਦ ਰਸ਼ਪਾਲ ਲਿਖਣਾ ਸੀ, ਪਰ ਚਲੋ ਉਹਨਾਂ ਨੂੰ ਮੈਨੂੰ ਲੱਗਦਾ ਵੀ ਚਲੋ ਰਸਪਾਲ ਸਿੱਧੂ। ਮੈਂ ਇਹਨਾਂ ਨੂੰ ਇੱਕ ਗੱਲ ਕਹਿਣੀ ਚਾਹੁੰਦਾ, ਕਹਿੰਦੇ ਆਪਣੀ ਸੋਚ ਆਪਣੇ ਤੱਕ ਸੀਮਤ ਰੱਖੋ। ਭਾਈ ਸਾਹਿਬ ਜਿੰਦਾਬਾਦ। ਭਾਈ ਸਾਹਿਬ ਜੀ, ਜੇ ਇਸ ਥਿਊਰੀ 'ਤੇ ਚੱਲਦੇ ਹੋ, ਅਸੀਂ ਤਾਂ ਸਿਰਫ ਗੱਲਾਂ ਦੇ ਜਵਾਬ ਦੇ ਰਹੇ ਹਾਂ, ਅਤੇ ਕਹਿੰਦੇ ਸੋਚ ਆਪਣੇ ਤੱਕ ਰੱਖੋ। ਜਿਹੜਾ ਤੁਸੀਂ ਨਾਲੀ ਦੇ ਕੰਢੇ 'ਤੇ ਬਿਠਾਇਆ ਹੋਇਆ ਅਤੇ ਚੱਕੜ ਤਾਂ ਨੂੰ ਚੱਕ ਕੇ ਸੁੱਟ ਰਹੇ, ਗੱਲ ਉਹਨੂੰ ਕਿਉਂ ਨਹੀਂ ਸਮਝਾਉਂਦੇ? ਗੱਲ ਸੁਣੋ ਮੇਰੀ, ਇਹ ਪੇੜਿਆ ਵੀ ਜੀ ਨਹੀਂ, ਮੈਂ ਬਿਲਕੁਲ ਮੈਂ ਸਿਰਫ ਇਹ ਗੱਲ ਨਾ ਸਮਝਣ ਦੀ ਕੋਸ਼ਿਸ਼ ਕਰ ਰਿਹਾ, ਇਹਨਾਂ ਦੇ ਦਿਮਾਗ ਭਾਈ ਸਾਹਿਬ ਜੀ ਕਿੱਥੇ ਕੁ ਖੜੇ ਨੇ ਬਈ? ਦੇਖੋ ਜੀ, ਜਦੋਂ ਨਾ ਬੰਦਾ ਇਹ ਚਮਚਾ ਬਿਰਤੀ ਜਿਹੜੀ ਆ, ਇਹਨਾਂ ਨੂੰ ਨਾ ਤਾਂ ਗੁਰਬਾਣੀ ਨਾਲ ਕੋਈ ਮਤਲਬ ਆ, ਨਾ ਇਹਨਾਂ ਲੋਕਾਂ ਨੂੰ ਕਿਸੇ ਆਪਣੇ ਅਸਥਾਨ ਦੇ ਨਾਲ ਮਤਲਬ ਆ, ਨਾ ਹੀ ਇਹਨਾਂ ਲੋਕਾਂ ਨੂੰ ਕਿਸੇ ਆਪਣੇ ਸ਼ਹੀਦਾਂ ਦੇ ਉਹਦੇ ਨਾਲ ਹੈਗਾ ਪਿਆਰ ਹੈਗਾ। ਹਲੇ ਰੋਜ਼ ਅਰਦਾਸ ਕਰਦੇ ਆ ਆਪ ਹੀ, ਤੇ ਉੱਥੇ ਵੀ ਖੜੇ ਹੋ ਕੇ ਹੱਥ ਜੋੜ ਕੇ ਖੜੇ ਹੁੰਦੇ ਆ ਇਹ ਸਾਰੇ ਜਿਹਨਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਕਟਾਏ, ਖੋਪਰੀਆਂ ਲਹਾਈਆਂ, ਚਰਖੜੀਆਂ ਦੇ ਜਿਹੜੇ ਤਾਂ ਨਾਰਿਆਂ ਨਾਲ ਚਲਾਏ ਗਏ। ਇਹਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਹੁਣ ਇਹ ਮਤਲਬ ਇਹਨਾਂ ਨੂੰ ਇਹ ਇੰਨੇ ਅੰਨੇ ਹੋ ਚੁੱਕੇ ਲੋਕ, ਇਹਨਾਂ ਨੂੰ ਖੁਦ ਨਹੀਂ ਪਤਾ ਲੱਗਦਾ ਵੀ ਅਸੀਂ ਕਹਿ ਕੀ ਰਹੇ ਹਾਂ। ਬਿਲਕੁਲ ਬਿਲਕੁਲ ਕਹਿ ਕੀ ਰਹੇ ਹਾਂ ਤੇ ਬੋਲ ਕੀ ਰਹੇ ਤੇ ਲਿਖ ਕੀ ਰਹੇ ਹਾਂ, ਕੁਛ ਪਤਾ ਹੀ ਨਹੀਂ ਹੈਗਾ। ਭੇਡ ਜਿਹੜੀ ਭੇਡ ਆ ਨਾ, ਭੇਡ ਮਤਲਬ ਭੇਡ ਚਾਲ ਬਹੁਤ ਮਸ਼ਹੂਰ ਆ ਆਪਣੇ ਆਪ ਦੇ ਵਿੱਚ, ਵੀ ਜਿੱਧਰ ਇੱਕ ਨੇ ਜਾਣਾ ਨਾ ਜੀ ਜੀ ਜੀ, ਮਗਰ ਉਹਨਾਂ ਨੂੰ ਭਾਵੇਂ ਡਜ਼ਨਟ ਮੈਟਰ ਤੁਸੀਂ ਕਿੱਥੇ ਲਿਜਾ ਕੇ ਸਿੱਟਣਾ, ਉਹਨਾਂ ਨੂੰ ਕੋਈ ਫਰਕ ਨਹੀਂ, ਉਹਨਾਂ ਨੇ ਫੋਲੋ ਕਰੀ ਜਾਣਾ। ਇਹ ਇਹਨਾਂ ਲੋਕਾਂ ਦੀ ਹਾਲਤ ਇਹ ਆ। ਸੋ ਮੈਂ ਗੱਲ ਕਰ ਰਿਹਾ ਸੀ ਕਿ ਦੇਖ ਲਓ ਅੱਜ ਦੀ ਤਰੀਕ ਵਿੱਚ, ਜੇ ਮੰਨ ਲਓ ਆਪਾਂ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਕਾਲ ਦੀ ਗੱਲ ਕਰ ਲਈ ਜੀ, ਤਾਂ ਗਦਾਰਾਂ ਨੇ ਉਸ ਰਾਜ ਨੂੰ, ਇੱਕ ਐਡੇ ਤਗੜੇ ਰਾਜ ਨੂੰ ਮਿੱਟੀ ਚ ਰਲਾ ਦਿੱਤਾ ਕਿ ਇਹਨਾਂ ਨੇ ਗਦਾਰਾਂ ਨੇ। ਬਿਲਕੁਲ ਬਿਲਕੁਲ ਜੀ। ਤੇ ਅੱਜ ਦੀ ਤਰੀਕ ਦੇ ਵਿੱਚ ਜਿਹੜੇ ਆਪਣੇ ਸ਼ਹੀਦਾਂ ਦੀ, ਆਪਣੇ ਅਸਥਾਨਾਂ ਦੀ ਬੇਅਦਬੀ ਕਰ ਰਹੇ ਆ, ਅਗੇ ਜੇ ਰੱਬ ਹੈਗਾ ਤਾਂ ਅਰਦਾਸ ਸੁਣੇ। ਹੁਣ
ਚਾਈਨਾ ਕੋਲ ਡਾਕਟਰ ਹੈ। ਬਿਲਕੁਲ ਜੀ। ਟਰੰਪ ਨੇ ਖੁਦ ਕਿਹਾ ਵੀ ਚਾਈਨਾ ਕੋਲੇ ਬੜੇ ਟੌਪ ਦੇ ਡਾਕਟਰ ਤੇ ਸਾਇੰਟਿਸਟ ਨੇ ਖੁਦ ਦੇ ਉਹਨਾਂ ਦੇ। ਅਮਰੀਕਾ ਕੋਲ ਜਿਹੜੇ ਡਾਕਟਰ ਸਾਇੰਟਿਸਟ ਨੇ ਨਾ ਉਹ ਬਹੁਤ ਜਿਹੜੀ ਕਮਿਊਨਿਟੀ ਹੈ ਬਾਹਰੋਂ ਆਈ ਹੋਈ ਹੈ ਜੀ। ਬਿਲਕੁਲ ਆਇਆ ਕਿਸੇ ਉਹਦੇ ਨਾਲ ਚਾਈਨਾ ਦੇ ਤੇ ਰਸ਼ੀਆ ਦੇ ਜਿਹੜੇ ਨੇ ਸਾਇੰਟਿਸਟ ਉਹਨਾਂ ਕੋਲੇ ਉਹਨਾਂ ਦੇ ਆਪਣੇ ਦੇਸ਼ ਦੇ ਜੰਮਪਲ ਜਿਹੜੇ ਬੰਦੇ ਉਹੀ ਉਹਨਾਂ ਦੇ ਕੋਲੇ ਨੇ। ਅੱਛਾ ਉਹ ਵੀ ਹੁਣ ਫਿਰ ਖਾਕਾ ਜਿਹੜਾ ਆਪਣੇ ਆਹ ਜਿਹੜੀਆਂ ਚਮਚੜਕਾਂ ਦੇ ਸੱਪਾਂ ਦਾ ਪਿਸ਼ਾਬ ਰਲਿਆ ਉਹ ਤੋਂ ਇੱਕ ਵਾਇਰਸ ਪੈਦਾ ਹੋ ਗਿਆ ਨਵਾਂ ਜਿਹਦੇ ਤੇ ਕੋਈ ਸਟੱਡੀ ਨਹੀਂ ਹੋਈ ਜੀ ਜੀ ਜੀ। ਤੇ ਹੁਣ ਚੀਕਾਂ ਕਿਉਂ ਵੱਜਦੀਆਂ ਤੁਹਾਡੀਆਂ? ਅਰਦਾਸ ਕਰੋ ਜੀ ਰੱਬ ਹੁਣ ਕਿੱਥੇ ਆ? ਪਹਿਲਾਂ ਖਾਣ ਲੱਗੇ ਪੁੱਛਿਆ ਸੀ ਰੱਬ ਨੂੰ ਕਿ ਮੈਂ ਰੱਬਾ ਖਾ ਲਵਾਂ ਕਿ ਨਾ ਖਾਵਾਂ? ਬਿਲਕੁਲ ਬਿਲਕੁਲ ਜੀ। ਕੋਈ ਡਾਈਟ ਖਾਣ ਲੱਗੇ ਜਥੇਦਾਰਾਂ ਨੂੰ ਪੁੱਛਿਆ ਸੀ ਕੰਦ ਖਾਣ ਲੱਗੇ ਉਹਨਾਂ ਨੇ ਵੀ ਹਾਂਜੀ ਜਥੇਦਾਰ ਸਾਹਿਬ ਖਾ ਲਈਏ ਕਿ ਨਾ ਖਾਈਏ? ਕਰਤੂਤ ਸਾਡੀ ਆਪਣੀ ਆ, ਜਦੋਂ ਛਿੱਤਰ ਪੈਣ ਲੱਗ ਪੈਂਦੇ ਮੁੜ ਕੇ ਰੱਬ ਨੂੰ ਚੇਤੇ ਕਰਨ ਲੱਗ ਪੈਂਦੇ। ਹਾਂਜੀ ਮੈਂ ਗੱਲ ਕਰਦਾ ਜਿਹੜੇ ਲੋਕ ਦਰਬਾਰ ਸਾਹਿਬ ਦੇ ਫੋਟੋਆਂ ਲਾ ਕਰਦੇ ਜਾਂ ਤਾਂ ਦੇਖੋ ਸਵਾਲ ਤਾਂ ਆ ਵੀ ਜਾਂ ਆਪਣੇ ਫੋਨ ਨੰਬਰ ਨਾਲ ਲਿਖੋ ਤੇ ਕਹੋ ਭਾਈ ਜੇ ਕਿਸੇ ਨੂੰ ਸ਼ੰਕਾ ਤਾਂ ਇੱਥੇ ਕਰ ਲਓ, ਨਕਲੀ ਆਈਡੀਆਂ ਤੋਂ ਗੰਦ ਪਾਉਂਦੇ ਹੋ ਇਹ। ਜੀ 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 ਇਹ ਵੀ ਨਹੀਂ ਪਤਾ ਵੀ ਬਾਂਦਰ ਸੈਨਾ ਵਾਲੇ ਕਿੰਨੇ ਹੋਣੇ ਨਾਲ ਹੋਰ ਕਿੰਨੇ ਹੋਣੇ ਜਿਹੜੇ ਆਈਡੀਆਂ ਚਲਾਉਂਦੇ ਆ। ਮੈਂ ਤੁਹਾਨੂੰ ਇੱਕ ਹਾਸਿਓਹੀਣੀ ਇਹਨਾਂ ਦੀ ਗੱਲ ਦੱਸਦਾ। ਇਹਨਾਂ ਦਾ ਇੱਕ ਵੀਰ ਸੀ, ਮੈਨੂੰ ਹੁਣ ਉਹਦਾ ਨਾਮ ਭੁੱਲ ਗਿਆ, ਉਹਨੇ ਇੱਕ ਪੋਸਟ ਪਾਈ ਕਹਿੰਦਾ ਕਿ ਮੈਨੂੰ ਨਾ ਗਿਆਨੀ ਠਾਕਰ ਸਿੰਘ ਹੋਣਾ ਦਾ ਨੰਬਰ ਦਿਓ ਤੇ ਮੈਂ ਉਹਨਾਂ ਕੋਲ ਪੁੱਛਣਾ ਆ ਵੀ ਜਿੱਦਾਂ ਕਰਕੇ ਆ ਵੀ ਬ੍ਰਹਮ ਕਵਚ ਦੀ ਬਾਣੀ ਦੇ ਨਾਲ ਸਾਡੇ ਦੇ ਉੱਤੇ ਕਵਚ ਬਣਾ ਦਿਓ। ਮੈਂ ਉਹਨਾਂ ਨੂੰ ਬੇਨਤੀ ਕੀਤੀ ਵੀ ਭਾਈ ਸਾਹਿਬ ਵੀ ਨੰਬਰ ਲੈ ਕੇ ਵੀ ਚਲੋ ਉਹਨਾਂ ਨੂੰ ਮੈਸੇਜ ਕੀਤਾ ਵੀ ਆ ਜਾਓ ਆਪਾਂ ਵਿਚਾਰ ਕਰ ਲੈਂਦੇ ਹੈ ਨਾ ਵੀ ਆਪਾਂ ਲਾਈਵ ਦੇ ਉੱਤੇ ਕਰਨੀ ਆ, ਪਰ ਵਿਦਵਾਨ ਦੱਸ ਦਿਓ ਵੀ ਕਿਹੜੇ ਵਿਦਵਾਨ ਦੇ ਅਰਥਾਂ ਨੂੰ ਤੁਸੀਂ ਸਹੀ ਮੰਨਦੇ। ਆਪਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚੋਂ ਵਿਚਾਰ ਕਰਾਂਗੇ। ਪਹਿਲਾਂ ਮੈਨੂੰ ਕਹਿੰਦਾ ਕੱਲ੍ਹ ਨੂੰ ਕਰਾਂਗੇ। ਮੈਂ ਕਿਹਾ ਠੀਕ ਹੈ। ਜਦੋਂ ਪਤਾ ਲੱਗਾ ਨਾ ਵੀ ਏਕ ਨੂੰ ਰੇਡੀਓ ਵਾਲੇ ਆ ਫਿਰ ਕਹਿੰਦਾ ਭਾਈ ਸਾਹਿਬ ਮੈਂ ਇੱਦਾਂ ਕਰੋ ਥੋੜ੍ਹਾ ਜਿਹਾ ਬਿਜ਼ੀ ਤੁਹਾਨੂੰ ਮੈਸੇਜ ਕਰਦਾ। ਮੁੜ ਕੇ ਉਹ ਅੱਜ ਕਰਦਾ, ਅੱਜ 5 ਦਿਨ ਹੋ ਗਏ। ਇਹ ਜਿੰਨੇ ਟਿਕਟੋਕ 'ਤੇ ਫੇਲੀਅਰ ਨੇ, ਜਿਨ੍ਹਾਂ ਨੂੰ ਟਿਕਟੋਕ ਦੇ ਉੱਤੇ ਪ੍ਰਸਿੱਧੀ ਨਹੀਂ ਮਿਲੀ, ਇਹ ਉਹ ਪੋਸਟਾਂ ਪਾਉਣ ਵਾਲੇ 99.9% ਉਹ ਨੇ। ਸੋ ਇਹਨਾਂ ਦੇ ਕੋਲ ਸਿਰਫ ਤੇ ਸਿਰਫ ਜਿੰਨਾ ਵੀ ਇਹਨਾਂ ਦਾ ਕਰ ਲਓ। ਪਰ ਆਪਾਂ ਨੂੰ ਮੇਰੇ ਖਿਆਲ ਨਾਲ ਇੱਕ ਵਿੱਚ ਕਾਲ ਮੈਸੇਜ ਜੇ ਆਪਾਂ ਲੈ ਲਈਏ ਇੱਕ ਕਾਲ ਨਾਲ। ਹਾਂਜੀ ਹਾਂਜੀ ਜ਼ਰੂਰ। ਇੱਕ ਸੈਕਿੰਡ ਜੀ ਆਪਾਂ ਇੱਕ ਕਾਲ ਲੈ ਲੈਂਦੇ ਹਾਂ। ਹੈਲੋ, ਮੇਰਾ ਨਾਮ ਭਾਈ ਤੇਜਪਾਲ ਸਿੰਘ ਹੋਣਾ ਦੀ ਕਾਲ ਆ ਰਹੀ ਸੀ। ਹੈਲੋ ਹਾਂਜੀ ਇੱਕ ਸੈਕਿੰਡ ਜੀ ਆਪਾਂ ਕਾਲ ਦੇਖ ਲਈਏ। ਮੈਂ ਵਿੱਚ ਲੈਣ ਦੀ ਕੋਸ਼ਿਸ਼ ਕਰ ਰਿਹਾ, ਸ਼ਾਇਦ ਨਾਲ ਸੰਪਰਕ ਨਹੀਂ ਹੋ ਰਿਹਾ। ਹੈਲੋ ਇੱਕੋ ਸੈਕਿੰਡ ਜੀ ਆਪਾਂ ਦੇਖਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਿਆਨੀ ਜੀ ਕੀ ਹਾਲ ਚਾਲ ਜੀ? ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਗਿਆਨੀ ਜੀ ਆਪ ਜੀ ਦਾ ਇੱਕ ਨੂਰ ਰੇਡੀਓ ਦੇ ਪਰਿਵਾਰ ਵਿੱਚ। ਕਾਫੀ ਚਿਰਾਂ ਬਾਅਦ ਹਾਜ਼ਰੀ ਲਵਾਈ ਆਪ ਜੀ ਨੇ। ਬਸ ਥੋੜਾ ਉਹ ਵਿਦੇਸ਼ ਤੋਂ ਆਉਣ ਕਰਕੇ ਉਹਨਾਂ ਨੇ 14 ਦਿਨ ਵਾਸਤੇ ਅੰਦਰ ਰੱਖਿਆ ਹੋਇਆ ਕੁਆਰੰਟਾਈਨ ਕਰਕੇ। ਜੀ ਜੀ ਜੀ। ਤਾਂ ਥੋੜਾ ਨੈਟ ਦੀ ਵੀ ਪ੍ਰੋਬਲਮ ਹੈ ਕਿਉਂਕਿ ਸਾਰੇ ਬੰਦੇ ਲੱਗੇ ਹੋਏ ਨੇ। ਜੀ 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 ਵਾਹਿਗੁਰੂ ਭਲੀ ਕਰਨ ਜੀ। ਆਪ ਜੀ ਡਾਕਟਰ ਸਾਹਿਬ ਆਪਣੇ ਆਪ ਜੀ ਕੁਦਰਤ ਦੇ ਨਿਯਮ ਨੂੰ ਤੋੜ ਕੇ ਤੇ ਬੰਦੇ ਦਾ ਬੜਾ ਨਿਯਮ ਫੋਲੋ ਕਰ ਰਹੇ ਹੋ। ਗੱਲ ਸਹੀ ਨਹੀਂ ਹੈ ਆਪਦੇ ਵਾਸਤੇ। ਨਹੀਂ ਉਸ ਨਿਯਮ ਤੇ ਸਾਡੇ ਸਤਿਗੁਰ ਨੇ ਬਣਾਏ ਨੇ, ਅਸੀਂ ਉਹੀ ਫੋਲੋ ਕਰ ਰਹੇ ਹਾਂ ਜੀ। ਇਹ ਤੇ ਕਹਿਣ ਦੀਆਂ ਗੱਲਾਂ ਨੇ। ਰੱਬ ਦੇ ਨਿਯਮ ਫੋਲੋ ਕਰਨੇ ਚਾਹੀਦੇ ਨੇ। ਕਹਿੰਦੇ ਵੀ ਜਿੱਥੇ ਜ਼ਿਆਦਾ ਮਹਾਮਾਰੀ ਕਹਿੰਦੀ ਉੱਥੇ ਜਾਣਾ ਚਾਹੀਦਾ। ਬਿਲਕੁਲ ਬਿਲਕੁਲ ਜੀ ਬਾਬਾ ਜੀ। ਅੱਜ ਦੇ ਬਾਬਾ ਜੀ ਵਿਸ਼ੇ ਦੇ ਉੱਤੇ ਜ਼ਰੂਰ ਥੋੜ੍ਹਾ ਜਿਹਾ ਆਪ ਜੀ ਅਗਰ ਗੁਰਬਾਣੀ ਦੇ ਵਿੱਚ ਵੀ ਪ੍ਰਮਾਣ ਦੇ ਕੇ ਨਾ ਤੇ ਸੰਗਤਾਂ ਨਾਲ ਜ਼ਰੂਰ ਵਿਚਾਰਾਂ ਦੀ ਸਾਂਝ ਪਾਓ ਜੀ। ਅੱਜ ਦਾ ਆਪਣਾ ਵਿਸ਼ਾ ਹੈ ਕਰੋਨਾ ਵਾਇਰਸ ਜੀ। ਜੋ ਅੱਜ ਦਾ ਵਿਸ਼ਾ ਆਪਣਾ ਹੈ ਜੀ, ਜੋ ਕਰੋਨਾ ਵਾਇਰਸ ਦਾ ਕਰਕੇ ਅੱਜ ਜੋ ਆਪਾਂ ਤਰਾਸਦੀ ਦਾ ਸਾਹਮਣਾ ਕਰ ਰਹੀ ਹੈ ਦੁਨੀਆ, ਇਹਦੇ ਵਿੱਚ ਜੋ ਢੰਡਰੀਆਂ ਵਾਲੇ ਵੱਲੋਂ ਜਾਂ ਇਹਨਾਂ ਦੇ ਜਾਂ ਨੇਕੀ ਹੋ ਗਿਆ ਜਾਂ ਇਹਨਾਂ ਦੇ ਹੋਰ ਜਿੰਨੇ ਵੀ ਆ ਅੱਜ ਉਹ ਕਦੀ ਦਰਬਾਰ ਸਾਹਿਬ 'ਤੇ ਜਿਹੜੇ ਉਹ ਸ਼ੰਕੇ ਖੜੇ ਕਰ ਰਹੇ ਨੇ, ਕਦੀ ਉਹ ਕਹਿ ਰਹੇ ਨੇ ਵੀ ਬਿਜ਼ਨਸ ਦੇ ਅਦਾਰੇ ਬੰਦ ਹੋ ਗਏ, ਜਾਂ ਕਹਿੰਦੇ ਰੱਬ ਹੈ ਤੇ ਉਹ ਕਰੋਨਾ ਵਾਇਰਸ ਨੂੰ ਮਾਰ ਕੇ ਦਿਖਾਵੇ। ਕੁਛ ਇੱਦਾਂ ਦੇ ਜਿਹੜੇ ਸਵਾਲ ਕਰ ਰਹੇ ਨੇ ਬਿਨਾਂ ਸਿਰ ਪੈਰ ਤੋਂ। ਅੱਜ ਦੋ ਵਾਇਰਸਾਂ ਦੀ ਗੱਲ ਹੋ ਰਹੀ ਜੀ। ਇੱਕ ਤਾਂ ਕਰੋਨਾ ਵਾਇਰਸ ਹੈ, ਇੱਕ ਢੱਡਰੀ ਵਾਇਰਸ। ਦੋਵਾਂ ਵਾਇਰਸਾਂ ਦੀ ਗੱਲ ਕਰਨੀ ਹੈ। ਬਿਲਕੁਲ ਜੀ ਬਿਲਕੁਲ।
ਸਹੀ ਗੱਲ ਹੈ ਤੁਹਾਡੀ। ਜਿਸ ਤਰ੍ਹਾਂ ਇਹ ਮਹਾਮਾਰੀ ਪੂਰੇ ਵਿਸ਼ਵ ਦੇ ਵਿੱਚ ਕਰੋਨਾ ਨੇ ਫੈਲਾਈ ਹੈ ਨਾ, ਇਸੇ ਤਰ੍ਹਾਂ ਕੁਝ ਨਾਸਤਿਕ ਲੋਕਾਂ ਨੇ ਇੱਕ ਮਹਾਮਾਰੀ ਸਾਡੀ ਕੌਮ ਦੇ ਵਿੱਚ ਫੈਲਾਈ ਹੋਈ ਹੈ। ਬਿਲਕੁਲ ਬਿਲਕੁਲ ਜੀ। ਤੇ ਜੋ ਲਗਾਤਾਰ ਭਾਵਨਾ ਵਾਲੇ ਹਿਰਦਿਆਂ ਨੂੰ ਠੇਸ ਪਹੁੰਚਾ ਰਹੇ ਨੇ, ਤਕਲੀਫ ਪਹੁੰਚਾ ਰਹੇ ਨੇ ਜੀ। ਪਰ ਇਹਨਾਂ ਦੀ ਜਿਹੜੀ ਇਹ ਜੀ ਭਾਈ ਸਾਹਿਬ ਜੀ, ਹੈਲੋ, ਆਵਾਜ਼ ਬੰਦ ਹੋ ਗਈ ਜੀ ਸ਼ਾਇਦ। ਆਵਾਜ਼ ਬੰਦ ਹੋ ਗਈ ਆ ਜੀ। ਆਪਾਂ ਦੇਖਦੇ ਜੀ ਗਿਆਨੀ ਜੀ ਦੁਬਾਰਾ ਕਨੈਕਟ ਹੋ ਸਕੇ ਤਾਂ। ਤੇ ਆਪਣੇ ਭਾਈ ਸਾਹਿਬ ਜੀ, ਆਪਣੇ ਨਾਲ ਮੇਰੇ ਖਿਆਲ ਦੇ ਨਾਲ ਇੱਕ ਸਿੰਘ ਸਾਹਿਬ ਜੋ ਥੋੜੇ ਨੇ ਸ਼ਾਇਦ ਇਹ ਭਾਈ ਸਾਹਿਬ ਨੇ ਆਪਣੇ ਜਿਹੜੇ ਆਸਟ੍ਰੇਲੀਆ ਵਾਲੇ ਵੀਰ ਜੀ ਨੇ ਜਿਹੜੇ ਉੱਥੋਂ ਪੋਸਟ ਕਰਦੇ ਨੇ। ਜੀ 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 ਜ਼ਰੂਰ, ਨਾਲ ਫਿਰ ਉਹਨਾਂ ਨੂੰ ਆਪਾਂ ਲੈ ਲੈਨੇ ਜੀ, ਕਿਉਂਕਿ ਗਿਆਨੀ ਜੀ ਨਾਲ ਸੰਪਰਕ ਟੁੱਟ ਗਿਆ ਜੀ, ਗਿਆਨੀ ਤੇਜਪਾਲ ਸਿੰਘ ਜੀ ਹੋਣਾ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਬਹੁਤ ਬਹੁਤ ਸਵਾਗਤ ਆ ਭਾਈ ਸਾਹਿਬ ਜੀ ਆਪ ਜੀ ਦਾ ਇੱਕ ਨੂਰ ਰੇਡੀਓ ਦੇ ਉੱਪਰ। ਹਾਂਜੀ ਸਿੰਘ ਸਾਹਿਬ, ਮੈਂ ਪ੍ਰਭਜੋਤਪਾਲ ਸਿੰਘ ਹਾਂ, ਐਡਮਿਟਨ ਦਾ ਬਰਡਨ ਬੋਲਦਾ ਜੀ ਜੀ। ਤਾਂ ਆਪਣੇ ਐਡਮਿਟਨ ਦਾ ਇੱਕ ਖਾਲਸਤਾਨ ਟੀਵੀ ਵੀ ਚਲਾਉਂਦੇ ਹੈਗੇ ਆ। ਤੇ ਜਿੱਦਾਂ ਜਿਹੜਾ ਤੁਸੀਂ ਇਹ ਉਪਰਾਲਾ ਹੈ ਰੇਡੀਓ ਚਲਾ ਕੇ ਜਿਹੜੀ ਅਵੇਅਰਨੈਸ ਦੇਣੀ ਸ਼ੁਰੂ ਕੀਤੀ ਹੈ, ਇੱਕ ਵਧੀਆ ਗੱਲ ਹੈਗੀ ਆ। ਦੇਖੋ ਪਰੇਸ਼ਾਨ ਹੋਣ ਵਾਲੀ ਗੱਲ ਨਹੀਂ, ਇਹਦੇ ਵਿੱਚ ਗੁਰੂ ਘਰ ਨਾਲ ਸਦਾ ਹੀ ਜਿਹੜਾ ਘਰ ਦਾ ਵਿਰੋਧ ਕਰਨ ਵਾਲੇ ਆ, ਮੱਥਾ ਲਾਉਣ ਵਾਲੇ ਸਦਾ ਹੀ ਰਹੇ ਹੈਗੇ ਆ। ਇਹ ਨਵੀਂ ਗੱਲ ਨਹੀਂ ਹੈਗੀ। ਜੇ ਅਸੀਂ ਕਹੀਏ ਵੀ ਇਹ ਅੱਜ ਆ ਗਏ ਆ, ਇਹ ਨਹੀਂ ਸੀਗੇ ਜਦੋਂ ਗੁਰੂ ਸਾਹਿਬ ਆਪ ਸੀਗੇ ਸਰੀਰਕ ਜਾਮੇ ਦੇ ਵਿੱਚ, ਆਪ ਸੀਗੇ, ਉਦੋਂ ਵੀ ਇਹ ਵਿਰੋਧ ਹੁੰਦੇ ਰਹੇ ਆ। ਤੇ ਅੱਜ ਸਾਡੀ ਜਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਆ, ਉਹਦਾ ਵੀ ਵਿਰੋਧ ਕਰਨ ਲਈ ਕੋਈ ਕਿਸੇ ਤਰ੍ਹਾਂ ਵਿਰੋਧ ਕਰ ਰਹੇ ਹੈਗੇ ਆ। ਤੇ ਇਹਦੇ ਬਾਰੇ ਅਵੇਅਰਨੈਸ ਹੋਣੀ ਬਹੁਤ ਜ਼ਰੂਰੀ ਆ। ਪਰ ਪਰੇਸ਼ਾਨ ਹੋਣ ਵਾਲੀ ਗੱਲ ਕੋਈ ਹੈਗੀ। ਹੈਲੋ ਜੀ, ਹਾਂਜੀ ਹਾਂਜੀ ਭਾਈ ਸਾਹਿਬ ਜੀ। ਹਾਂਜੀ, ਜਿਸ ਤਰ੍ਹਾਂ ਮੈਂ ਜਿਹੜੀ ਗੱਲ ਕਰਨੀ ਚਾਹੁੰਦਾ ਸੀ, ਤੁਸੀਂ ਗੱਲ ਕਰੋਨਾ ਵਾਇਰਸ ਦੀ ਕੀਤੀ ਸੀਗੀ ਜੀ। ਉਹ ਕਹਿ ਰਹੇ ਆ ਵੀ ਜਿਹੜੇ ਆ ਇਹ ਜਿਹੜੇ ਹੈਗੇ ਆ ਬਿਜ਼ਨਸ ਆ, ਉਹਨਾਂ ਨੂੰ ਘਾਟਾ ਪੈਣਾ ਸ਼ੁਰੂ ਹੋ ਗਿਆ, ਬੰਦ ਹੋ ਗਿਆ। ਦੇਖੋ ਹੈਗਾ ਆ, ਗੁਰੂ ਨੇ ਸਾਨੂੰ ਸ਼ੁਰੂ ਤੋਂ ਇਹੋ ਸਿਸਟਮ ਦੀ ਜਿਹੜੀ ਆ, ਜਿਹੜਾ ਅੱਜ ਉਹਨੂੰ ਜਿਹੜਾ ਮਾਡਰਨ ਵਰਡ ਵਰਤਿਆ ਜਾਂਦਾ ਹੈਗਾ, ਸੈਨੀਟਾਈਜੇਸ਼ਨ ਤਾਂ ਸਾਨੂੰ ਗੁਰੂ ਸਾਹਿਬ ਨੇ ਦੇ ਦਿੱਤੀ। ਬਿਲਕੁਲ ਬਿਲਕੁਲ ਜੀ। ਭਾਣੇ ਵਿੱਚ ਰਹਿ ਕੇ ਉਹਦੇ ਹੁਕਮ ਅਨੁਸਾਰ, ਗੁਰੂ ਦੀਆਂ ਦਿੱਤੀ ਅਗਵਾਈ ਅਨੁਸਾਰ ਚੱਲਦੇ ਆ। ਉਹਨਾਂ ਨੂੰ ਨਾ ਕਦੀ ਖਤਰਾ ਸੀਗਾ ਤੇ ਨਾ ਕਦੀ ਖਤਰਾ ਹੋਣਾ ਆ। ਜੀ ਜੀ ਬਿਲਕੁਲ। ਇਹ ਜਿਹੜੇ ਇਹ ਗੱਲ ਸਹੀ ਹੈਗੀ ਆ, ਜਿਹੜੇ ਲੋਕ ਸਿਰਫ ਤੇ ਸਿਰਫ ਜਿਨ੍ਹਾਂ ਨੂੰ ਗੁਰੂ ਦੀ ਅਗਵਾਈ ਦਾ ਗਿਆਨ ਨਹੀਂ ਹੈਗਾ, ਉਹ ਗਲਤ ਚੱਲ ਰਹੇ ਆ ਤੇ ਉਹ ਡਰ ਵੀ ਰਹੇ ਹੈਗੇ ਆ। ਜਿਹੜਾ ਗੁਰੂ ਦਾ ਸਿੱਖ ਆ ਉਹ ਸਦਾ ਭਾਣੇ 'ਚ ਰਹਿੰਦਾ ਆ, ਤਾਂ ਭਾਣੇ ਵਿੱਚ ਜਾ ਕੇ ਉਹ ਗੁਰੂ ਨੂੰ ਸਦਾ ਹੀ ਨਮਸਤਕ ਹੋਊਗਾ ਵੀ ਹੁੰਦੇ ਰਹੇ ਆ, ਹੁੰਦੇ ਰਹਿਣਗੇ। ਜੀ 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 ਜੀ। ਸੋ ਜਿਹੜਾ ਇਹ ਰੌਲਾ ਪਾਉਂਦੇ ਆ ਵੀ ਉਹਨਾਂ ਦੇ ਬਿਜ਼ਨਸ ਬੰਦ ਹੋ ਗਏ, ਤੁਸੀਂ ਜਿਸ ਤਰ੍ਹਾਂ ਆ ਕੇ ਦੱਸਿਆ ਵੀ ਜਿਹੜੇ ਰੌਲਾ ਪਾਉਂਦੇ ਆ ਉਹਨੇ ਆਪਣੇ ਦਰਵਾਜ਼ੇ ਆਪੇ ਬੰਦ ਕਰ ਲਏ ਹੈਗੇ। ਅੱਜ ਉਹਨਾਂ ਦੇ ਬਿਜ਼ਨਸ ਬੰਦ ਹੋਏ ਆ। ਜੀ ਜੀ। ਕਿਉਂਕਿ ਗੁਰਦੁਆਰਿਆਂ ਨੂੰ, ਗੁਰੂ ਨੂੰ ਇਹਦੇ ਵਿੱਚ ਮੇਰਾ ਖਿਆਲ ਕੋਈ ਘਾਟਾ ਨਹੀਂ ਹੈਗਾ। ਗੁਰੂ ਨੂੰ ਕਦੀ ਵੀ ਘਾਟਾ ਨਹੀਂ। ਗੁਰੂ ਤਾਂ ਸਾਨੂੰ ਦੇਣ ਵਾਲਾ ਆ। ਗੁਰੂ ਦਾ ਅਸੀਂ ਕੀ ਖਿਆਲ ਰੱਖਣਾ, ਗੁਰੂ ਨੇ ਸਾਡਾ ਖਿਆਲ ਰੱਖਣਾ। ਬਿਲਕੁਲ ਬਿਲਕੁਲ। ਮੇਰੇ ਵੀਰ ਕਈ ਗੱਲ ਕਰਦੇ ਸੀ ਵੀ ਜਿਹੜਾ ਸੰਘਰਸ਼ ਆ ਫੇਲ ਹੋ ਗਿਆ। ਬਿਲਕੁਲ ਮੈਂ ਇਸ ਗੱਲ ਨਾਲ ਸਹਿਮਤ ਨਹੀਂ ਹੈਗਾ। ਸੰਘਰਸ਼ ਤਾਂ ਫੇਲ ਹੋਊਗਾ ਇੱਕ ਜਿੱਦਾਂ ਆਮ ਲੋਕਾਂ 'ਚ ਗਾਣਾ ਹੈਗਾ ਆ, ਉਹ ਗਾਣਾ ਗਾਉਂਦੇ ਆ ਵੀ ਹਾਰਦੇ ਨੇ ਉਹ ਜਾਂ ਮੰਨ ਲੈਂਦੇ ਹਾਰ ਨੇ ਜੀ। ਜੇ ਇਹੋ ਗੱਲ ਜਿੱਦਾਂ ਵੀ ਕਹਿੰਦਾ ਇੱਕ ਗੁਰੂ ਦਾ ਸਿੱਖ ਕਿੱਦਾਂ ਹਾਰ ਸਕਦਾ ਹੈ ਜਿਹੜਾ ਗੁਰੂ ਦੇ ਭਾਂਡੇ ਵਿੱਚ ਰਹਿ ਕੇ ਚੱਲ ਰਿਹਾ। ਇਹ ਗੱਲ ਜ਼ਰੂਰ ਹੈ। ਉਸ ਵੇਲੇ ਸਮੇਂ ਦੀਆਂ ਜਿਹੜੀਆਂ ਸਰਕਾਰਾਂ ਆ ਉਹਨਾਂ ਦਾ ਜ਼ੋਰ ਹੈਗਾ ਆ। ਉਹਨੇ ਆਪਣੀਆਂ ਚਾਲਾਂ ਚੱਲ ਕੇ ਜਿਹੜਾ ਆ ਸਾਡੇ ਸੰਘਰਸ਼ ਨੂੰ ਮੱਠਾ ਜ਼ਰੂਰ ਕੀਤਾ, ਪਿੱਛੇ ਜ਼ਰੂਰ ਧੱਕਿਆ। ਪਰ ਇਹਦਾ ਮਤਲਬ ਇਹ ਨਹੀਂ ਹੈਗਾ ਜਿਹੜਾ ਸੰਘਰਸ਼ ਚੱਲ ਰਿਹਾ ਆ। ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਜਿਹੜੇ ਆਖਰੀ ਸ਼ਬਦ ਹੈਗੇ, ਜਦੋਂ ਹਮਲਾ ਹਿੰਦੁਸਤਾਨ ਦੀ ਸਰਕਾਰ ਚੜ੍ਹ ਕੇ ਆ ਗਈ ਸੀ, ਉਸ ਵੇਲੇ ਹਾਲਾਤਾਂ ਨੂੰ ਦੇਖਦੇ ਆ ਸ਼ਹੀਦ ਸੰਤ ਬਾਬਾ ਜਰਨੈਲ ਸਿੰਘ ਜੀ ਨੇ ਇੱਕ ਗੱਲ ਕਹੀ ਸੀ ਵੀ ਜਦੋਂ ਹਿੰਦੁਸਤਾਨ ਦੀ
ਪਾਕ ਕਦਮ ਦਰਬਾਰ ਸਾਹਿਬ ਦੀ ਪ੍ਰਕਰਮਾ ਵਿੱਚ। ਉਹਨੇ ਇਹ ਨਹੀਂ ਕਿਹਾ ਵੀ ਹਿੰਦੁਸਤਾਨ ਦੀ ਸਰਕਾਰ ਦਰਬਾਰ ਸਾਹਿਬ ਦੇ ਵਿੱਚ ਨਮਸਤਕ ਹੋਣ ਲਈ ਨਹੀਂ ਆ ਸਕਦੀ, ਮੱਥਾ ਟੇਕਣ ਲਈ ਨਹੀਂ ਆ ਸਕਦੀ, ਫੌਜਾਂ ਨਹੀਂ ਆ ਸਕਦੀਆਂ। ਉਹਨੇ ਕਿਹਾ ਪਾਕ। ਜਦੋਂ ਉਹਨਾਂ ਦੀ ਮਨ ਇੱਛਾ ਹੋਊਗੀ, ਜਦੋਂ ਮਾੜੀ ਭਾਵਨਾ ਹੋਊਗੀ, ਤੇ ਜਦੋਂ ਉਹਨੇ ਗੋਲੀ ਚਲਾਉਣੀ ਸ਼ੁਰੂ ਕੀਤੀ ਆ, ਉਸ ਵੇਲੇ ਉਹਨੇ ਸੰਤਾਂ ਨੇ ਕਿਹਾ ਵੀ ਦੂਜਾ ਉਸ ਵੇਲੇ ਖਾਲਿਸਤਾਨ ਦਾ ਨੀਂਹ ਪੱਥਰ ਰੱਖਿਆ ਜਾਊਗਾ। ਸੋ ਉਸ ਗੱਲ ਤੇ ਅਸੀਂ ਦ੍ਰਿੜ ਹੈਗੇ ਆ ਤੇ ਅਸੀਂ ਇਸ ਗੱਲ ਲਈ ਲੱਗੇ ਵੀ ਹੈਗੇ ਆ। ਜਿਹੜਾ ਇਹ ਗੱਲ ਜ਼ਰੂਰ ਆ ਇਸ ਵੇਲੇ ਹਾਥ ਵਿੱਚ ਨਹੀਂ, ਬਹੁਤ ਸਾਰੇ ਸਿੰਘ ਹੈਗੇ ਆ ਜਿਹੜੇ ਇਸ ਗੱਲ ਤੇ ਚੱਲ ਰਹੇ ਆ। ਪਰ ਇਹ ਕਹਿਣਾ ਵੀ ਸੰਘਰਸ਼ ਖਤਮ ਹੋ ਗਿਆ ਨਹੀਂ ਹੈਗਾ, ਸਾਡੇ ਸਿੰਘਾਂ ਦੀ ਕੋਈ ਗਲਤੀ ਆ, ਸਾਡੇ ਸਿੰਘਾਂ ਦੀ ਗਲਤੀ ਕਰਕੇ ਸਾਡੇ ਸਿੰਘਾਂ ਨੇ ਕੋਈ ਗਲਤੀ ਨਹੀਂ ਕੀਤੀ। ਨਹੀਂ ਸਰਕਾਰ ਨੇ ਭੇਖੀ ਜਿਹੜੇ ਸਿੱਖ ਬਣਾ ਕੇ ਸਾਡੇ ਸਿੰਘਾਂ ਦੇ ਵਿੱਚ ਜਿਹੜੇ ਰਲਾ ਕੇ ਕੁਝ ਇਹੋ ਜਿਹਾ ਪ੍ਰਭਾਵ ਲੋਕਾਂ ਦੇ ਵਿੱਚ ਪਵਾਤਾ ਵੀ ਜਿਹੜੇ ਸਿੰਘ ਆ ਉਹ ਸਿੰਘ ਕੋਈ ਗਲਤ ਕੰਮ ਕਰ ਰਹੇ ਆ। ਜਿੱਦਾਂ ਲੋਕ ਧੀਆਂ ਭੈਣਾਂ ਦੀਆਂ ਉੱਥੇ ਇੱਜ਼ਤਾਂ ਲੁੱਟੀਆਂ ਗਈਆਂ, ਘਰ ਲੁੱਟੇ ਗਏ, ਉੱਥੇ ਆ ਕੇ ਉਹਨਾਂ ਨਾਲ ਧੱਕੇਸ਼ਾਹੀ ਹੋਈ। ਉਹ ਜਿਹੜੇ ਦੂਜਾ ਜਿਹੜੇ ਹਿੰਦੁਸਤਾਨ ਦੀ ਸਰਕਾਰ ਨੇ ਸਿੰਘਾਂ ਦੇ ਵਿੱਚ ਭੇਖੀ ਬਣਾ ਕੇ ਵਿੱਚ ਬਾੜੇ ਸੀਗੇ। ਹੁਣ ਉਹਨੇ ਜੇ ਕੋਈ ਮਾੜੀ ਗੱਲ ਕੀਤੀ ਆ ਤਾਂ ਉਹਦੇ ਵਿੱਚ ਕੋਈ ਸਿੰਘਾਂ ਦਾ ਕੋਈ ਦੋਸ਼ ਨਹੀਂ। ਭਾਈ ਸਾਹਿਬ ਜੀ, ਹਾਂਜੀ ਮੈਂ ਇੱਕ ਬੇਨਤੀ ਕਰਦਾ। ਸਾਡੇ ਕਹਿਣ ਦਾ ਮਤਲਬ ਇਹ ਨਹੀਂ ਸੀ ਸਾਡਾ ਸੰਘਰਸ਼ ਫੇਲ ਹੋ ਗਿਆ। ਅਸੀਂ ਇਹ ਕਹਿਣਾ ਚਾਹ ਰਹੇ ਸੀ ਵੀ ਸੰਘਰਸ਼ ਹਮੇਸ਼ਾ ਹੀ ਸੰਘਰਸ਼ ਉਹਨੂੰ ਕਿਹਾ ਜਾਂਦਾ ਜੋ ਉਤਰਾਅ ਤੇ ਚੜਾਵਾਂ ਦੇ ਵਿੱਚ ਦੀ ਹੋ ਕੇ ਕਿਸੇ ਮੰਜ਼ਿਲ ਤੇ ਪਹੁੰਚਦਾ ਆ। ਜੀ ਸੋ ਇਸ ਤਰੀਕੇ ਦੇ ਨਾਲ ਜੋ ਸਾਡਾ ਸੰਘਰਸ਼ ਚੱਲ ਰਿਹਾ ਆ, ਕਿਤੇ ਨਾ ਕਿਤੇ ਅਸੀਂ ਆਪਣੇ ਆਗੂ ਨੂੰ ਲੱਭ ਰਹੇ ਹਾਂ। ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਵਰਗੇ ਅਸੀਂ ਅਗਵਾਈ ਲੱਭ ਰਹੇ ਹਾਂ। ਉਹਦੇ ਵਿੱਚ ਕੁਝ ਗਿਲੇ ਸ਼ਿਕਵੇ ਸਾਡੇ ਯੂਥ ਦੇ ਜ਼ਰੂਰ ਹੋਣਗੇ ਅਤੇ ਉਹਦਾ ਕਰਕੇ ਇਹਨਾਂ ਨੇ ਪਹਿਲੋਂ ਮੋਹਰੇ ਦੀ ਤਰ੍ਹਾਂ ਜਿਹੜਾ ਸੀ ਉਹ ਆਗੂ ਦੀ ਤਰ੍ਹਾਂ ਪੇਸ਼ ਹੋਣ ਦੀ ਕੋਸ਼ਿਸ਼ ਕੀਤੀ ਕਿ ਮੈਂ ਜਿਹੜਾ ਕੌਮ ਨੂੰ ਕੋਈ ਸੇਧ ਦੇਵਾਂਗਾ। ਪਰ ਉਸ ਸੇਧ ਦੀ ਆੜ ਦੇ ਵਿੱਚ ਸੰਗਤਾਂ ਦਾ ਦੇਖੋ ਜਿਹੜਾ ਸੀ ਮਾਈਂਡ ਵਾਸ਼ ਕਰਦੇ ਅੱਜ ਕਿੱਥੇ ਲਿਆ ਕੇ ਖੜਾ ਕਰ ਦਿੱਤਾ, ਜਿੱਥੇ ਅੱਜ ਕਿਸੇ ਸਿਸਟਮ ਦਾ ਤਾਂ ਵਿਰੋਧ ਹੀ ਹੈ ਨਹੀਂ। ਅੱਛਾ, ਮੈਂ ਇੱਕ ਇੱਥੇ ਬੇਨਤੀ ਹੋਰ ਰੱਖਦਾ ਆਪਣੀ ਗੱਲ ਨੂੰ ਸਪਸ਼ਟ ਕਰਨ ਦੇ ਲਈ। ਜਿਨ੍ਹਾਂ ਦਾ ਰਾਜ ਆ, ਜਿਨ੍ਹਾਂ ਦਾ ਡੰਡਾ ਮਜ਼ਬੂਤ ਆ, ਉਹਨਾਂ ਦੀਆਂ ਥਾਲੀਆਂ ਖੜਕਾਉਣੀਆਂ ਵੀ ਇਹਨਾਂ ਨੂੰ ਸਹੀ ਜਾਪ ਰਹੀਆਂ, ਅਤੇ ਜਿਨ੍ਹਾਂ ਦੇ ਕੋਲ ਰਾਜ ਹੈ ਨਹੀਂ ਗਾ, ਇਹਨਾਂ ਨੂੰ ਡਾਂਗ ਦਾ ਡਰ ਨਹੀਂ ਰਹਿ ਗਿਆ, ਉੱਧਰਲੇ ਪਾਸੇ ਜਿਹੜੇ ਨੇ ਗੁਰੂ ਅਸਥਾਨ ਵੀ ਇਹਨਾਂ ਨੂੰ ਮਾੜੇ ਲੱਗਣ ਲੱਗ ਪਏ। ਜੀ ਸੋ ਇਹ ਗੱਲਬਾਤ ਹੈ ਜੀ। ਸਿੰਘ ਸਾਹਿਬ, ਮੈਂ ਜਿਹੜੀ ਹੁਣ ਤੁਸੀਂ ਗੱਲ ਕੀਤੀ ਹੈ ਜਿਹਨਾਂ ਦਾ ਰਾਜ, ਉਸ ਗੱਲ ਨਾਲ ਮੈਂ ਬਿਲਕੁਲ ਸਹਿਮਤ ਹਾਂ। ਜਿੱਦਾਂ ਅਫਗਾਨਿਸਤਾਨ ਦੇ ਵਿੱਚ ਅੱਜ ਜੇ ਗੁਰੂ ਘਰ ਤੇ ਹਮਲਾ ਹੋਇਆ, ਜੇ ਸਾਡਾ ਰਾਜ ਹੁੰਦਾ ਤੇ ਸਾਡੀ ਸਰਕਾਰ ਉੱਥੇ ਜਾ ਕੇ ਖੜਦੀ। ਜਦੋਂ ਬੰਬਈ ਦੇ ਵਿੱਚ ਹਮਲਾ ਹੁੰਦਾ ਆ, ਉਸ ਵੇਲੇ ਆਪਣੇ ਇਜ਼ਰਾਈਲ ਦੇ 2 ਉੱਥੇ ਸਿਟੀਜ਼ਨ ਸੀਗੇ ਤੇ ਇਜ਼ਰਾਈਲ ਦੀ ਸਰਕਾਰ ਨੇ ਜਾ ਕੇ ਆਪਣੇ ਤੌਰ ਤੇ ਆਪ ਇਨਵੈਸਟੀਗੇਸ਼ਨ ਉੱਥੇ ਕੀਤੀ। ਉੱਥੇ ਉਸ ਗੱਲ ਦਾ ਦੇਖਿਆ ਵੀ ਇਹ ਗੱਲ ਕਿੱਦਾਂ ਹੋਈ ਆ। ਉਹਨੇ ਉਹ ਹਿੰਦੁਸਤਾਨ ਦੀ ਸਰਕਾਰ ਤੇ ਨਹੀਂ ਛੱਡਿਆ। ਅੱਜ ਸਾਡਾ ਜੇ ਖਾਲਿਸਤਾਨ ਹੁੰਦਾ, ਅੱਜ ਜੇ ਸਾਡੀ ਸਰਕਾਰ ਹੁੰਦੀ ਤਾਂ ਅੱਜ ਜਿਹੜਾ ਆ ਇਸ ਤਰ੍ਹਾਂ ਨਾ ਹੁੰਦਾ ਕਿ ਉੱਥੇ ਸਾਡੇ ਇਹਨਾਂ ਦੇ ਦੂਜਾ ਗੁਰੂ ਘਰਾਂ ਤੇ ਹਮਲਾ ਹੋਇਆ। ਤੇ ਇਹਦੇ ਪਿੱਛੇ ਵੀ ਚਾਲ ਸਮਝਣ ਵਾਲੀ ਗੱਲ ਦੂਜਾ ਸਾਨੂੰ ਇਹਦੇ ਪਿਛੋਕੜ ਵੀ ਦੇਖਣਾ ਚਾਹੀਦਾ। ਇਹ ਹਮਲਾ ਹੋਇਆ ਕਾਹਤੇ ਆ? ਆਪਾਂ ਦੂਜਾ ਕਹਿੰਦੇ ਆ ਵੀ ਉੱਥੇ ਅਫਗਾਨਿਸਤਾਨ ਦੇ ਵਿੱਚ ਮੁਸਲਮਾਨਾਂ ਨੇ ਹਮਲਾ ਕੀਤਾ, ਜਦ ਕਿ ਜਿਹੜੇ ਰਾਜਨੀਤਿਕ ਆ, ਜਿਸ ਤਰ੍ਹਾਂ ਸਾਡਾ ਸੰਘਰਸ਼ ਫੇਲ ਕਰਨ ਨੂੰ ਇਹ ਨਹੀਂ ਦੂਜਾ ਚਾਲਾਂ ਚੱਲੀਆਂ ਹਿੰਦੁਸਤਾਨ ਦੀ ਸਰਕਾਰ ਨੇ, ਮੈਨੂੰ ਪੱਕਾ ਯਕੀਨ ਹੈ ਇਹਦੇ ਪਿੱਛੇ ਜ਼ਰੂਰ ਜਿਹੜਾ ਹਿੰਦੁਸਤਾਨ ਦੀ ਸਰਕਾਰ ਦਾ ਅੱਜ ਹੱਥ ਆਊਗਾ। ਅੱਜ ਜੇ ਉੱਥੇ ਜਿਹੜਾ ਬਿੱਲ ਦਾ ਵਿਰੋਧ ਹੋ ਰਿਹਾ, ਉਹਦੇ ਵਿੱਚ ਸਿੱਖ ਸਾਥ ਮੁਸਲਮਾਨਾਂ ਦਾ ਦੇ ਰਹੇ ਆ ਤੇ ਇਹ ਨਹੀਂ ਚਾਹੁੰਦੇ ਕਿ ਦੂਜਾ ਸਿੱਖ ਤੇ ਮੁਸਲਮਾਨ ਉੱਥੇ ਇਕੱਠੇ ਹੋ ਕੇ ਰਹਿਣ। ਸਰ ਜੀ, ਮੇਰੀ ਇੱਕ ਬੇਨਤੀ ਸੀ ਵੀ ਚਲੋ ਆਪਾਂ ਇਸ ਵਿਸ਼ੇ ਦੇ ਉੱਤੇ ਜ਼ਰੂਰ ਆਪਾਂ ਜਿਹੜਾ ਹੈ ਉਹ ਲੰਬਾ ਪ੍ਰੋਗਰਾਮ ਵੀ ਕਰਾਂਗੇ। ਮੇਰੇ ਖਿਆਲ ਨਾਲ ਆਪਾਂ ਨੂੰ ਬੈਕ ਟੂ ਟੌਪਿਕ ਵੱਲ ਨੂੰ ਵਧਣਾ ਚਾਹੀਦਾ ਆ, ਕਿਉਂਕਿ ਮੇਰੇ ਕੋਲ ਨਾ ਕਾਫੀ ਸਾਰੀਆਂ ਕਾਲਸ ਹੋਲਡ 'ਤੇ ਪਈਆਂ ਨੇ। ਸੋ ਮੈਂ ਖਿਮਾ ਦਾ ਜਾਚਕ ਹਾਂ ਜੀ, ਬਹੁਤ ਹੀ ਜ਼ਰੂਰੀ ਗੱਲਾਂ ਨੇ। ਇਹ ਸਾਡਾ ਸੰਘਰਸ਼ ਹੈ। ਹੈਲੋ, ਵਾਹਿਗੁਰੂ। ਭਾਈ ਸਾਹਿਬ ਨੇ ਕਾਲ ਕੱਟ ਕੇ, ਅਸਲ ਦੇ ਵਿੱਚ ਮੈਂ ਇਹਨਾਂ ਨੂੰ ਇਹ ਚਾਹ ਰਿਹਾ ਸੀ ਕਿ ਆਪਾਂ ਵਾਪਸ ਟੌਪਿਕ ਵੱਲ ਨੂੰ ਆਈਏ। ਅਤੇ ਇਹ ਬਿਲਕੁਲ ਸੱਚੀ ਗੱਲ ਹੈ ਕਿ ਜੋ ਅੱਜ ਜਿਸ ਤਰੀਕੇ ਦੇ ਨਾਲ ਸੰਘਰਸ਼ ਨੂੰ ਦਬਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ, ਪਰ ਨਾਲ ਦੀ ਨਾਲ ਸਾਨੂੰ ਜਿਹੜਾ ਹੈ ਉਹ ਮੈਂ ਚਾਹੁੰਦਾ ਸੀ ਆਪਾਂ ਵਿਸ਼ੇ ਦੇ ਅੰਦਰ ਬਣੇ ਰਹੀਏ। ਆਪਾਂ ਨੂੰ ਇੱਕ ਹੋਰ ਕਾਲ ਆ ਰਹੀ ਸੀ, ਆਪਾਂ ਦੇਖਦੇ ਹਾਂ ਜੀ ਕਾਲ ਲਾ ਕੇ ਭਾਈ ਸਾਹਿਬ ਜੀ ਹੁਣਾਂ ਨੂੰ। ਹੈਲੋ ਹੈਲੋ ਭਾਈ ਸਾਹਿਬ ਜੀ ਹੁਣੀ ਆਸਟ੍ਰੇਲੀਆ ਤੋਂ ਕਾਲ ਕਰ ਰਹੇ ਸੀ, ਉਹਨਾਂ ਦੀ ਆਵਾਜ਼ ਨਹੀਂ ਆ ਰਹੀ। ਹੈਲੋ
ਭਾਈ ਸਾਹਿਬ ਜੀ ਹੈਲੋ ਜੀ, ਆਪਾਂ ਮੈਂ ਕੋਸ਼ਿਸ਼ ਕਰ ਰਹੇ ਹਾਂ ਜੀ ਕਿ ਭਾਈ ਸਾਹਿਬ ਨੂੰ ਲਾਈਨ 'ਤੇ ਲਿਆ ਸਕਾਂ। ਹੈਲੋ ਹੈਲੋ ਡਾਕਟਰ ਤੇਜਪਾਲ ਸਿੰਘ ਹੋਣਾ ਦੀ ਕਾਲ ਆਈ ਸੀ ਦੁਬਾਰਾ ਵਿੱਚ, ਸ਼ਾਇਦ ਕੱਟ ਗਏ ਜੀ। ਉਹਨਾਂ ਦੀ ਵੀ ਆਈ ਸੀ, ਆਪਾਂ ਨੂੰ ਆਸਟ੍ਰੇਲੀਆ ਤੋਂ ਵੀ ਸਿੰਘਾਂ ਦੀ ਕਾਲ ਵਿੱਚ ਆਈ ਸੀ, ਤੇ ਮੈਂ ਉਹਨਾਂ ਨੂੰ ਲਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਉਹਨਾਂ ਨੂੰ ਪਰਸਨਲ ਤੇ ਮੈਸੇਜ ਕਰਕੇ ਦੇਖੋ। ਹਾਂਜੀ, ਮੈਂ ਦੁਬਾਰਾ ਉਹਨਾਂ ਨੂੰ ਮੈਸੇਜ ਕਰਦਾ ਕਿ ਜੇ ਉਹ ਆਪਣੇ ਨਾਲ ਜੁੜ ਸਕਣ ਤਾਂ। ਹੁਣ ਮੈਂ ਇੱਕ ਬੇਨਤੀ ਕਰਾਂ ਜੀ ਜੀ ਜ਼ਰੂਰ ਜੀ ਜ਼ਰੂਰ। ਹਾਂਜੀ, ਤੁਸੀਂ ਆਪਣੇ ਨਾਲ ਚੱਕਰ ਗੱਲ ਰੱਖੋ ਜੀ। ਜਿਹੜੇ ਬਾਰ-ਬਾਰ ਮਤਲਬ ਇਹ ਬਾਰ-ਬਾਰ ਗੱਲ ਕਰਦੇ ਵੀ ਉੱਥੇ ਹਟ ਸਕਦੇ ਆ ਰੋਗ, ਕਿ ਕਰੋਨਾ ਵਾਇਰਸ ਹਟ ਸਕਦਾ ਨਹੀਂ ਹਟ ਸਕਦਾ। ਚਲੋ ਆਪਾਂ ਕੋਈ ਗੱਲ ਕਹੀਏ, ਆਪਾਂ ਕੋਈ ਇਹਨਾਂ ਨੂੰ ਪੁਰਾਤਨ ਸਾਖੀ ਸੁਣਾਈਏ, ਜਾਂ ਆਪਾਂ ਕਿਸੇ ਇਹਨਾਂ ਨੂੰ ਕੋਈ ਉਦਾਹਰਣ ਦੇਣ ਵਾਸਤੇ ਕੋਈ ਸਾਖੀ ਸੁਣਾਈਏ, ਤੇ ਇਹਨਾਂ ਨੇ ਕਹਿਣਾ ਵੀ ਇਹ ਇਤਿਹਾਸ ਦਾ ਲਿਖਿਆ ਵੀ ਮੈਂ ਨਹੀਂ ਪਤਾ ਜੀ, ਜਾਂ ਇਹ ਗੱਪ ਕਹਾਣੀ ਹੈ। ਹੁਣ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੇ ਮੰਨਦੇ ਹੀ ਆ ਨਾ ਸਾਰੇ, ਜਿਹੜੇ ਅੱਜ ਕਹਿੰਦੇ ਨੇ ਕਿ ਮਹਾਰਾਜ ਠੀਕ ਕਰ ਸਕਦੇ ਆ ਕਿ ਨਹੀਂ, ਹੈ ਨਾ ਜੀ। ਠੀਕ ਹੈ ਜੀ। ਹੁਣ ਕਰੋਨਾ ਛੱਡ ਕੇ ਡਜ਼ਨ ਮੈਟਰ ਜਿਹੜੀ ਮਰਜ਼ੀ ਬਿਮਾਰੀ ਹੋਵੇ ਜੀ, ਕੋਈ ਇਟ ਡਜ਼ ਨਾਟ ਮੈਟਰ ਕਿ ਕੀ ਹੋਇਆ ਕੀ ਨਹੀਂ ਹੋਇਆ। ਜੀ ਗੁਰੂ ਜੀ ਗ੍ਰੰਥ ਜੀ ਸਾਹਿਬ ਜੀ ਮਹਾਰਾਜ ਦੀ ਬਾਣੀ, ਗੁਰੂ ਗ੍ਰੰਥ ਸਾਹਿਬ ਜੀ ਦਾ ਅੰਗ ਨੰਬਰ 1096 ਤੇ ਆਪਾਂ ਜਦੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਆਪਣੇ ਮਾਰੂ ਰਾਗ ਅੰਦਰ ਸ਼ਬਦ ਪੌੜੀ ਜਾ ਤੂੰ ਤੇਰੇ ਵੱਲ ਵਾਲਾ ਸ਼ਬਦ ਹੈ ਜਿਹੜਾ ਹਾਂਜੀ ਤਾਂ ਕਿਆ ਪੁੱਛਦਾ ਅਸੀਂ ਹੁਣ ਅੱਗੇ ਤੋਪਾਂ ਦੀ ਚੱਲ ਕੇ 184 ਬੇਦਨੀ ਸਭ ਸੇਵ ਕਰਨ ਦਾ। ਜੀ 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 ਹੁਣ ਸਭ ਸੇਵ ਕਰਨ ਦਾ, ਇਹ ਵੈਰੀ ਮਿੱਤਰ ਸਭ ਕੀਤਿਆਂ ਨੇ ਮੰਗਿਆ ਬੰਦਾ। ਹੁਣ ਇਹ 184 ਤੋਂ ਬਾਅਦ ਤਾਂ ਇਹ ਵਾਇਰਸ ਜੰਮ ਨਹੀਂ ਪਿਆ ਨਵਾਂ ਕੋਈ। ਜੀ ਜੀ ਬਿਲਕੁਲ। ਤੇ ਇਹਨਾਂ ਨੇ ਡਿਸਕਵਰ ਹੁਣ ਕੀਤਾ ਹੈ, ਦੈਟ ਡਸਨਟ ਮੀਨ ਕਿ ਇਹ ਪਹਿਲਾਂ ਐਗਜ਼ਿਸਟ ਹੀ ਨਹੀਂ ਕਰਦਾ ਸੀਗਾ। ਹਾਂਜੀ ਜੀ। ਤੇ ਜਿਹੜਾ ਬਰਡ ਫਲੂ ਆ ਜਾਂ ਹੋਰ ਜਿੰਨੇ ਵੀ ਇਦਾਂ ਦੇ ਫਲੂ ਵਗੈਰਾ ਆਉਂਦੇ ਆ ਜਾਂ ਕੋਈ ਵੀ ਬਿਮਾਰੀ ਆਉਂਦੀ ਆ, ਉਹ ਐਨੀਮਲਸ ਦੇ ਵਿੱਚੋਂ ਆਉਂਦੀ ਆ। ਹਾਂਜੀ ਬਿਲਕੁਲ। ਮਹਾਰਾਜ ਕਹਿੰਦਾ ਵੀ 84 ਲੱਖ ਜੂਨ ਵੀ ਉਸ ਬੰਦੇ ਦੀ ਸੇਵਾ ਕਰੂਗੀ ਜਿਹੜਾ ਪਰਮਾਤਮਾ ਦਾ ਨਾਮ ਜਪਦਾ। ਜੀ ਫਿਰ ਵਾਇਰਸ ਤੇ ਕੀ ਉਹ ਜ਼ਰੂਰਤ ਹੈਗੀ ਆ। ਹਾਂਜੀ ਜੀ ਜੀ ਜੀ। ਮਹਾਰਾਜ ਦੀ ਬਾਣੀ ਦਾ ਸ਼ਬਦ ਹੈ ਨਾ, ਜਿਸਕਾ ਸਾਹਸ ਨਾ ਕਾਢਤਾ ਤਾਕੋ ਰੱਖਦਾ ਕਰ ਹਾਥ। ਜੀ, ਜੇ ਪਰਮੇਸ਼ਰ ਨੂੰ ਮਨਜ਼ੂਰ ਹੈ ਕਿ ਬੰਦਾ ਰੱਬ ਭਾਵੇਂ ਤੇ ਸਾਹਸ ਤੇ ਰੱਖੇ। ਜੀ ਜੀ ਹੁਣ ਜੀ ਇਹਨਾਂ ਲੋਕਾਂ ਨੂੰ ਸ਼ਾਇਦ ਵੀ ਇਹ ਪੁਜਾਰੀ ਨੇ ਲਿਖਤੀਆਂ ਗੱਲਾਂ ਜੀ, ਇਹ ਪੁਜਾਰੀਵਾਦ ਹੈ ਜੀ, ਬ੍ਰਾਹਮਣਵਾਦ ਹੈ, ਅਸੀਂ ਤਾਂ ਇਸ ਗੱਲ ਨੂੰ ਮੰਨਦੇ ਨਹੀਂ। ਬਿਲਕੁਲ ਬਿਲਕੁਲ ਜੀ। ਮੈਂ ਹਾਂਜੀ, ਆਪਾਂ ਨਾ ਇੱਕ ਇਹਨੂੰ ਗੱਲ ਨੂੰ ਹੋਰ ਤਰੀਕੇ ਨਾਲ ਬੇਨਤੀ ਕਰ ਦਿੰਦੇ ਹਾਂ ਬਈ ਸੰਗਤਾਂ ਨਾ ਇੱਕ ਵਾਰੀ, ਹੁਣ ਦੇਖੋ ਇੱਕ ਗੱਲ ਹੈ, ਕਰੋਨਾ ਵਾਇਰਸ ਨੇ ਨਾ ਇੱਕ ਚੀਜ਼ ਦੇਖੋ, ਹਰੇਕ ਚੀਜ਼ ਦੇ ਵਿੱਚੋਂ ਕੁਝ ਜੇ ਬੁਰੇ ਪੱਖ ਹੁੰਦੇ ਨੇ ਨਾ, ਹਮੇਸ਼ਾ ਤੋਂ ਕੁਝ ਚੰਗੇ ਪੱਖ ਵੀ ਸਾਹਮਣੇ ਆਉਂਦੇ ਨੇ। ਕਰੋਨਾ ਵਾਇਰਸ ਨੇ ਨਾ ਇੱਕ ਜਿਹੜੀ ਦੁਨੀਆ ਆ ਉਹਨਾਂ ਨੂੰ ਥੋੜ੍ਹਾ ਜਿਹਾ ਆਰਾਮ ਨਾਲ ਬੈਠਣ ਦਾ, ਸੋਚਣ ਦਾ ਮੌਕਾ ਦੇ ਦਿੱਤਾ ਆ ਵੀ ਘਰ ਵਿੱਚ ਬੈਠ ਕੇ, ਜਿੱਦਾਂ ਕੰਟਰੀਆਂ ਲੋਕਡਾਊਨ ਹੋਈਆਂ ਪਈਆਂ ਨੇ ਨਾ, ਬਈ ਉਹਨਾਂ ਦੇ ਕੋਲ ਉਹਨਾਂ ਨੇ ਕੀ ਕਰਨਾ ਆ ਤੇ ਕੀ ਕਰਨਾ ਚਾਹੀਦਾ। ਹੁਣ ਸਿੱਖਾਂ ਦੇ ਕੋਲ ਟਾਈਮ ਹੈ। ਮੇਰੀ ਇੱਕੋ ਬੇਨਤੀ ਆ ਕਿ ਤੁਸੀਂ ਸਭ ਤੋਂ ਪਹਿਲਾਂ ਜਪਜੀ ਸਾਹਿਬ ਨੂੰ ਪੜ੍ਹ ਲਓ, ਬਾਣੀ ਦਾ ਪਾਠ ਰੋਜ਼ ਕਰੋ ਔਰ ਅਰਥਾਂ ਸਮੇਤ ਕਰੋ। ਉਹਦੇ ਨਾਲ ਤੁਹਾਨੂੰ ਪਤਾ ਚੱਲੇਗਾ ਵੀ ਸਤਿਗੁਰੂ ਸੱਚੇ ਪਾਤਸ਼ਾਹ ਜਿਹੜੇ ਤਰਕ ਕਰ ਰਹੇ ਨੇ ਨਾ, ਉਸ ਤਰਕ ਨੂੰ ਕਿਵੇਂ ਭਜਾਇਆ ਆ। ਜਦੋਂ ਜਿਹੜੀ ਇਹ ਕਹਿ ਰਹੇ ਨਾ ਸਾਡੀ ਬੁੱਧੀ ਦੀ ਵਰਤੋਂ ਕਰਨੀ ਚਾਹੀਦੀ ਆ, ਤੇ ਫਿਰ ਉੱਥੇ ਜਿਹੜੇ ਹੈਗੇ ਦੇਖਿਓ ਬਈ ਸਤਿਗੁਰੂ ਦਾ ਸੱਚੇ ਪਾਤਸ਼ਾਹ ਸਾਨੂੰ ਸਮਝਾਉਣਾ ਕਰਦੇ ਵੀ ਤੁਹਾਡੇ ਜੇ ਜਿੰਨੀਆਂ ਮਰਜ਼ੀ ਸਹਿਣ ਸਿਆਣਪਾਂ ਤੁਹਾਨੂੰ ਆ ਜਾਣ, ਤੁਹਾਡੇ ਨਾਲ ਕਿਸੇ ਸਹਿਜ ਸਿਆਣਪ ਨੇ ਨਹੀਂ ਜਾਣਾ। ਤੇ ਇਹ ਕਹਿ ਰਹੇ ਨੇ ਸਾਡੀ ਜਿਹੜੀ ਬੁੱਧੀ ਆ ਉਹ ਜਿਹੜੀ ਉਹਦਾ ਵਿਕਾਸ ਹੀ ਸਭ ਤੋਂ ਪਹਿਲਾਂ ਆ। ਦੂਜੀ ਗੱਲ ਆ ਵੀ ਤੁਸੀਂ ਸੁਖਮਨੀ ਸਾਹਿਬ ਜੀ ਦਾ ਇੱਕ ਪਾਠ ਰੋਜ਼ ਦਾ ਕਰਨਾ ਸ਼ੁਰੂ ਕਰੋ, ਅਰਥਾਂ ਸਮੇਤ ਕਰੋ। ਫਿਰ ਤੁਹਾਨੂੰ ਪਤਾ ਲੱਗੇਗਾ ਕਿ ਗੁਰੂ ਪਾਤਸ਼ਾਹ ਜੀ ਨੇ ਕਿੰਨੀਆਂ ਰਹਿਮਤਾਂ ਦੱਸੀਆਂ ਨੇ ਬੰਦਗੀ ਵਾਲਿਆਂ ਨੂੰ। ਸਾਰੀ ਬਾਣੀ ਜਪ ਦੇ ਉੱਤੇ ਖੜੀ ਆ, ਨਾਮ ਦੇ ਉੱਤੇ ਖੜੀ ਆ। ਔਰ ਇਹ ਜਿਹੜੇ ਲੋਕ ਨੇ ਉਹ ਕਿਵੇਂ ਗੁਰਬਾਣੀ ਦੀਆਂ ਤੁਕਾਂ ਨੂੰ ਤੋੜ ਮਰੋੜ ਕੇ ਤੇ ਕਿਵੇਂ ਆਪਣੇ ਲਈ ਵਰਤਣਾ ਜਿਹੜਾ ਉਹ ਕਰਦੇ ਨੇ। ਆਪਾਂ ਨੂੰ ਵਿੱਚ ਭਾਈ ਅਮਰਜੀਤ ਸਿੰਘ ਜੀ ਹੁਣਾਂ ਦੀ ਕਾਲ ਆ ਰਹੀ ਹੈ ਜੀ। ਹੈਲੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਭਾਈ ਸਾਹਿਬ ਜੀ, ਬਹੁਤ ਬਹੁਤ ਸਵਾਗਤ ਆ ਜੀ। ਚੜ੍ਹਦੀ ਕਲਾ ਜੀ। ਪੁਜਾਰੀ ਰੱਬ ਨੇ ਹਟਿਆ ਨਹੀਂ, ਸਾਰੇ ਖੁੱਡੇ ਲੈਣ ਲਾ ਦਿੱਤੇ ਆ, ਸਾਰੇ ਅੰਦਰ ਅੰਦਰ ਹੀ ਬਿਠਾ ਦਿੱਤੇ ਆ। ਸਹੀ ਗੱਲ ਹੈ ਜੀ ਜੀ ਜੀ। ਅਜੇ ਉਹਦੀ ਸ਼ਕਤੀ ਨੂੰ ਮੰਨਦੇ ਨਹੀਂ, ਪਤਾ ਨਹੀਂ ਹਜੇ ਇਹਨਾਂ ਨੇ ਹੋਰ ਕੀ ਕਰਵਾ ਕੇ ਮੰਨਣਾ। ਜੀ ਭਾਈ ਸਾਹਿਬ ਜੀ, ਤੁਹਾਡੀ ਆਵਾਜ਼ ਕਾਫੀ ਖਰਾਬ ਹੋ ਗਈ ਆ।
ਤੁਹਾਡੀ ਵਿੰਡੋ ਤਾਂ ਨਹੀਂ ਖੁੱਲੀ ਹੋਈ? ਨਹੀਂ ਜੀ, ਕਾਫੀ ਆਵਾਜ਼ ਖਰਾਬ ਆ ਰਹੀ ਆ। ਮੈਂ ਮਾफ़ੀ ਚਾਹੁੰਦਾ ਸੰਗਤ ਤੋਂ ਕਿ ਕਾਫੀ ਸਾਨੂੰ ਅੱਜ ਪ੍ਰੋਬਲਮ ਆ ਰਹੀ ਆ ਕਾਲਾਂ ਲੈਣ ਦੇ ਵਿੱਚ। ਅਸਲ ਦੇ ਵਿੱਚ ਅਸੀਂ ਇੱਕ ਨਵੇਂ ਸੌਫਟਵੇਅਰ ਰਾਹੀਂ ਕਾਲਸ ਲੈਣ ਦੀ ਅੱਜ ਕੋਸ਼ਿਸ਼ ਕੀਤੀਆਂ ਸੀ, ਜਿਹਦਾ ਕਰਕੇ ਅੱਜ ਕਾਫੀ ਸਾਨੂੰ ਪ੍ਰੋਬਲਮ ਆ ਰਹੀ ਆ। ਉਹਦੇ ਕਮੈਂਟ ਵਿੱਚ ਨਾ ਆਪਣੇ ਨੰਬਰ ਬੋਲ ਦਿਓ ਜੀ। ਜੀ ਮੈਂ ਕਮੈਂਟ ਵਿੱਚ ਲਿਖ ਕੇ ਪਾ ਦਿੰਦਾ ਜੀ। ਅਤੇ ਮੇਰੇ ਖਿਆਲ ਦੇ ਨਾਲ ਭਾਈ ਸਾਹਿਬ ਜੀ, ਜਾਂ ਫਿਰ ਆਪਾਂ ਜਿਹੜਾ ਹੈ ਉਹ 1v1 ਕਾਲਾਂ ਕਰਕੇ ਕਾਲਾਂ ਲੈ ਲਈਏ, ਕਿਉਂਕਿ ਕਿਸੇ ਦੀ ਵੀ ਆਵਾਜ਼ ਜਿਹੜੀ ਉਹ ਕਲੀਅਰ। ਪਹਿਲਾਂ ਬਾਬਾ ਤੇਜਪਾਲ ਸਿੰਘ ਹੋਣਾ ਨੇ ਕਾਲ ਕੀਤੀ ਸੀ, ਉਹਨਾਂ ਦੀ ਵੀ ਨਹੀਂ ਲੈ ਹੋਈ। ਹੁਣ ਭਾਈ ਅਮਰਜੀਤ ਸਿੰਘ ਹੋਣਾ ਦੀ ਵੀ ਨਹੀਂ ਲੈ ਪਾ ਰਹੇ ਆਪਾਂ। ਆਪਾਂ ਜਿਹੜੀਆਂ ਫਿਰ ਆਪਣੇ ਕੋਲ ਟਾਈਮ ਵੀ ਕਾਫੀ ਘੱਟ ਬਚਿਆ, ਅਤੇ ਆਪਾਂ ਮੇਰੇ ਖਿਆਲ ਦੇ ਨਾਲ 1v1 ਕਾਲ ਉੱਦਾਂ ਕਰ ਲਈਏ। ਹੈਲੋ ਨਹੀਂ, ਹੈਲੋ ਭਾਈ ਅਮਰਜੀਤ ਸਿੰਘ ਜੀ ਉਹਨਾਂ ਦੀ ਕਾਲ ਕੱਟੋ ਜੀ, ਵਿੱਚੋਂ ਡਿਸਕਨੈਕਟ ਕਰੋ ਜਾਂ ਮਿਊਟ ਤੇ ਪਾਓ ਬਾਬਾ ਜੀ। ਜੀ ਮੈਂ ਟਰਾਈ ਕਰਦਾ ਪਿਆ ਜੀ। ਦੇਖੋ ਹਾਂ ਬਾਬਾ ਜੀ, ਮੈਂ ਤੁਹਾਨੂੰ ਸਿੱਧੀ ਕਾਲ ਲਾਉਣਾ ਜੀ। ਫਿਰ ਆਪਾਂ ਇਦਾਂ ਕਰਦੇ ਹਾਂ, ਨਾਲ ਇੱਕ ਦੋ ਕਾਲਾਂ ਜਿਹੜੀਆਂ ਲੈਣੀਆਂ ਵੈਸੇ ਲੈ ਲੈਂਦੇ ਆਪਾਂ, ਇੱਧਰੋਂ ਸੌਫਟਵੇਅਰ ਤੋਂ ਬੰਦ ਕਰ ਦਿੰਦੇ ਜੀ। ਚਲੋ ਮੈਂ ਜੀ ਮੈਂ ਟਰਾਈ ਕਰਦਾ ਪਿਆ ਜੀ। ਮੇਰੇ ਖਿਆਲ ਨਾਲ ਭਾਈ ਸਾਹਿਬ ਜੀ ਆਪਾਂ ਇਦਾਂ ਕਰਦੇ ਹਾਂ, ਉਹਨਾਂ ਨੂੰ ਮੈਂ ਸਿੱਧੀ ਫੋਨ 'ਤੇ ਕਾਲ ਵੈਸੇ ਲਾ ਲੈਣਾ, ਅਤੇ ਆਪਾਂ ਇੱਧਰੋਂ ਇਹਨੂੰ ਬੰਦ ਕਰ ਦਿੰਦੇ ਹਾਂ ਇਸ ਪਾਸੇ ਤੋਂ, ਤਾਂ ਜੋ ਆਪਾਂ ਜਿਹੜੀ ਗੱਲਬਾਤ ਹੈ ਉਹ। ਹੈਲੋ 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 ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ ਜੀ। ਭਾਈ ਸਾਹਿਬ ਜੀ, ਬਹੁਤ ਬਹੁਤ ਸਵਾਗਤ ਹੈ ਜੀ ਆਪ ਜੀ ਦਾ ਏਕ ਨੂਰ ਰੇਡੀਓ ਦੇ ਉੱਪਰ। ਤੇ ਕੌਣ ਸਾਹਿਬ ਗੱਲ ਕਰ ਰਹੇ ਜੀ? ਹਾਂਜੀ ਵੀਰ ਜੀ, ਮੈਂ ਬਲਵੀਰ ਸਿੰਘ ਜੀ ਬੋਲਦਾ ਜੀ। ਭਾਈ ਸਿੰਘ ਜੀ ਬੋਲਦਾ ਮੈਂ ਵੀਰ ਜੀ। ਜੀ ਵੀਰ ਜੀ, ਹਾਂਜੀ ਤੁਸੀਂ ਆਉਂਦੇ ਹੋ ਜੀ, ਗੱਲ ਰੱਖੋ ਜੀ ਆਪਣੀ। ਹਾਂਜੀ ਅੱਜ ਤੁਹਾਡਾ ਵਿਸ਼ਾ ਸੁਣ ਰਿਹਾ ਸੀ ਮਹਾਰਾਜ ਜੀ। ਵਿਸ਼ਾ ਅੱਜ ਦਾ ਤੁਹਾਡਾ ਬਹੁਤ ਵਧੀਆ ਤੁਸੀਂ ਚੁਣਿਆ ਜੀ। ਔਰ ਹੋਣੇ ਵੀ ਚਾਹੀਦਾ ਹਰ ਸਿੱਖ ਦਾ, ਹਰ ਜਿਹੜੇ ਘਰਾਂ 'ਚ ਜਿਹੜੇ ਗੁਰੂ ਨੂੰ ਕਰਦੇ ਹਰ ਸਿੱਖ ਦਾ ਇਹ ਵਿਸ਼ਾ ਹੋਣਾ ਚਾਹੀਦਾ। ਤੁਹਾਡਾ ਇਕੱਲਿਆਂ ਦਾ ਨਹੀਂ, ਹਰ ਇੱਕ ਦਾ ਹੋਣਾ ਚਾਹੀਦਾ। ਜੀ 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 ਬਿਲਕੁਲ ਜੀ। ਇਹ ਸਾਡਾ ਜਿਹੜੇ ਗੁਰੂ ਸਥਾਨ ਨੇ ਸਾਡੇ ਸਾਂਝੇ ਨੇ। ਜੀ 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 ਮਹਾਰਾਜ ਇੱਕ ਮੈਂ ਤੁਹਾਡੇ ਨਾਲ ਇਹ ਗੱਲ ਕਰਨਾ ਚਾਹੁੰਦਾ ਜੀ। ਸਾਰਾ ਆਪਾਂ ਇਹਨਾਂ ਦਾ ਸੋਸ਼ਲ ਮੀਡੀਆ ਤੇ ਵੀ ਜਾਂ YouTube ਤੇ ਆਪਾਂ ਸਾਰਾ ਕੁਝ ਦੇਖ ਰਹੇ ਹਾਂ, ਸੁਣ ਰਹੇ ਹਾਂ ਜੀ। ਇਹ ਬੰਦਾ ਕਿੰਨਾ ਕੂੜ ਪ੍ਰਚਾਰ ਗੁਰੂ ਮਹਾਰਾਜ ਦੇ ਬਾਰੇ, ਸਥਾਨਾਂ ਬਾਰੇ, ਪਰ ਮਾੜਾ ਪ੍ਰਚਾਰ ਕਰਕੇ, ਧਰਮ ਬਾਰੇ ਮਾੜਾ ਪ੍ਰਚਾਰ ਕਰਕੇ, ਮਾੜਾ ਬੋਲ ਕੇ ਆਪ ਕਹਿ ਰਿਹਾ ਮੈਂ ਹਸਪੀਟਲ ਦੇ ਰਿਹਾ, ਮੈਂ ਏਦਾਂ ਕਰ ਰਿਹਾ, ਏਦਾਂ ਨਹੀਂ ਦੱਸ ਰਿਹਾ ਕਿ ਸੰਗਤ ਦੀ ਮਾਇਆ ਨਾਲ ਮੈਂ ਇਹ ਬਿਲਡਿੰਗ ਖੜੀ ਕੀਤੀ ਸੀ ਤੇ ਉਹ ਦੇ ਰਿਹਾ ਨਾ ਜੀ। ਕਿੰਨਾ ਟਟਕਾਣ ਬੰਦਾ ਆ। ਦੇਖੋ ਤੁਸੀਂ ਜੀ। ਸਿਰਫ ਆਪਣਾ ਨਾਮ। ਔਰ ਮੈਂ ਇਹਨਾਂ ਦੇ ਜਿਹੜੇ ਜੋ ਇਹਨੂੰ ਲੋਕ ਸੁਣਦੇ ਆ ਉਹਨਾਂ ਦੀ ਮਾਨਸਿਕਤਾ ਦੇਖ ਰਿਹਾ। ਉਹ ਬੰਦੇ ਕਹਿ ਰਹੇ ਆ ਕਿ ਇਹ ਬੰਦਾ ਕਹਿੰਦੇ ਗੁਰੂ ਨਾਨਕ ਸਾਹਿਬ ਜੀ ਦਾ ਮੈਨੂੰ ਕੁਛ ਨਹੀਂ। ਦੇਖੋ ਤੁਸੀਂ ਇਹ ਲੋਕ। ਭਾਈ ਸਾਹਿਬ ਜੀ ਦੇਖੋ, ਇੱਕ ਗੱਲ ਹੁੰਦੀ ਆ, ਮੈਂ ਨਾ ਇੱਕ ਚੀਜ਼ ਨੋਟਿਸ ਕੀਤੀ ਵੈਸੇ ਵੀ, ਕੋਈ ਗੱਡੀ ਜਾਂਦੀ ਨਾ ਉਹਦੇ ਪਿੱਛੇ ਕੁੱਤਾ ਭੱਜ ਕੇ ਭੌਂਕਦਾ, ਠੀਕ ਹੈ ਜੀ। ਉਹ ਆਪਣੇ ਆਪ ਦੇ ਵਿੱਚ ਕਿੰਨਾ ਵੀ ਸੋਚ ਲੈ ਵੀ ਮੈਂ ਬਹੁਤ ਤਕੜਾ ਵਿਦਵਾਨ ਬਣ ਗਿਆ ਆ ਤੇ ਵੀ ਗੱਡੀ ਮੇਰਾ ਕਰਕੇ ਨਹੀਂ ਰੁਕੇ, ਉਹਨੂੰ ਇਹ ਨਹੀਂ ਪਤਾ ਭਾਈ ਗੱਡੀ ਨੂੰ ਫਰਕ ਕੋਈ ਨਹੀਂ ਪੈ ਰਿਹਾ। ਸੋ ਆਪਣੇ ਉੱਥੇ ਨੇਕੀ 4x4 ਦੇ ਕਮਰੇ 'ਚ ਬੈਠਾ ਬਕਵਾਸ ਕਰੀ ਜਾ ਰਿਹਾ, ਇਹ ਆਪਣੀ ਸਟੇਜ ਤੋਂ ਉੱਥੋਂ ਬੋਲੀ ਜਾ ਰਿਹਾ ਵੀ। ਔਰ ਦੇਖੋ ਗੱਲ ਕਹਿੰਦਾ, ਇੱਕ ਗੱਲ ਕਹਿ ਕੇ ਹਟਦਾ, ਮੈਂ ਤੁਹਾਨੂੰ ਛੋਟੀ ਜਿਹੀ ਬੇਨਤੀ ਕਰਦਾ। ਇਹਨਾਂ ਨੇ ਕਿਹਾ ਸੀ ਵੀ ਮੈਂ ਝੂਠ ਦੇ ਜਿਹੜੇ ਪਖੰਡੀਆਂ ਦੇ ਡੇਰੇ ਨੇ ਉਹ ਬੰਦ ਕਰਵਾ ਦੇਣੇ ਆ, ਬਾਅਦ 'ਚ ਆਪਦੇ ਦੀਵਾਨ ਬੰਦ ਕਰ ਗਿਆ। ਉਹ ਇੱਕ ਪਹਿਲਾ ਪ੍ਰੂਫ ਸੀ ਇਹਨਾਂ ਦੇ ਝੂਠੇ ਹੋਣ ਦਾ। ਬਿਲਕੁਲ। ਦੂਜੀ ਹੁਣ ਕਹਿੰਦਾ ਸੀ ਵੀ ਮਾੜੀ ਜਿਹੀ ਬਿਮਾਰੀ ਵਧਣ ਦੀ ਦੇਰ ਆ, ਸਭ ਤੋਂ ਪਹਿਲਾਂ ਪਖੰਡੀਆਂ ਨੇ ਆਪਣੇ ਡੇਰੇ ਬੰਦ ਕਰ ਲੈਣੇ ਆ। ਤੇ ਅੱਜ ਖੁਦ ਕਹਿ ਰਿਹਾ ਵੀ ਬਾਹਰੋਂ ਚਾਹ ਪਾਣੀ ਪੀ ਕੇ ਮੁੜ ਜਾਓ ਭਾਈ, ਅੰਦਰ ਨਾ ਆਇਓ। ਦੇਖੋ ਕਿਸੇ ਡੇਰੇ 'ਚ ਗੁਰਦੁਆਰੇ 'ਚ ਗੱਲ ਕਹੀ ਨਹੀਂ ਗਈ। ਅਸੀਂ ਖੁਦ ਗੁਰੂ ਘਰ ਦੇ ਵਿੱਚ ਰਹਿੰਦੇ, ਅਸੀਂ ਬਾਹਰ ਸੰਗਤਾਂ ਨੂੰ ਇੱਥੇ ਸਾਡੀ ਸੰਗਤ ਜਿਹੜੇ ਆ ਰਹੇ ਉਹਨੂੰ ਲੰਗਰ ਛਕਾਉਂਦੇ ਆ, ਬਾਹਰ ਜਾ ਕੇ ਜਿਹੜੇ ਪ੍ਰਸ਼ਾਸਨ ਖੜਾ ਆ ਜਾਂ ਲੋੜਵੰਦ ਉਹਨੂੰ ਛਕਾ ਰਹੇ ਆ। ਜੀ। ਇਹਦਾ ਤਾਂ ਕੋਈ ਗੱਲ ਕਹਿਣ ਦੀ ਜਾਂ ਦੱਸਣ ਦੀ ਜਾਂ, ਪਰ ਦੇਖੋ ਤੁਹਾਡੀ ਗੱਲ ਸਹੀ ਆ। ਇਹਨੇ ਆਪਣੇ ਡੇਰੇ ਮੂਹਰੇ ਬਾਹਰ ਉਹਨਾਂ ਨੂੰ ਰੋਕ ਦਿੱਤਾ, ਲੰਗਰ ਲਾਤਾ। ਮਤਲਬ ਕਿ ਜੋ ਤੁਸੀਂ ਜੋ ਇਹ ਗੱਲਾਂ ਲੋਕਾਂ ਨੂੰ ਕਹਿੰਦਾ, ਉਹ ਗੱਲਾਂ ਸਾਰੀਆਂ ਆਪਣੇ ਤੇ ਇਹਦੇ ਉੱਪਰ ਲਾਗੂ ਹੋ ਰਹੀਆਂ ਗੱਲਾਂ।
ਮੈਂ ਉਹੀ ਬੇਨਤੀ ਕਰ ਰਿਹਾ ਜੀ, ਤੇ ਬਿਲਕੁਲ ਇਸੇ ਤਰੀਕੇ ਦੇ ਨਾਲ ਹੀ ਚੱਲ ਰਿਹਾ। ਭਾਈ ਸਾਹਿਬ ਜੀ, ਮੈਂ ਅੱਜ ਥੋੜ੍ਹਾ ਜਿਹਾ ਖਿਮਾ ਦਾ ਜਾ ਚੱਕਾ, ਕਿਉਂਕਿ ਸਾਡੇ ਨਾ 2 ਚਿਰ ਪਹਿਲਾਂ ਹੀ ਕੋਸ਼ਿਸ਼ ਕਰ ਰਹੀ ਸੌਫਟਵੇਅਰ ਥਾਣੀ ਕਾਲਾਂ ਲੈਣ ਦੀ, ਉੱਥੇ ਕਾਲਾਂ ਨਾ ਆਉਣ ਦਾ ਕਰਕੇ ਨਾ ਮੇਰੇ ਕੋਲ ਲਗਭਗ 20 ਤੋਂ 25 ਕਾਲਾਂ ਨੇ ਜਿਹੜੀਆਂ ਮੇਰੇ ਕੋਲ ਇਸ ਟਾਈਮ ਜਿਹੜੀਆਂ ਆਈਆਂ ਹੋਈਆਂ ਨੇ। ਸੋ ਆਪਾਂ ਸਾਰਿਆਂ ਨੂੰ ਥੋੜ੍ਹਾ ਜਿਹਾ ਟਾਈਮ ਅੱਜ ਦੇ ਲੈਂਦੇ ਹਾਂ। ਠੀਕ ਆ ਮਰੇ ਮੈਂ ਦੋ ਚਾਰ ਮੈਂ ਖਿਮਾ ਥੋੜ੍ਹਾ ਜਿਹਾ ਅੱਜ ਖਿਮਾ ਦਾ ਜਾ ਚੱਕਾ ਜੀ। ਸੱਚ ਕਰ ਜਾਣਿਓ, ਦਿਲ ਬਹੁਤ ਕਰਦਾ ਕਿ ਹਰੇਕ ਵੀਰ ਨੂੰ ਟਾਈਮ ਦਈਏ, ਪਰ ਉਹ ਕਾਫੀ ਸਾਰੀਆਂ ਕਾਲਾਂ ਹੋਲਡ 'ਤੇ ਪਈਆਂ ਨੇ। ਕੋਈ ਗੱਲ ਨਹੀਂ ਜਿੱਦਾਂ ਤੁਹਾਡੀ ਮੌਜ, ਕੋਈ ਗੱਲ ਨਹੀਂ ਜੀ। ਬਹੁਤ ਧੰਨਵਾਦ ਭਾਈ ਸਾਹਿਬ ਜੀ। ਠੀਕ ਆ ਜੀ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਹੱਥ ਜੋੜ ਕੇ ਖਿਮਾ ਦਾ ਜਾ ਚੱਕਾਂ ਜੀ ਸਾਰੇ ਵੀਰਾਂ ਤੋਂ, ਕਿਉਂਕਿ ਥੋੜ੍ਹੀ ਜਿਹੀ ਅੱਜ ਪ੍ਰੋਬਲਮ ਆ ਰਹੀ ਆ ਕਾਲਾਂ ਲੈਣ 'ਤੇ, ਕਿਉਂਕਿ ਤੁਹਾਨੂੰ ਪਤਾ ਜਦੋਂ ਆਪਾਂ ਕਿਸੇ ਨਵੇਂ ਸੌਫਟਵੇਅਰ ਨਾਲ ਕਾਲਾਂ ਲੈਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਕੁਝ ਸਮਾਂ ਪ੍ਰੋਬਲਮ ਆਉਂਦੀਆਂ ਨੇ ਜੀ। ਸੋ ਉਮੀਦ ਕਰਦੇ ਹਾਂ ਕਿ ਮੈਂ ਤਾਂ ਹੀ ਕਹਿੰਦਾ ਹੁੰਦਾ ਕਿ ਏਕ ਨੂਰ ਰੇਡੀਓ ਇੱਕ ਪਰਿਵਾਰ ਆ, ਅਤੇ ਪਰਿਵਾਰ ਦੇ ਵਿੱਚ ਉਮੀਦ ਕਰਦਾ ਕਿ ਤੁਸੀਂ ਸਾਨੂੰ ਇਸ ਗੁਸਤਾਖੀ ਲਈ ਬਖਸ਼ ਲਵੋਗੇ ਜੀ। ਭਾਈ ਅਮਰਜੀਤ ਸਿੰਘ ਜੀ ਹੁਣਾਂ ਨੂੰ ਵੀ ਆਪਾਂ ਲੈ ਲੈਂਦੇ ਹਾਂ ਕਾਲ 'ਤੇ, ਉਹਨਾਂ ਦੀ ਕਾਲ ਆ ਰਹੀ ਸੀ। ਲਾਈ ਹੈ ਜੀ ਕਾਲ ਉਹਨਾਂ ਨੂੰ। ਵਾਹਿਗੁਰੂ। ਮੈਨੂੰ ਲੱਗ ਰਿਹਾ ਸਾਇੰਸਦਾਨ ਢੰਡਰੀਆਂ ਵਾਲੇ ਨੇ ਨਾ ਭਾਈ ਅਮਰਜੀਤ ਸਿੰਘ ਹੁਣਾਂ ਨੂੰ ਚੁੱਪ ਕਰਾਉਣ ਦੇ ਲਈ ਕੋਈ ਨਾ ਕੋਈ ਸੌਫਟਵੇਅਰ ਲਾਇਆ। ਜਦੋਂ ਭਾਈ ਸਾਹਿਬ ਹੁਣਾਂ ਨਾਲ ਗੱਲ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਧੰਨ ਭਾਗ ਭਾਈ ਸਾਹਿਬ ਜੀ, ਤੁਹਾਡੀ ਆਵਾਜ਼ ਆਈ ਆ। ਹਾਂਜੀ ਵੀਰ ਜੀ, ਹਾਂਜੀ ਆਪਾਂ ਆਨ ਈਅਰ ਆ ਜੀ। ਗੱਲ ਜ਼ਰੂਰ ਆਪਣੀ ਆਪ ਰੱਖੋ ਜੀ। ਸਾਰੇ ਸਰੋਤਿਆਂ ਨੂੰ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜਿਹੜਾ ਪ੍ਰੋਗਰਾਮ ਦਾ ਮੂਲ ਮਕਸਦ ਹੈ, ਜਿਹਦੇ ਕਰਕੇ ਪ੍ਰੋਗਰਾਮ ਲਿਖਿਆ ਗਿਆ ਆ, ਪਹਿਲਾਂ ਆਪਾਂ ਉਹ ਗੱਲ ਨੂੰ ਥੋੜਾ ਟੈਕਲ ਡਾਊਨ ਕਰ ਲਈਏ ਜੀ। ਇਸ ਤਰਾਸਦੀ ਦੇ ਨਾਲ ਸਮੁੱਚੇ ਸਿੱਖ ਜਗਤ ਜਾਂ ਦੁਨੀਆ ਭਰ ਦੇ ਜਿਹੜੇ ਲੋਕ ਇਸ ਦੁੱਖ ਦੇ ਵਿੱਚੋਂ ਦੀ ਗੁਜ਼ਰ ਰਹੇ ਆ, ਸਾਰੇ ਅਸੀਂ ਵੀ ਉਹਦੇ ਨਾਲ ਜਿਹੜੇ ਇਸ ਵੇਲੇ ਹਮਦਰਦੀ ਦੇ ਵਿੱਚ ਆ, ਤੇ ਅਸੀਂ ਖੁਦ ਵੀ ਇਸ ਦੁੱਖ ਦਾ ਸਾਰੇ ਦਾ ਹਿੱਸਾ ਆ, ਕਿਉਂਕਿ ਆਪਾਂ ਸਮੁੱਚਾ ਸੰਸਾਰ ਹੀ ਵਿਕਟਮ ਹੈ ਇਸ ਵਾਇਰਸ ਦਾ ਜੀ। ਠੀਕ ਹੈ ਜੀ। ਔਰ ਕੁਝ ਕੁ ਬੰਦਿਆਂ ਦੀਆਂ ਅਜਿਹੀਆਂ ਪੋਸਟਾਂ ਵਿਸ਼ੇਸ਼ ਕਰਕੇ ਸਿੱਖ ਧਰਮ ਦੇ ਗੁਰ ਅਸਥਾਨਾਂ ਔਰ ਸਾਡੇ ਜਿਹੜੇ ਬਹੁਤ ਵਿਸ਼ੇਸ਼ ਸਥਾਨ ਹੈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪ੍ਰਤੀ ਇਹੋ ਜਿਹੀਆਂ ਟਿੱਪਣੀਆਂ ਆਈਆਂ, ਜਿਹਨਾਂ ਕਰਕੇ ਸਾਡਾ ਜਿਹੜਾ ਮਨ ਬਹੁਤ ਦੁਖੀ ਹੋਇਆ, ਜਿਹਦੀ ਵਜ੍ਹਾ ਕਰਕੇ ਪ੍ਰੋਗਰਾਮ ਆਪਾਂ ਰੱਖਿਆ। ਜੀ ਜੀ ਜੀ। ਜਿਹੜੇ ਲੋਕ ਇਹ ਕਹਿ ਰਹੇ ਆ ਕਿ ਹਸਪਤਾਲ ਬਣਾ ਦੇਣੇ ਚਾਹੀਦੇ ਆ ਤੇ ਗੁਰਦੁਆਰੇ ਬੰਦ ਕਰ ਦੇਣੇ ਚਾਹੀਦੇ ਆ, ਵੀ ਉਹਨਾਂ ਨੂੰ ਇੱਕ ਸਵਾਲ ਆ ਵੀ ਇਟਲੀ ਦੇ ਵਿੱਚ ਹਸਪਤਾਲ ਹੈ ਨਹੀਂ ਸੀਗੇ? ਬਿਲਕੁਲ ਜੀ। ਚਾਈਨਾ ਦੁਨੀਆ ਦੀ ਜਿਹੜੀ ਮੋਸਟ ਜਿਹੜੀ ਆ ਸਟਰੋਂਗ ਇਕੋਨਮੀ ਆ, ਔਰ ਦੁਨੀਆ ਦੀ ਸਭ ਤੋਂ ਜਿਹੜੀ ਆ ਸਮਾਰਟ ਇੰਟੈਲੀਜੈਂਟ ਟੈਕਨੋਲੋਜੀ ਜਿਹੜੀ ਆ ਉਹ ਡਿਵੈਲਪ ਕਰ ਰਹੀ ਆ ਜੀ। ਤੇ ਤਕਰੀਬਨ ਦੁਨੀਆ ਦੇ ਵਿੱਚ ਲਗਭਗ 50% ਤੋਂ ਉੱਤੇ ਐਕਸਪੋਰਟ ਦਾ ਬਿਜ਼ਨਸ ਚਾਈਨਾ ਤੋਂ ਆ ਰਿਹਾ ਆ ਜੀ। ਇਹਨਾਂ ਮੂਰਖਾਂ ਨੂੰ ਮੇਰੀ ਤਰਕ ਆ ਵੀ ਉਹਨਾਂ ਕੋਲ ਹਸਪਤਾਲ ਹੈ ਨਹੀਂ ਸੀਗੇ। ਜੀ 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 ਜੀ। ਜੇ ਅਗਰ ਇਹ ਕਹਿੰਦੇ ਆ ਵੀ ਪੁਜਾਰੀ ਵਾਲੇ ਰੱਬ ਨੇ ਨਹੀਂ ਬੰਦੇ ਬਚਾਏ, ਪੁਜਾਰੀ ਵਾਲੇ ਰੱਬ ਨੇ ਆਣ ਕੇ ਬੰਦਿਆਂ ਨੂੰ ਨਹੀਂ ਸੇਵ ਕੀਤਾ, ਤੇ ਮੇਰਾ ਸਵਾਲ ਇਹ ਆ ਜਿਹੜੇ ਬੰਦੇ ਮਰ ਗਏ ਆ ਫਿਰ ਉਹ ਡਾਕਟਰਾਂ ਦੇ ਜਾਂ ਵਿਗਿਆਨ ਦੇ ਹਿੱਸੇ ਪਾਈਏ? ਬਿਲਕੁਲ ਜੀ। ਜੇ ਅਗਰ ਬਚਾਉਣ ਦੀ ਜ਼ਿੰਮੇਵਾਰੀ ਉਹਨਾਂ ਦੇ ਹਿੱਸੇ ਵਿੱਚ ਪੈਣੀ ਆ ਤਾਂ ਫਿਰ ਮਰਨ ਵਾਲਿਆਂ ਦੀ ਵੀ ਉਹਨਾਂ ਦੇ ਪੈਣੀ ਆ। ਦੇਖੋ ਅਸੀਂ ਇਸ ਗੱਲ ਦੇ ਨਾਲ ਸਹਿਮਤ ਆ ਜੀ 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 ਕਿ ਉਹ ਜਿਹੜੇ ਬੰਦੇ ਜਿੰਨੇ ਵੀ ਡਾਕਟਰ ਸਾਹਿਬਾਨ ਆ, ਵਿਗਿਆਨੀ ਨੇ, ਉਹ ਸਾਰੇ ਆਪਣੀ ਬੈਸਟ ਆਫ ਐਬਿਲਿਟੀ ਮਿਹਨਤ ਕਰ ਰਹੇ ਨੇ ਜੀ। ਅਸੀਂ ਤਹਿ ਦਿਲ ਤੋਂ ਧੰਨਵਾਦੀ ਆ। ਬਿਲਕੁਲ ਜੀ। ਤੁਸੀਂ ਜਿਹੜਾ ਆ ਸਾਡੇ ਉੱਤੇ ਉਹਨਾਂ ਨੂੰ ਦੀ ਕੋਸ਼ਿਸ਼ ਕਰ ਰਹੇ ਹੋ। ਗੁਰੂ ਸਾਹਿਬ ਦੀ ਬਾਣੀ ਦਾ ਸਿਧਾਂਤ ਆ, ਸਹਿਜ ਸਿਆਣਪਾਂ ਲੱਖ ਹੋਏ ਇੱਕ ਨਾ ਚੱਲੇ ਨਾਲ। ਬਿਲਕੁਲ ਜੀ। ਔਰ ਤੁਸੀਂ ਗੁਰੂ ਦੀ ਹਜ਼ੂਰੀ 'ਚ ਬਹਿ ਕੇ ਤੁਸੀਂ ਝੂਠ ਬੋਲ ਰਹੇ ਹੋ, ਗੁਰੂ ਦੀ ਵਿਚਾਰ ਧਾਰਾ ਦਾ ਵਿਰੋਧ ਕਰ ਰਹੇ ਹੋ। ਜੀ ਜੀ ਜੀ। ਮਹਾਰਾਜ ਕਹਿੰਦੇ ਆਖਣ ਜੋਰ ਚੁੱਪੇ ਨਾ ਜੋਰ। ਵਾਹਿਗੁਰੂ। ਬਿਲਕੁਲ ਹਨਾ। ਗੁਰੂ ਜਨਮ ਤੇ ਵੀ ਤੁਹਾਡਾ ਜ਼ੋਰ ਨਹੀਂ ਤੇ ਮਰਨ ਤੇ ਵੀ ਨਹੀਂ ਜ਼ੋਰ। ਉਸ ਗੁਰੂ ਦੀ ਹਜ਼ੂਰੀ ਦੇ ਵਿੱਚ ਬੈਠ ਕੇ ਤੁਸੀਂ ਝੂਠ ਬੋਲ ਰਹੇ ਹੋ। ਇਹ ਗੱਲ ਕਹਿਣ ਦਾ ਮਤਲਬ ਇਹ ਨਹੀਂ
ਕਿ ਅਸੀਂ ਜਿਹੜੇ ਵਿਗਿਆਨੀ ਜਾਂ ਡਾਕਟਰ ਸਾਹਿਬਾਨ ਮਿਹਨਤ ਕਰ ਰਹੇ ਆ ਉਹਨਾਂ ਦੇ ਪ੍ਰਤੀ ਸਾਡਾ ਕੋਈ ਡੀ ਐਪਰੀਸ਼ੀਏਸ਼ਨ ਜੀ 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 ਜਾਂ ਅਸੀਂ ਅਨਗ੍ਰੇਟਫੁਲ। ਭਾਈ ਸਾਹਿਬ ਜੀ, ਡਾਕਟਰ ਤਾਂ ਖੁਦ ਇਹ ਗੱਲ ਦੇਖੋ, ਡਾਕਟਰਾਂ ਦੀ ਜਦੋਂ ਵੀ ਟੀਮ ਆ ਰਹੀ ਆ, ਆਪਾਂ ਉਹਨਾਂ ਦੀਆਂ ਫੋਟੋਆਂ ਦੇਖੀਆਂ ਨੇ, ਉਹਨਾਂ ਦੇ ਤੁਸੀਂ ਜਿਹੜੇ ਨਾ ਡਾਕਟਰ ਖਾਸ ਕਰ ਚਾਈਨਾ 'ਚ ਜਾਂ ਇਟਲੀ 'ਚ ਕੰਮ ਕਰ ਰਹੇ ਨੇ, ਉਹਨਾਂ ਦੇ ਟਵਿੱਟਰ ਅਕਾਊਂਟ ਤੇ ਤਾਂ ਨਜ਼ਰ ਮਾਰੀਏ, ਉਹ ਹਰ ਕੋਈ ਟਵੀਟ ਕਰਕੇ ਜਾ ਰਿਹਾ ਵੀ ਪ੍ਰੇ ਫॉर ਮੀ। ਬਿਲਕੁਲ ਠੀਕ ਹੈ ਜੀ। ਅੱਛਾ, ਨਾਲੇ ਹੁਣ ਜਿਹੜੇ ਉਹ ਟਵੀਟ ਕਰ ਰਹੇ ਆ ਉਹਨਾਂ ਨੂੰ ਕਹਿੰਦੇ ਆ ਗੋਰਿਆਂ ਦੀ ਪਰਸਨੈਲਿਟੀ ਡਿਵੈਲਪ ਹੋਈ। ਹੁਣ ਡਿਵੈਲਪ ਪਰਸਨੈਲਿਟੀ ਵਾਲੇ ਤਾਂ ਕਹਿੰਦੇ ਪ੍ਰੇ ਫॉर ਮੀ ਜੀ, ਤੇ ਇਹ ਬੰਦੇ ਕਹਿੰਦੇ ਆ ਕਿ ਇਹ ਜਿਹੜਾ ਆ ਲੋਕਾਂ ਨੂੰ ਦੁਨੀਆ ਦੀ ਆਪਾਂ ਇੱਕ ਹੋਰ ਤਰੀਕੇ ਨਾਲ ਇਹਨੂੰ ਸਮਝਣ ਦੀ ਕੋਸ਼ਿਸ਼ ਕਰ ਲੈਂਦੇ। ਤੁਸੀਂ ਦੁਨੀਆ ਦੀਆਂ ਸਰਮੋਰ 100 ਹਸਤੀਆਂ ਚੁਣ ਲਓ, ਠੀਕ ਹੈ ਜੀ, ਉਹਨਾਂ ਦੇ ਤੁਸੀਂ ਜਿਹੜੇ ਹੈਗੇ ਆ ਉਹਨਾਂ ਦੇ ਸਪੀਚਸ ਦੇਖ ਲਓ, ਉਹਨਾਂ ਦੇ ਤੁਸੀਂ ਜਿਹੜੇ ਆ ਸਰਮੋਰ ਜਿਨ੍ਹਾਂ ਨੂੰ ਇਹ ਮੰਨਦੇ ਨੇ। ਦੇਖੋ ਹੁਣ ਡੋਨਲਡ ਟਰੰਪ ਆ, ਉਹ ਅਰਦਾਸ ਕਰਵਾ ਰਿਹਾ, ਇੰਗਲੈਂਡ ਦੇ ਵਿੱਚ ਅਰਦਾਸ ਕਰਵਾਈ ਜਾ ਰਹੀ ਆ। ਹਾਂ, ਮੈਂ ਇਹ ਆਪਾਂ ਅਰਦਾਸ ਕਹਿ ਰਹੇ ਹਾਂ, ਉਹ ਪ੍ਰੇ ਕਹਿ ਰਹੇ ਆ, ਨਾਮਾਂ ਦੇ ਜ਼ਰੂਰ ਫਰਕ ਨੇ, ਪਰ ਉਹ ਇੱਕ ਦੇ ਅੱਗੇ ਹੀ ਅੱਜ ਜਿਹੜੀ ਸਾਰੀ ਇਨਸਾਨੀਅਤ ਆ ਉਹ ਹੱਥ ਜੋੜ ਕੇ ਖੜੀ ਆ, ਨਗਮਸਤਕ ਹੋ ਰਹੀ ਆ ਵੀ ਸਾਡੀ ਰੱਖਿਆ ਕਰੋ। ਈਵਨ ਜਿਹੜੇ ਮੈਂ ਜਦੋਂ ਨਾ ਸਟਾਰਟਿੰਗ ਦੇ ਵਿੱਚ ਆਪਾਂ ਕਹਿ ਰਹੇ ਨਾਸਤਕ ਕਹਿ ਰਹੇ ਸੀ, ਮੈਂ ਤਾਂ ਹੀ ਕਿਹਾ ਸੀ ਵੀ ਨਾਸਤਕ ਨਹੀਂ ਇਹਨਾਂ ਨੂੰ ਕਿਹਾ ਜਾ ਸਕਦਾ, ਕਿਉਂਕਿ ਨਾਸਤਕ ਵੀ ਅੱਜ ਹੱਥ ਜੋੜ ਕੇ ਇਹ ਗੱਲ ਕਹਿ ਰਹੇ ਨੇ ਅਗਰ ਪਰਮਾਤਮਾ ਹੈ ਤਾਂ ਉਹ ਕਿਰਪਾ ਕਰਕੇ ਸਾਡੀ ਰੱਖਿਆ ਕਰੇ। ਉਹ ਬੇਨਤੀ ਕਰ ਰਹੇ ਨੇ, ਨਾ ਕਿ ਚੈਲੰਜ ਕਰ ਰਹੇ ਨੇ। ਬਾਬਾ ਜੀ ਗੱਲ ਇਹ ਆ ਨਾ, ਜਿੱਥੋਂ ਇਹ ਨਾਸਤਕ ਜੁੰਡਲੀ ਨੂੰ ਟ੍ਰੇਨਿੰਗ ਸੈਂਟਰ ਆ ਜਿਹੜਾ ਇਹਨਾਂ ਦਾ ਪਰਮੇਸ਼ਰ ਦੁਆਰ, ਜੀ ਜੀ ਜੀ, ਜਿੱਥੋਂ ਇਹ ਸਵਾਲਾਂ ਦੀ, ਇਹ ਸਮਝ ਦੀ ਜਿਹੜੀ ਇਹ ਨਾਸਤਕ ਪਰਸਨੈਲਿਟੀ ਡਿਵੈਲਪ ਕੀਤੀ ਜਾਂਦੀ ਆ ਜੀ, ਉੱਥੇ ਜਿਹੜਾ ਉਸ ਜਗ੍ਹਾ ਦਾ ਮੁੱਖ ਜ਼ਿੰਮੇਵਾਰ ਬੰਦਾ ਆ ਜੀ, ਜਿਹੜਾ ਕਹਿੰਦਾ ਕਿ ਰੱਬ ਨਾਂ ਦੀ ਕੋਈ ਚੀਜ਼ ਨਹੀਂ ਹੁੰਦੀ ਜੀ, ਕਿਸੇ ਇੱਕ ਵੀ ਬੰਦੇ ਦੇ ਵਿੱਚ ਜ਼ਰੂਰਤ ਨਹੀਂ ਹੈਗੀ ਕਿ ਉਹ ਉਹਨੂੰ ਇਹ ਆਖ ਸਕੇ ਕਿ ਦੀਵਾਨ ਦੀ ਸਮਾਪਤੀ ਤੋਂ ਬਾਅਦ ਵਿੱਚ ਅਰਦਾਸ ਨਹੀਂ ਕਰਨੀ। ਕਾਹਦੀ ਕਰਨੀ, ਕਿਹਦੇ ਅੱਗੇ ਕਰਨੀ? ਮੈਂ ਬਿਲਕੁਲ ਜੀ ਇਹ ਪਹਿਲਾਂ ਵੀ ਬੇਨਤੀ ਕੀਤੀ ਸੀ ਵੀ ਇੰਨੀਆਂ ਤੁਸੀਂ ਨੀਵੀਂ ਪਾ ਲਈ। ਜਿਹੜੀ ਸਿੱਖ ਕੌਮ ਜਿਹੜੀ ਸੀ ਉਹ ਵੈਰੀ ਦੀ ਅੱਖ ਦੇ ਵਿੱਚ ਅੱਖ ਪਾ ਕੇ ਗੱਲ ਕਰਦੀ ਹੁੰਦੀ ਸੀ, ਉਹ ਆਪਣੇ ਪ੍ਰਚਾਰਕ ਨੂੰ ਇਹ ਗੱਲ ਪੁੱਛਣ ਤੋਂ ਅਸਮਰਥ ਜਾਪਣ ਡਈ ਆ ਵੀ ਦੱਸ ਤੂੰ ਸਾਨੂੰ ਪੂਰੇ ਦੀਵਾਨ 'ਚ ਇੱਕ ਗੱਲ ਦ੍ਰਿੜ ਕਰਵਾਤੀ ਵੀ ਅਰਦਾਸ ਨਹੀਂ ਕਰਨੀ, ਹੁਣ ਤੂੰ ਹੱਥ ਜੋੜ ਕੇ ਖੜ ਗਿਆ। ਇੱਥੇ ਆਣ ਕੇ ਬਾਬਾ ਜੀ ਕੰਮ ਪੈ ਗਿਆ, ਖਰਾਬ ਹੋ ਗਿਆ। ਮੇਰੇ ਕੋਲ ਇੱਕ ਕਾਲ ਆ ਰਹੀ ਹੈ, ਮੈਂ ਤੁਹਾਨੂੰ ਵਾਪਸ ਲੈਣਾ, ਤੁਸੀਂ ਜੀ 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 ਜੀ। ਸੋ ਬੇਨਤੀ ਇਹ ਆ, ਅਸੀਂ ਕਿਸੇ ਸੋਚ ਦੇ ਵਿਰੋਧੀ ਨਹੀਂ ਆ। ਜੇ ਕਿਸੇ ਸੋਚ 'ਚ ਦਮ ਹੈ ਤਾਂ ਆਪਣੀ ਸੋਚ 'ਤੇ 4 ਕਦਮ ਪੱਟ ਕੇ ਤੇ ਦਿਖਾ ਲਓ। ਇਹ ਨਹੀਂ ਕਿੰਨਾ ਕੁ ਚਿਰ ਕਹਿੰਦੇ ਰਹੋਗੇ ਉਹਨੇ ਵੀ ਮਾੜਾ ਕਰਤਾ, ਉਹਨੇ ਵੀ ਮਾੜਾ ਕਰਤਾ, ਉਹਨੇ ਵੀ ਮਾੜਾ ਕੀਤਾ। ਕਿਤੇ ਨਾ ਕਿਤੇ ਜਵਾਬ ਤਾਂ ਦੇਣਾ ਪਵੇਗਾ ਨਾ, ਫਿਰ ਤੁਸੀਂ ਕੀ ਕੀਤਾ। ਜਿੰਨਾ ਚੱਕਰ ਤੁਸੀਂ ਇਸ ਗੱਲ 'ਤੇ ਨਹੀਂ ਖਾਲਸਾ ਜੀ ਆਉਂਦੇ ਹੈ ਨਾ, ਵੀ ਪੁੱਛਣਾ ਨਹੀਂ ਸ਼ੁਰੂ ਕਰਦੇ ਵੀ ਭਾਈ ਬਾਕੀ ਸਾਰੇ ਮਾੜੇ ਸਹੀ, ਤੂੰ ਕੀ ਕੀਤਾ, ਉਹਨਾਂ ਚੱਕਰ ਗੱਲ ਕਦੇ ਵੀ ਨਹੀਂ ਚਿੱਤ ਵੀ ਨਹੀਂ ਬਣ ਸਕਦੀ ਹੈਗੀ ਆ। ਸੋ ਇਹ ਜਿਹੜੀਆਂ ਗੱਲਾਂ ਨੇ ਇਹ ਸਮਝ ਤੋਂ ਪਰੇ ਦੀਆਂ ਗੱਲਾਂ ਨੇ ਜੋ ਅੱਜ ਕੌਮ ਨੂੰ। ਇੱਕ ਮਿੰਟ, ਕਾਲ ਆ ਰਹੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਫਤਿਹ ਮਹਾਰਾਜ ਜੀ, ਫਤਿਹ ਗੁਰੂ ਸਾਹਿਬ ਜੀ ਦੀ ਬਾਰ-ਬਾਰ ਫਤਿਹ ਮਹਾਰਾਜ ਜੀ। ਜੀ ਬਹੁਤ ਬਹੁਤ ਸਵਾਗਤ ਹੈ ਭਾਈ ਸਾਹਿਬ ਜੀ ਆਪ ਜੀ ਦਾ ਇੱਕ ਨੂੰ ਰੇਡੀਓ ਦੇ ਉੱਪਰ। ਕੌਣ ਸਾਹਿਬ ਗੱਲ ਕਰ ਰਹੇ ਜੀ? ਦਾਸ ਮਹਾਰਾਜ ਜੀ, ਉਦਾਸੀਨ ਸੰਪਰਦਾ ਤੋਂ ਜੀ। ਤੇ ਦਾਸ ਦਾ ਮਹਾਰਾਜ ਨਾਮ ਸ਼ੁਭ ਨਾਮ ਸੁਖਵਿੰਦਰ ਦਾਸ ਹੈ ਜੀ। ਬਹੁਤ ਬਹੁਤ ਸਵਾਗਤ ਹੈ ਭਾਈ ਸਾਹਿਬ ਜੀ ਆਪ ਜੀ ਦਾ। ਪ੍ਰੋਗਰਾਮ ਸੁਣ ਰਿਹਾ ਸੀ, ਬੜੀ ਮਨ ਨੂੰ ਬਹੁਤ ਖੁਸ਼ੀ ਹੋ ਰਹੀ ਸੀ ਜੀ। ਧੰਨਵਾਦ ਜੀ। ਕਿ ਗੁਰੂ ਮਹਾਰਾਜ ਜੀ ਦਾ ਬਚਨ ਹੈ ਕਿ ਕਲ ਤਾਤੀ ਠੰਡਾ ਹਰਨਾਓ। ਵਾਹਿਗੁਰੂ ਜੀ। ਤੇ ਜੋ ਮੇਰੀ ਵਿਚਾਰ ਇਹ ਆਪ ਜੀ ਨਾਲ, ਜੋ ਪ੍ਰਚਾਰਕ ਸੋਚ ਰਹੇ ਸੀ ਕਿ ਗੁਰੂ ਨਾਨਕ ਦਾ ਘਰ ਸਾਡੇ ਪ੍ਰਚਾਰ ਕਰਨਾ ਚੱਲ ਰਿਹਾ ਆ, ਕਿ ਗੁਰੂ ਨਾਨਕ ਦੀ ਗੋਦ ਵਿੱਚ ਅਸੀਂ ਬੈਠ ਕੇ ਪ੍ਰਚਾਰ ਕਰ ਰਹੇ ਹਾਂ ਤੇ ਗੁਰੂ ਨਾਨਕ ਦਾ ਸਾਡੇ ਕਰਕੇ ਨਾਮ ਚੱਲ ਰਿਹਾ। ਨਹੀਂ ਮਹਾਰਾਜ, ਅੱਜ ਉਹ ਗੁਰੂ ਨਾਨਕ ਮਹਾਰਾਜ ਜੀ ਨੇ ਸਾਰਿਆਂ ਦੇ ਮੂੰਹ ਤੇ ਥੱਪੜ ਮਾਰ ਦਿੱਤਾ। ਬਿਲਕੁਲ ਬਿਲਕੁਲ, ਬੜੀ ਵੱਡੀ ਗੱਲ ਆ ਜੀ। ਜੀ, ਗੁਰੂ ਨਾਨਕ ਮਹਾਰਾਜ ਜੀ ਨੇ ਇੱਥੇ ਤੱਕ ਵੀ ਦੁਨੀਆ ਘਰਾਂ ਵਿੱਚ ਬਿਠਾ ਦਿੱਤੀ ਆ ਕਿ ਮੇਰੇ ਤੁਸੀਂ ਦਰ ਤੇ ਵੀ ਨਹੀਂ ਆਉਣਾ। ਜੀ 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 ਜੀ। ਕਿ ਮੇਰੇ ਦਰ ਤੇ ਵੀ ਨਹੀਂ ਤੁਸੀਂ ਆਉਣਾ ਆ, ਕਿ ਤੁਸੀਂ ਮਨ 'ਚ ਸੋਚ ਰਹੇ ਆ ਕਿ ਪਤਾ ਨਹੀਂ ਮੇਰੇ ਕਰਕੇ ਤੁਸੀਂ ਅੱਜ ਤੁਸੀਂ ਏਦਾਂ ਕਰਕੇ ਆ। ਪਰ ਮਹਾਰਾਜ ਗੁਰੂ ਨਾਨਕ ਮਹਾਰਾਜ ਜਿਹੜੇ ਆ ਉਹ ਆਪਣੇ ਆਪ ਵਿੱਚ ਪਰਿਪੂਰਨ ਆ। ਬਿਲਕੁਲ ਬਿਲਕੁਲ ਜੀ। ਤੇ ਗੁਰੂ ਨਾਨਕ ਦਾ ਘਰ ਗੁਰੂ ਨਾਨਕ ਕਰਕੇ ਚੱਲਣਾ ਆ।
ਸਾਡੇ ਬਿਲਕੁਲ ਘਰ ਜੀ। ਤਾਂ ਹੁਣ 1 ਮਿੰਟ 'ਚ ਬੰਦ ਕਰ ਦੇਣੇ ਆ। ਦੇਖੋ ਭਾਈ ਸਾਹਿਬ ਜੀ, ਜਿਹੜੀ ਦੁਨੀਆ ਅੱਜ ਇਹ ਚੈਲੰਜ ਕਰਦੀ ਸੀ ਨਾ, ਹਰੇਕ ਦੇਸ਼ ਇਹ ਗੱਲ ਕਹਿ ਰਿਹਾ ਸੀ ਮੈਂ ਦੁਨੀਆ ਖਤਮ ਕਰ ਦੇਣੀ ਆ। ਇੱਕ ਇੰਨਾ ਜੀ। ਛੋਟਾ ਜਿਹਾ ਜੀਵ ਭੇਜਿਆ ਜਿਹੜਾ ਖੁੱਲੀ ਅੱਖ ਨਾਲ ਦਿਖਦਾ ਵੀ ਨਹੀਂ ਹੈਗਾ, ਜੀ 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 ਤੇ ਜੀ ਪੂਰੀ ਦੁਨੀਆ ਜਿਹੜੀ ਅੱਜ ਉਹ ਥੰਮ ਗਈ ਆ, ਰੁਕ ਗਈ ਆ, ਆਪਣੇ ਆਪਣੇ ਘਰਾਂ 'ਚ ਬੈਠਣ ਤੇ ਮਜਬੂਰ ਹੋ ਗਈ ਆ। ਜੀ 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 ਮਹਾਰਾਜ, ਸਾਡਾ ਨਹੀਂ ਉਹ ਤੋਂ ਬਿਨਾਂ ਸਰ ਸਕਦਾ, ਉਹਦਾ ਸਰ ਜਾਣਾ ਮਹਾਰਾਜ ਜੀ। ਬਿਲਕੁਲ 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 ਜੀ। ਜੀ ਇਹ ਤਾਂ ਉਹਦਾ ਸਾਡਾ ਤਰਸ ਨਹੀਂ ਹੈ ਸਰ ਜੀ, ਸਕਦਾ। ਉਹਨੇ ਸਾਨੂੰ ਜਿਹੜਾ ਸੀਗਾ ਵੀ ਉਹ ਕੋਈ ਸਾਡੀ ਜਿਹੜੀ ਔਕਾਤ ਨਹੀਂ ਸੀ, ਇਹ ਤਾਂ ਉਹਦਾ ਤਰਸ ਹੈ ਕਿ ਉਹਨੇ ਆਪਣੀ ਗੋਦ ਦਾ ਨਿੱਘ ਬਖਸ਼ਿਆ ਗੁਰੂ ਸਾਨੂੰ। ਪਾਤਸ਼ਾਹ ਦਾ ਮਹਾਰਾਜ ਬਚਨ ਹੈ ਕਿ ਚਿਤਰਕ ਮੋਰ ਬੋਲਤ ਦਿਨ ਰਾਤੀ ਸੁਨ ਕਨੇਰ ਕੀ ਘੋਰ, ਜੋ ਬੋਲਤ ਹੈ ਮਿਰਗ ਮੀਨ ਪਖੇਰੂ ਸੋ ਬਿਨ ਹਰ ਜਾਪਤ ਨਹੀਂ ਵਾਹਿਗੁਰੂ ਹੋਰ। ਜੀ। ਕਿ ਜੋ ਪੰਖੇਰੂ ਮਹਾਰਾਜ ਨਾਮ ਜਪ ਰਹੇ ਹਨ, ਦੇਖੋ ਮਹਾਰਾਜ ਜੀ, ਉਹਨਾਂ ਤੇ ਤਾਂ ਨਹੀਂ ਕੋਈ ਸਾਇੰਟਿਸਟ ਹੈਗਾ, ਕੋਈ ਵਿਗਿਆਨੀ ਤੇ ਨਹੀਂ ਉਹਨਾਂ ਤੇ ਹੈਗਾ, ਉਹ ਗਲੀਆਂ ਦੇ ਵਿੱਚ ਘੁੰਮ ਰਹੇ ਆ, ਜੀ 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 ਬੜੀ ਜੀ ਸ਼ੌਹਰਤ ਨਾਲ ਘੁੰਮ ਰਹੇ ਆ, ਕੁੱਕਰ ਘੁੰਮ ਰਹੇ ਆ ਮਹਾਰਾਜ, ਉਹਨਾਂ ਨੂੰ ਕੋਈ ਡਰ ਨਹੀਂ ਹੈਗਾ। ਕਿਉਂਕਿ ਜੀ, ਜਦੋਂ ਜੀ। ਮਹਾਰਾਜ ਇਨਸਾਨ ਕੋ ਚਤਰਾਈ ਆ ਜਾਂਦੀ ਆ, ਉਹ ਮਹਾਰਾਜ ਜੀ ਫਿਰ ਚਤਰਾਈਆਂ ਨਾਲ ਹੀ ਫਿਰ ਉਹ ਕਹਿੰਦਾ ਮੈਂ ਗੁਰੂ ਨਾਨਕ ਤੋਂ ਉੱਪਰ ਹੋ ਗਿਆ ਮੈਂ। ਜੀ, ਅਸੀਂ ਗੁਰੂ ਜੀ, ਨਾਨਕ ਜੀ। ਦੀ ਥਿਊਰੀ ਨੂੰ ਮੰਨਦੇ ਨਹੀਂ ਆ, ਅਸੀਂ ਜੀ। ਭਜਨ ਨੂੰ ਤੋਤਾ ਰਟਣ ਅੱਜ ਕਹਿਣ ਲੱਗ ਪਿਆ ਕਿ ਤੋਤਾ ਰਟਣ ਹੈ। ਜੀ 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 ਪਰ ਮਹਾਰਾਜ ਜਦੋਂ ਡਾਕਟਰ ਕੋਈ ਵੀ ਆਪਰੇਸ਼ਨ ਕਰਦਾ ਆ ਤੇ ਮਹਾਰਾਜ ਉਹਨਾਂ ਅੰਦਰ ਵੀ ਸੱਚੇ ਪਾਤਸ਼ਾਹ ਦਾ ਨਾਮ ਲੈ ਕੇ ਮਹਾਰਾਜ ਕਰਦਾ ਹੈ ਕਿ ਸੱਚੇ ਪਾਤਸ਼ਾਹ ਤੁਸੀਂ ਕਰਵਾਉਣਾ ਆ। ਬਿਲਕੁਲ ਬਿਲਕੁਲ ਜੀ। ਕਿ ਅੱਜ ਮਹਾਰਾਜ ਜਿਹੜੇ ਇਨਸਾਨ ਕਹਿ ਰਹੇ ਆ ਕਿ ਕਰਾਮਾਤ ਨਹੀਂ ਹੁੰਦੀ, ਜੀ ਹੁਣ ਮਹਾਰਾਜ ਡੀਸੀ ਨੇ ਇੰਨੀ ਮਹਾਰਾਜ ਪੜ੍ਹਾਈ ਕੀਤੀ ਉਹਦੀ ਕਲਮ 'ਚ ਮਹਾਰਾਜ ਕਰਾਮਾਤ ਹੈ ਜਾਂ ਨਹੀਂ ਹੈ, ਤੁਸੀਂ ਦੱਸੋ। ਜੀ 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 ਹੁਣ ਪੜ੍ਹਾਈ ਕੀਤੀ ਮਹਾਰਾਜ ਦਿਨ ਰਾਤ, ਜਿਹੜੇ ਸੱਚੇ ਪਾਤਸ਼ਾਹ ਨੂੰ ਮਹਾਰਾਜ ਮੰਨਣ ਵਾਲੇ ਆ, ਅੱਜ ਉਹਨਾਂ ਨੂੰ ਪੁਜਾਰੀਵਾਦ ਕਹਿ ਕੇ ਮਹਾਰਾਜ ਕਿਹਾ ਜਾਂਦਾ ਉਹਨਾਂ ਨੂੰ ਕਿ ਉਹ ਜੀ। ਪੁਜਾਰੀਵਾਦ ਆਹੋ, ਕਿ ਉਹ ਪੁਜਾਰੀਵਾਦ ਲਾਣਾ ਆ। ਕਦੇ ਮਹਾਰਾਜ ਅਸੀਂ ਸੱਚੇ ਪਾਤਸ਼ਾਹ ਦੇ ਘਰ ਤੇ ਉਂਗਲੀਆਂ ਚੁੱਕ ਰਹੇ ਆ, ਕਦੇ ਜਥੇਦਾਰ ਸਾਹਿਬ ਤੇ ਚੁੱਕ ਰਹੇ ਆ। ਇਹ ਉਹ ਤਾਂ ਕਹਿੰਦੇ ਹੁੰਦੇ ਆ, ਕਹਿੰਦੇ ਜੀ ਬੜੇ ਦੀ ਤਾਂ ਜੁੱਤੀ ਨਹੀਂ ਮਾਣ ਮਹਾਰਾਜ ਹੁੰਦੀ। ਬਿਲਕੁਲ 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 ਜੀ। ਅਸੀਂ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਦੇ ਘਰ ਤੇ ਮਹਾਰਾਜ ਚੁੱਕੀ ਜਾਂਦੇ ਆ। ਜੀ 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 ਬਿਲਕੁਲ ਇੱਕ ਬਿਲਕੁਲ ਮਹਾਰਾਜ ਧੰਨੇ ਜੱਟ ਵਾਸਤੇ ਉਹੀ ਮਹਾਰਾਜ ਪੱਥਰ ਇੱਕ ਰੱਬ ਹੈ, ਜੀ ਤੇ ਇੱਕ ਮਹਾਰਾਜ ਦੂਜੀ ਉਹੀ ਨਰਾਤਮਕ ਸੋਚ ਵਾਲੇ ਵਾਸਤੇ ਜੋ ਮਹਾਰਾਜ ਅੱਜ ਆ ਪਰਮੇਸ਼ਰ ਦੁਆਰ ਤੋਂ ਮਹਾਰਾਜ ਇਹ ਬੜੇ ਬੜੇ ਹੁਕਮਨਾਮੇ ਯਾਰੀ ਬੈਠ ਕੇ ਕਰੀ ਜਾਂਦੇ ਆ। ਕਿਹਦਾ ਮਹਾਰਾਜ ਖਾ ਰਹੇ? ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਖਾ ਰਹੇ ਆ। ਜੀ 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 ਪਰ ਕਹਿਣਾ ਨਹੀਂ ਮਹਾਰਾਜ ਚਾਹੀਦਾ, ਕਿਉਂਕਿ ਨਿੰਦਣਾ ਨਹੀਂ ਮਹਾਰਾਜ ਕਿਸੇ ਨੂੰ ਚਾਹੀਦਾ। ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲੇ ਹੋਏ, ਰਤਵਾੜਾ ਸਾਹਿਬ ਵਾਲੇ ਬਾਬਾ ਬਰਿਆਮ ਸਿੰਘ ਜੀ ਹੋਏ, ਬਾਬਾ ਅਤਰ ਸਿੰਘ ਜੀ ਮਸਤੂਆਣਾ ਵਾਲੇ ਹੋਏ ਆ, ਮਹਾਰਾਜ ਕਿਸੇ ਦੀ ਨਿੰਦਿਆ ਅੱਜ ਤੱਕ ਸੁਣੀ ਕਦੇ ਉਹਨਾਂ ਦੇ ਮੁਖਾਰ ਵਿੱਚੋਂ ਤੁਸੀਂ? ਨਹੀਂ ਜੀ ਨਹੀਂ, ਬਿਲਕੁਲ ਬਿਲਕੁਲ ਸੱਚੀ ਗੱਲ ਹੈ ਜੀ। ਉਹਨਾਂ ਵਾਸਤੇ ਸਾਰੇ ਇੱਕ ਜਿਹੇ ਸੀ। ਜੀ 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 ਹਾਂਜੀ। ਜੀ 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 ਤੇ ਮੈਂ ਆਪ ਜੀ ਦਾ ਪ੍ਰੋਗਰਾਮ ਸੁਣ ਰਿਹਾ ਸੀ, ਜੀ। ਤੇ ਮਹਾਰਾਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਿੱਚ ਤਾਂ ਨਿੰਦਣ ਜੋਗ ਕਿਸੇ ਦੇ ਵੀ ਨਹੀਂ ਉੱਪਰ ਲਿਖਿਆ ਹੈ ਕਿ ਨਿੰਦੋ ਕਿਸੇ ਨੂੰ। ਜੀ 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 ਆਸਾ ਦੀ ਵਾਰ ਵਿੱਚ ਮਹਾਰਾਜ ਡੇਲੀ ਪੜੀਦਾ ਕਿ ਜਿਨ ਪਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ ਤਿੰਨੇ ਹੋ ਲੱਗਾ ਰੱਬ ਸੇਤੀ ਦੇਖਣੇ ਵਿਚਾਰ। ਵਾਹਿਗੁਰੂ ਜੀ। ਕਿਸੇ ਬਾਰੇ ਮਹਾਰਾਜ ਵਿਚਾਰ ਕਰ ਸਕਦੇ ਹੋ ਕਿੰਨਾ ਕੁ ਜੁੜਿਆ ਹੋਵੇ ਅੰਦਰੋਂ? ਬਿਲਕੁਲ 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 ਜੀ। ਅੱਜ ਅਸੀਂ ਕਹਿ ਰਹੇ ਹਾਂ ਜੀ ਵਿਗਿਆਨੀ ਏਦਾਂ ਕਰ ਦੇਣਗੇ, ਜੇ ਕਰ ਦੇਣਗੇ, ਉਹ ਕਰ ਦੇਣਗੇ। ਮੇਰੇ ਸੱਚੇ ਪਾਤਸ਼ਾਹ ਮਹਾਰਾਜ ਕਰਨ ਦੇ ਰਹੇ ਕਿ ਨਹੀਂ ਦੇ ਰਹੇ? ਜੀ 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 ਜਿਨ੍ਹਾਂ ਬੰਦਿਆਂ ਨੇ ਅਲਕੋਲਾਂ ਦੇ ਵਿੱਚ ਮਹਾਰਾਜ ਕਛੂਏ ਖਾਧੇ ਹੋ ਆ, ਜਿਨ੍ਹਾਂ ਅਲਕੋਲਾਂ ਦੇ ਵਿੱਚ ਮਹਾਰਾਜ ਉਹ ਅਗਲਿਆਂ ਨੇ ਵਾਈਨਾਂ ਦੇ ਵਿੱਚ ਮਹਾਰਾਜ ਮਹਿੰਗੀਆਂ ਨੂੰ ਮਹਿੰਗੇ ਤੇ ਦਾਰੂਆਂ ਦੇ ਵਿੱਚ ਮਹਾਰਾਜ ਆ ਖਾਧੇ ਹੋ, ਚੂਹੇ ਖਾਧੇ ਹੋ ਆ, ਉਹਨਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ 'ਚ ਪੁੱਠਾ ਲਟਕਾਇਆ। ਜੀ 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 ਦੇਖੋ ਭਾਈ ਸਾਹਿਬ ਜੀ, ਗੱਲ ਅਸੀਂ ਨਾ ਇੱਕ ਜਿਹੜਾ ਅਸੀਂ ਮੇਨ ਨਾ ਕੋਸ਼ਿਸ਼ ਕਰ ਰਹੇ ਹਾਂ, ਉਹ ਸਾਡੀ ਕੋਸ਼ਿਸ਼ ਇਹ ਆ ਕਿ ਜਿਹੜੀ ਸਾਇੰਸ ਆ ਨਾ, ਉਹਦੇ ਵਿੱਚ ਡਾਕਟਰ ਵੀ ਆ ਜਾਂਦੇ ਨੇ, ਸਾਰੇ ਸਾਇੰਸਦਾਨ ਆ ਜਾਂਦੇ ਨੇ, ਜਿਹੜਾ ਬੰਦਾ ਵੀ ਐਜੂਕੇਟਡ ਹੈ ਉਹ ਇਹ ਦੂਜੇ ਦੇ ਅਕੀਦੇ ਦਾ ਬਹੁਤ ਸਤਿਕਾਰ ਰੱਖ ਕੇ ਚੱਲ ਰਿਹਾ। ਔਰ ਅੱਜ ਜਿਹੜਾ ਕਰੋਨਾ ਵਾਇਰਸ ਸੀ ਨਾ, ਉਹਨੇ ਇੱਕ ਚੀਜ਼ ਜਿਹੜੀ ਸੀ ਨਾ, ਉਹ ਫਰਕ ਮਿਟਾਤੇ ਨੇ। ਪਹਿਲਾਂ ਸ਼ਾਇਦ ਕਿਸੇ ਨਾਲ ਦੂਰੀ ਰਹਿ ਗਈ ਹੋਊਗੀ, ਪਰ ਕਰੋਨਾ ਵਾਇਰਸ ਤੋਂ ਬਾਅਦ ਜਿਹੜੇ ਡਾਕਟਰ ਨੇ ਉਹ ਅਰਦਾਸਾਂ ਪਾਇਆ ਕਰਦੇ ਨੇ, ਤੇ ਜਿਹੜੇ ਧਾਰਮਿਕ ਵਿਅਕਤੀ ਦੇ ਲੋਕ ਨੇ ਨਾ, ਉਹ ਇਹ ਅਰਦਾਸ ਕਰਦੇ ਪਏ ਨੇ ਵੀ ਡਾਕਟਰ ਜਿਹੜਾ ਸੇਵਾ ਕਰਨ ਜਾ ਰਿਹਾ, ਮਹਾਰਾਜ ਸਾਹਿਬ ਇਹਦੇ ਸਿਰ ਦੇ ਉੱਤੇ ਮਿਹਰ ਭਰਿਆ ਹੱਥ ਰੱਖਣਾ। ਸੋ ਇਹ ਕੇਵਲ ਤੇ ਕੇਵਲ ਕੁਝ ਕੁ ਲੋਕ ਨੇ ਜਿਹੜੇ ਮੌਕੇ ਨੂੰ ਨਾ ਵਰਤ ਕੇ ਸੋ ਆਪਣਾ ਜਿਹੜਾ ਹੈਗਾ ਵੀ ਉਹਦੇ ਵਿੱਚੋਂ ਆਪਣੀ ਦਾਲ ਫੁਲਕਾ ਜਿਹੜਾ ਭਾਲ ਰਹੇ ਨੇ, ਇਹ ਉਹਨਾਂ ਦਾ ਹੈ।
ਤੇ ਬਾਕੀ ਮੈਂ ਬਹੁਤ ਬਹੁਤ ਧੰਨਵਾਦੀ ਹਾਂ ਜੀ ਕਿ ਆਪ ਜੀ ਨੇ ਕਾਲ ਕੀਤੀ ਹੈ, ਇੰਨੇ ਮਹਿੰਗੇ ਵਿਚਾਰ ਜਿਹੜੇ ਰੱਖੇ ਦੇਖੋ ਨੇ। ਮਹਾਰਾਜ ਮੈਂ ਨਾ ਇੱਕ ਦੋ ਲਫ਼ਜ਼ਾਂ ਵਿੱਚ ਹੋਰ ਮੈਂ ਆਪ ਜੀ ਨੂੰ ਥੋੜਾ ਜਿਹਾ ਨਾ ਸੰਬੋਧਿਤ ਕਰਨਾ ਚਾਹੁੰਦਾ ਹਾਂ ਜੀ 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 ਜੀ। ਕਿ ਇੱਕ ਮਹਾਰਾਜ ਕਿਸੇ ਮੁਸਲਮਾਨ ਸ਼ਖਸ ਨੇ ਮਹਾਰਾਜ ਇੱਕ ਨਾ ਦੋ ਕਲਮਬੱਧ ਮਹਾਰਾਜ ਲਾਈਨਾਂ ਕੀਤੀਆਂ ਆ ਜੀ। ਕਹਿੰਦਾ ਮੈਂ ਰੋਜ਼ ਆਵਾਂ ਤੇ ਤੁਸੀਂ ਖੈਰ ਪਾਉਣੀ ਜੀ। ਮੈਨੂੰ ਦਰ ਤੋਂ ਕਦੇ ਮੈਨੂੰ ਧੱਕਦੇ ਨਹੀਂ, ਮੈਂ ਵਾਹਿਗੁਰੂ। ਗਲਤੀਆਂ ਕਰਦਾ ਕਰਦਾ ਅੱਕ ਜਾਂਦਾ ਤੇ ਤੁਸੀਂ ਬਖਸ਼ਦੇ ਥੱਕਦੇ ਨਹੀਂ। ਵਾਹਿਗੁਰੂ ਵਾਹਿਗੁਰੂ, ਬਿਲਕੁਲ ਬਿਲਕੁਲ ਜੀ। ਤੇ ਇੱਕ ਮਹਾਰਾਜ ਦੇਖੋ ਮਹਾਰਾਜ ਜੀ, ਇਹ ਜਿਹੜੇ ਬੰਦੇ ਆਪਣੇ ਆਪ ਨੂੰ ਬਹੁਤ ਸਿਆਣਪ ਰਖਾਉਂਦੇ ਹਨ ਜੀ, ਉਹ ਮਹਾਰਾਜ ਹੁੰਦੇ ਕਮਲੀ ਆ। ਮੂਰਖ ਸੱਚੇ ਪਾਤਸ਼ਾਹ ਕਹਿੰਦੇ ਮੂਰਖ ਕੇ ਹਮ ਦਾਸ ਹੈ, ਚਤਰੰਗ ਕੇ ਹਮ ਪੀਰ। ਵਾਹਿਗੁਰੂ ਜੀ। ਚਤਰਿਆਂ ਦਾ ਮਹਾਰਾਜ ਰੱਬ ਹੈ। ਜੋ ਅੱਜ ਮਹਾਰਾਜ ਅਸੀਂ ਇਹ ਵੰਡੀਆਂ ਪਾ ਰਹੇ ਹਾਂ ਨਾ, ਸੱਚੇ ਪਾਤਸ਼ਾਹ ਨੇ ਜਿਹੜੇ ਇਨਸਾਨ ਕਹਿੰਦੇ ਸੀ ਕਿ ਸਭ ਕੁਝ ਬੰਦਾ ਹੀ ਆ, ਅੱਜ ਉਹ ਬੰਦੇ ਨੂੰ ਬੰਦਾ ਦੇਖਣ ਤੇ ਕਬੂਲ ਨਹੀਂ ਕਰ ਰਿਹਾ। ਬਿਲਕੁਲ ਬਿਲਕੁਲ ਜੀ। ਚਲੋ ਮਹਾਰਾਜ ਬਹੁਤ ਬਹੁਤ ਧੰਨਵਾਦ ਜੀ ਜੀ, ਬਹੁਤ ਧੰਨਵਾਦ ਜੀ। ਗਾਂ ਵੀ ਕਿਰਪਾ ਕਰਕੇ ਜਰੂਰ ਨਾਲ ਜੁੜਦੇ ਰਹੋ ਜੀ ਕਾਲ ਦੇ ਉੱਤੇ। ਗੁਰੂ ਨਾਨਕ ਮਹਾਰਾਜ ਜੀ ਦੇ ਨਾਮ ਦਾ ਡੰਕਾ ਵਜਾਓ। ਬਹੁਤ ਵਧੀਆ ਮਹਾਰਾਜ ਜੀ, ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਸਾਡੇ ਸਤਿਕਾਰਯੋਗ ਬਾਬਾ ਬੂਟਾ ਸਿੰਘ ਜੀ ਹੁਣੀ ਵੀ ਕਾਲ ਕਰ ਰਹੇ ਨੇ ਜੀ, ਆਪਾਂ ਉਹਨਾਂ ਨੂੰ ਲੈਂਦੇ ਹਾਂ ਕਾਲ ਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਏਕ ਨੂਰ ਰੇਡੀਓ ਦਾ, ਜਿਨ੍ਹਾਂ ਨੇ ਆਪਣੀ ਗੱਲਬਾਤ ਦੇ ਵਿੱਚ ਹਿੱਸਾ ਬਣਾਉਣ ਦਾ ਮੌਕਾ ਦਿੱਤਾ ਜੀ ਆਪ ਜੀ ਨੇ। ਜੀ ਬਹੁਤ ਧੰਨਵਾਦ ਆ ਭਾਈ ਸਾਹਿਬ ਜੀ, ਆਪ ਜੀ ਦਾ ਕਾਲ ਕਰਨੀ। ਬਸ ਇਹ ਆਪ ਜੀ ਦਾ ਵਰਗੇ ਗੁਰਸਿੱਖਾਂ ਦਾ ਤਰਸ ਹੈ ਜੀ, ਜਿਹਦੇ ਤਰਸ 'ਚ ਲੱਗੇ ਹੋਏ ਆ। ਹਾਂਜੀ ਹਾਂਜੀ ਵੀਰ ਜੀ, ਮੈਂ ਇਸ ਪੱਖ ਦੀ ਗੱਲ ਕਰਨਾ ਚਾਹੁੰਦਾ ਸੀਗਾ ਕਿ ਜਿਵੇਂ ਹੁਣ ਜਿਹੜਾ ਕਾਮਰੇਡ ਲਾਣਾ ਆ, ਇਹ ਗੱਲ ਕਰਦੇ ਆ ਕਿ ਜੇ ਆਪਾਂ ਅਰਦਾਸ ਕਰੀਏ ਇਹ ਨਹੀਂ ਹੋਊਗਾ, ਜੇ ਆਪਾਂ ਅਰਦਾਸ ਕਰੀਏ ਇਹ ਨਹੀਂ ਹੋਊਗਾ। ਬਾਬਾ ਜੀ, ਜਿਹੜੇ ਗੁਰਮਿਤ ਦੇ ਪੱਖ ਨੇ, ਦੋ ਪੱਖ ਨੇ ਕਿ ਜਿਹੜਾ ਬੰਦਾ ਇਸ ਧਰਤੀ ਦੇ ਉੱਤੇ ਪੈਦਾ ਹੋਇਆ ਉਹਨੇ ਇਸ ਸੰਸਾਰ ਤੋਂ ਜਾਣਾ ਵੀ ਹੈ। ਬਿਲਕੁਲ ਬਿਲਕੁਲ ਜੀ। ਆਪਾਂ ਨੂੰ ਪ੍ਰਮਾਤਮਾ ਦੇ ਹੁਕਮ ਦੇ ਅਨੁਸਾਰ ਜਾਣਾ ਵੀ ਪੈਂਦਾ। ਬਿਲਕੁਲ। ਦੂਸਰੀ ਗੱਲ ਮੈਂ ਕਰਾਂਗਾ, ਜਿਹੜੀ ਪਾਪ ਤੇ ਪੁੰਨ ਦੀ ਗੱਲ ਹੈ ਬਾਬਾ ਜੀ, ਇੱਕ ਅੱਜ ਵੀਡੀਓ ਦੇਖੀ, ਉਹਦੇ ਵਿੱਚ ਨਾ ਚਾਈਨਾ ਨੇ ਬਹੁਤ ਸਾਰੇ ਸੂਰ ਟਰੱਕਾਂ ਦੇ ਟਰੱਕ ਭਰ ਕੇ ਇੱਕ ਬਹੁਤ ਵੱਡੇ ਖੱਡੇ ਦੇ ਵਿੱਚ ਸੁੱਟ ਕੇ ਉਹਨਾਂ ਨੇ ਜਿਉਂਦਿਆਂ ਨੇ ਉਹਨਾਂ ਨੂੰ ਅੱਗ ਲਾ ਕੇ ਫੂਕ ਦਿੱਤਾ ਹੈ ਜੀ। ਦੇਖੋ ਬਾਬਾ ਜੀ, ਕਿੱਡਾ ਵੱਡਾ ਪਾਪ ਆ। ਹੁਣ ਜਦੋਂ ਮਹਾਰਾਜ ਆਪਣੇ ਤਰੀਕੇ ਦੇ ਨਾਲ ਉਹਨਾਂ ਲੋਕਾਂ ਨੂੰ ਸਜ਼ਾ ਦੇ ਰਿਹਾ ਜੀ, ਹੈ ਨਾ, ਤੇ ਹੁਣ ਜਿਹੜਾ ਕਾਮਰੋਡ ਲਾਣਾ ਸਭ ਤੋਂ ਅੱਗੇ ਆ ਕੇ ਬਕਰੇ ਆ ਕੇ ਹੁਣ ਉੱਥੇ ਲੈ ਜਾਓ ਜੀ, ਉੱਥੇ ਜਾ ਕੇ ਅਰਦਾਸ ਕਰੋ ਜੀ। ਬਾਬਾ ਜੀ, ਗੱਲ ਇਹ ਆ, ਅਰਦਾਸ ਕੀਤੀ ਜਾਂਦੀ ਆ ਜੇ ਕਿਸੇ ਦੀ ਭਾਵਨਾ ਹੋਵੇ, ਉਹਦੇ ਵਾਸਤੇ ਸਿੱਖ ਹਮੇਸ਼ਾ ਹੀ ਪੂਰੀ ਦੁਨੀਆ ਵਾਸਤੇ ਅਰਦਾਸ ਕਰਦਾ, ਸਰਬੱਤ ਦੇ ਭਲੇ ਵਾਸਤੇ ਅਰਦਾਸ ਕਰਦਾ। ਮਤਲਬ ਇਹ ਨਹੀਂ ਹੈਗਾ ਵੀ ਹੁਣ ਆਪਾਂ ਨੂੰ ਜੇ ਕੋਈ ਮਾੜਾ ਜਿਹਾ ਕੋਈ ਪ੍ਰੋਬਲਮ ਆ ਗਈ ਤੇ ਆਪਾਂ ਕਹੀਏ ਵੀ ਇਹ। ਬੇਨਤੀ ਕਰਾਂ ਵੀ ਇਹ ਤਾਂ ਥਿਊਰੀ ਨਹੀਂ, ਇਹ ਤਾਂ ਥਿਊਰੀ ਗਲਤ ਆ ਜੋ ਇਹਨਾਂ ਵੱਲੋਂ ਦੱਸੀ ਹੈ। ਤੁਸੀਂ ਮੈਨੂੰ ਇੱਕ ਗੱਲ ਦੱਸੋ, ਮੰਗ ਤਾਂ ਕਿੱਦਾਂ ਦਾਵਾ ਕਰ ਸਕਦਾ ਕਿ ਮੈਂ ਮੰਗਾਂਗਾ ਤਾਂ ਜੇ ਮੇਰੀ ਪੂਰੀ ਕਰਨੀ ਹੈ? ਪਹਿਲਾਂ ਮੇਰੇ ਨਾਲ ਲਿਖ ਕੇ ਦੇ। ਨਹੀਂ ਬਿਲਕੁਲ ਸਹੀ ਗੱਲ ਹੈ ਜੀ। ਜੀ, ਆਪਾਂ ਉਸ ਘਰ ਦੇ ਮੰਗਤੇ ਹਾਂ, ਸਾਡਾ ਕੰਮ ਹੈ ਮੰਗਣਾ। ਜਿਹਦੇ ਕੋਲ ਮੰਗ ਰਹੇ ਆ ਉਹਦੀ ਮਰਜ਼ੀ ਆ, ਉਹਦਾ ਤਰਸ ਹੈ, ਉਹਨੇ ਖੈਰ ਪਾਉਣੀ ਹੈ ਕਿ ਨਹੀਂ ਪਾਉਣੀ। ਦੇਖੋ ਬਾਬਾ ਜੀ, ਜੇ ਮਹਾਰਾਜ ਦੇ ਆਪਾਂ ਸ਼ੁਰੂ ਤੋਂ ਇਤਿਹਾਸ ਦੇਖਦੇ ਆ ਰਹੇ ਹਾਂ, ਆਪ ਜੀ ਨੇ ਪੂਰਾ ਇਤਿਹਾਸ ਇਹ ਦੇਖਿਆ ਕਿ ਕਿੰਨੇ ਵੀ ਗੁਰਸਿੱਖ ਹੋਇਆ ਜਿਨ੍ਹਾਂ ਦੇ ਸੀਸ ਦੇ ਉੱਤੇ ਆਰੇ ਚੱਲੇ ਆ, ਜਿਨ੍ਹਾਂ ਨੇ ਤਨ ਮਨ ਆਪਣਾ ਰੰਬੀਆਂ ਦੇ ਨਾਲ ਬੰਦ ਕਟਵਾ ਦਿੱਤਾ, ਪਰ ਉਹਨਾਂ ਨੇ ਕਿੰਤੂ ਪਰੰਤੂ ਨਹੀਂ ਕਰਿਆ। ਉਹਨਾਂ ਨੇ ਮਹਾਰਾਜ ਦੇ ਭਾਣੇ ਦੇ ਵਿੱਚ ਆਪਣਾ ਸਰੀਰ ਕਟਵਾ। ਜੀ ਬਿਲਕੁਲ। ਇਹਨਾਂ ਕਾਮਰੇਡਾਂ ਨੂੰ ਕੋਈ ਤਕਲੀਫ ਵੀ ਪ੍ਰਮਾਤਮਾ ਨੇ ਨਹੀਂ ਦਿੱਤੀ, ਇਹਨਾਂ ਨੂੰ ਪ੍ਰੋਬਲਮ ਵੀ ਨਹੀਂ ਆਈ। ਪ੍ਰੋਬਲਮ ਕਿਤੇ ਹੋਰ ਹਜੇ ਆਈ ਹੈ, ਹਜੇ ਇੱਥੇ ਨਹੀਂ ਆਈ। ਇੱਥੇ ਗੁਰੂਆਂ ਪੀਰਾਂ ਦੀ ਧਰਤੀ ਹੈ, ਮਹਾਰਾਜ ਦੀ ਬਹੁਤ ਬਖਸ਼ਿਸ਼ ਆ। ਦੇਖੋ ਪਹਿਲਾਂ ਹੀ ਆਪਣਾ ਰੌਲਾ ਪਾ ਰਹੇ ਸੀ, ਅਰਦਾਸ ਕਰੋ ਜੀ, ਇਹ ਕਰੋ ਜੀ, ਉਹ ਕਰੋ ਜੀ। ਯਾਰ ਅਰਦਾਸ ਤੁਸੀਂ ਨਹੀਂ ਕਰ ਸਕਦੇ, ਤੁਸੀਂ ਆਪਣੇ ਵਾਸਤੇ ਆਪ ਕਰੋ ਅਰਦਾਸ। ਹੋਰ ਵੀ ਸੋਚਦਾ ਜੀ, ਇਹਨਾਂ ਵਿੱਚੋਂ ਕਿਸੇ ਵਾਹਿਗੁਰੂ ਸੱਚੇ ਪਾਤਸ਼ਾਹ ਇਸ ਬਿਮਾਰੀ ਤੋਂ ਤਾਂ ਸਾਰਿਆਂ ਦੀ ਰੱਖਿਆ ਕਰਨ। ਮੈਂ ਇਹ ਨਹੀਂ ਕਹਿੰਦਾ, ਕਿਤੇ ਦੋ ਲਗਾਤਾਰ ਛਿੱਕਾਂ ਵੀ ਆ ਗਈਆਂ ਹਨਾ, ਇਹਨਾਂ ਨੇ ਪੈਰ ਜੁੱਤੀ ਨਹੀਂ ਪਾਉਣੀ, ਦਰਬਾਰ ਸਾਹਿਬਾਂ ਨੂੰ ਭੱਜਦੇ ਨੇ। ਬਾਬਾ ਜੀ, ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਇੱਕ ਨਾ ਜਦੋਂ ਜੰਗਲ ਦੇ ਵਿੱਚ ਅੱਗ ਲੱਗਦੀ ਸਭ ਤੋਂ ਪਹਿਲਾਂ ਚੂਹੇ ਭੱਜਦੇ ਆ, ਚੂਹੇ ਜੀ। ਆ ਜਿਹੜਾ ਢੱਡਰੀਆਂ ਵਾਲਾ ਭਾਈ ਹੈ, ਇਹਨੇ ਤਾਂ ਵੀਡੀਓ ਵੀ ਪਾ ਦਿੱਤੀ ਹੈ ਬਾਬਾ ਜੀ, ਕਹਿੰਦਾ ਮੇਰੇ ਡੇਰੇ 'ਚ ਨਾ ਆਇਓ, ਤੁਹਾਡੇ ਸਾਰਿਆਂ ਦੇ ਵਿੱਚ ਹੀ ਰੱਬ ਹੈ ਜੀ। ਤੁਸੀਂ ਕਹਿੰਦਾ ਆਪਣੇ ਘਰ ਬੈਠ ਕੇ ਹੀ ਕਹਿੰਦਾ ਅਰਦਾਸ ਬੇਨਤੀ ਕਰੋ, ਬਾਣੀ ਪੜੋ ਜੀ।
ਮੈਂ ਕਹਿੰਦਾ ਯਾਰ ਇਹਦਾ ਸਟੈਂਡ ਕਿਹੋ ਜਿਹਾ ਬੰਦਾ ਨਾਲ ਇਹ ਕਹਿੰਦਾ ਨਹੀਂ ਬਾਬਾ ਜੀ, ਉਹਦੇ ਵਿੱਚ ਮੈਂ ਤੁਹਾਨੂੰ ਥੋੜਾ ਜਿਹਾ ਦਰੁਸਤ ਕਰ ਦਵਾਂ ਜੀ। ਮੈਂ ਉਹ ਇਹਦੀ ਆਡੀਓ ਵੀ ਉਹ ਵੀ ਸੁਣੀ ਸੀ, ਤੇ ਅੱਜ ਜਿਹੜੀ ਇੱਕ ਹੋਰ ਇਹਨੇ ਕਿਹਾ ਮੈਂ ਆਪਾਂ 2.5 ਘੰਟੇ ਦਾ ਦੀਵਾਨ ਲਾਵਾਂਗੇ, ਮੈਂ ਉਹ ਵੀ ਸੁਣੀ ਸੀ। ਬਾਣੀ ਦਾ ਤਾਂ ਕਿਤੇ ਜ਼ਿਕਰ ਹੀ ਨਹੀਂ ਭਾਈ ਸਾਹਿਬ ਕਰਦੇ। ਅੱਛਾ, ਕਹਿੰਦੇ ਆਪਾਂ ਵਿਚਾਰਾਂ ਕਰਾਂਗੇ ਅੱਜ ਦੇ ਚੱਲ ਰਹੇ ਸਿਸਟਮ ਬਾਰੇ, ਆਪਾਂ ਵਿਚਾਰਾਂ ਕਰਾਂਗੇ। ਹੁਣ ਤੁਹਾਡੇ ਕੋਲ ਪੂਰਾ ਦਿਨ ਆ, ਤੇ ਆਪਾਂ ਫਿਰ 2.5 ਘੰਟੇ ਲਾ ਲਿਆ ਕਰਾਂਗੇ। ਇਹ ਬਾਬਾ ਜੀ ਜਦੋਂ ਪੋਲਾਂ ਖੋਲਦੀਆਂ ਨੇ ਅਸਲ ਦੇ ਵਿੱਚ ਪਤਾ ਉਦੋਂ ਲੱਗਦਾ ਹੈ। ਜਿਹੜਾ ਸਰਸੇ ਵਾਲਾ ਸੀ ਨਾ ਜੀ, ਪਖੰਡੀ ਸਾਧ ਜੀ, ਉਹ ਜਿਹੜੀ ਕਥਾ ਕਰਦਾ ਸੀ, ਉਹ ਇੱਕ ਡਾਕਟਰ ਹੈ, ਉਹਦਾ ਨਾਮ ਨਹੀਂ ਮੈਨੂੰ ਯਾਦ, ਉਹ ਡਾਕਟਰ ਵੀ ਇਹ ਕੇਸ ਦੇ ਵਿੱਚ ਰਗੜੀ ਗਈ ਆ। ਇਸੇ ਤਰ੍ਹਾਂ ਜਿਹੜੇ ਢੱਡਰੀਆਂ ਵਾਲਾ ਭਾਈ ਕਰਦਾ ਨਾ ਕਥਾ, ਇਹਦੀ ਜਿਹੜੀ ਕਥਾ ਬਣਾਉਂਦਾ ਉਹ ਬਣਾਉਂਦਾ ਨੇਕੀ ਬਾਂਦਰ ਜੀ। ਜਦੋਂ ਇਹਨੂੰ ਉਸ ਬਾਂਦਰ ਦਾ ਫੋਨ ਆਉਂਦਾ ਫਿਰ ਉਹ ਪੂਰੀ ਇਹਨੂੰ ਲਿਖ ਕੇ ਪੋਸਟ ਭੇਜਦਾ ਵੀ ਆਸ ਗੱਲ ਤੇ ਕਥਾ ਕਰ, ਤਾਂ ਇਹ ਉਹ ਕਥਾ ਕਰਦਾ। ਇਹਦੇ ਕੋਲ ਆਪਣੇ ਬਦਲੇ ਕੁਝ ਨਹੀਂ ਹੈਗਾ। ਜੀ ਜੀ ਜੀ, ਮੈਨੂੰ ਇੱਥੇ ਨਾ ਮਹਾਂਪੁਰਸ਼ਾਂ ਦੇ ਬਚਨ ਯਾਦ ਆ ਰਹੇ ਨੇ। ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਮਹਾਂਪੁਰਸ਼, ਹਾਂਜੀ ਜੀ, ਉਹ ਸੁਣਾਉਣਾ ਕਰਦੇ ਨੇ। ਕਹਿੰਦੇ ਜਦੋਂ ਸਿਕੰਦਰ ਜਿਹੜਾ ਸੀ ਨਾ, ਦੁਨੀਆ ਜਿੱਤ ਲਈ ਉਹਨੇ, ਤੇ ਅੰਮ੍ਰਿਤ ਦੇ ਬਾਟੇ ਤੱਕ ਪਹੁੰਚ ਗਿਆ। ਬਿਲਕੁਲ ਜੀ। ਤੇ ਜਦੋਂ ਅੰਮ੍ਰਿਤ ਦੇ ਬਾਟੇ ਨੂੰ ਜਾ ਕੇ ਪਹੁੰਚਿਆ, ਤੇ ਦੇਵਤਿਆਂ ਨੂੰ ਫਿਕਰ ਪੈ ਗਿਆ ਵੀ ਇਹ ਤੇ ਅੱਗੇ ਨਹੀਂ ਮੰਨਦੇ, ਜੇ ਅੰਮ੍ਰਿਤ ਛਕ ਲਿਆ ਤੇ ਫੇਰ ਕੀ ਬਣਾਉ। ਤੇ ਉਹ ਚਲੋ ਸਟੋਰੀ ਇਹ ਲੰਬੀ ਆ, ਮੈਂ ਸ਼ਾਰਟ ਦੇ ਵਿੱਚ ਸੁਣਾਵਾਂ। ਤੇ ਉਹ ਕਿਸੇ ਦੇਵੀ ਨੇ ਨਾ ਗਿੱਧ ਦਾ ਰੂਪ ਲੈ ਕੇ ਕੋਹੜ ਵਾਲੀ, ਤੇ ਉਹ ਬਹਿ ਗਈ ਡਾਲੀ ਦੇ ਉੱਤੇ। ਉਹ ਜਦੋਂ ਲੱਗਾ ਅੰਮ੍ਰਿਤ ਦੇ ਬਾਟੇ ਨੂੰ ਮੂੰਹ ਲਾਉਣ ਤੋਂ ਹੱਸਣ ਲੱਗ ਪਈ। ਉਹ ਕਹਿੰਦਾ ਵੀ ਹੱਸਦੀ ਕਿਉਂ ਆ? ਕਹਿੰਦੀ ਇੱਦਾਂ ਕਰਕੇ ਆ ਵੀ ਮੈਂ ਇਸ ਬਾਟੇ ਦੇ ਵਿੱਚੋਂ ਪਾਣੀ ਪੀਤਾ ਤੇ ਮੇਰੇ ਕੋਹੜ ਹੋ ਗਿਆ, ਤੇ ਮੈਂ ਆ ਬੈਠੀ ਆ, ਚੱਲ ਤੂੰ ਵੀ ਪੀ ਲਾ, ਆਪਾਂ ਜੋੜਾ ਬਣਾ ਲਾਂਗੇ। ਉਹ ਨੇਕੀ ਆਪ ਲਾਹਣਤ ਦਾ ਮਾਰਾ ਸੀਗਾ ਉਹਨੇ ਨਾਲ ਇਹ ਵੀ ਬਾੜ ਲਿਆ, ਚਲੋ ਜੋੜੀ ਬਣ ਗਈ। ਹਾਂਜੀ। ਸੋ ਐਸੀ ਇਹਨਾਂ ਦੀ ਹਾਲਤ ਆ ਜੀ। ਇਹਨਾਂ ਦਾ ਬਾਬਾ ਜੀ ਇਹ ਨਾ ਇੱਕ ਕਹਾਣੀ ਸੁਣੀ ਸੀਗੀ। ਉਹ ਕਹਾਣੀ ਦੇ ਵਿੱਚ ਨਾ ਕੋਈ ਬਹੁਤ ਪੂਰਨ ਸਾਧੂ ਸੀ ਜੀ, ਉਹਦੇ ਨਾ 3 ਚੇਲੇ ਸੀਗੇ ਜੀ। ਉਹਦੇ 3 ਚੇਲੇ ਸੀਗੇ। ਮੰਨ ਲਓ ਕੋਈ ਇੱਕ ਕੋਈ ਭਰੋਸੇ ਵਾਲਾ ਸੀ ਜੀ, ਇੱਕ ਮੰਨ ਲਓ ਗੱਲ ਵੀ ਇੱਕ ਤੁਸੀਂ ਨੇਕੀ ਬਾਂਦਰ ਸਮਝ ਲਓ, ਤੇ ਇੱਕ ਢੱਡਰੀਆਂ ਵਾਲਾ ਕਾਮਰੇਡ ਸਮਝ ਲਓ ਜੀ। ਤੇ ਉਹਨੇ ਸਵਾਲ ਕੀਤਾ ਵੀ ਜੇ ਤੁਸੀਂ ਸਮੁੰਦਰ ਦੇ ਵਿੱਚੋਂ ਲੰਘ ਰਹੇ ਹੋ, ਜੇ ਬਾਈ ਚਾਂਸ ਤੁਹਾਡੀ ਕਿਸ਼ਤੀ ਉੱਥੇ ਤੁਹਾਨੂੰ ਧੋਖਾ ਦੇ ਜੇ, ਉਹਦੇ ਵਿੱਚ ਪਾਣੀ ਭਰ ਜੇ ਜੀ, ਵੀ ਤੁਸੀਂ ਕਿਵੇਂ ਤਰ ਕੇ ਪਾਰ ਕਰੋਗੇ? ਜੀ। ਉਹ ਤਾਂ ਆਪਣੀਆਂ ਲਾਗੇ ਜੀ ਗੱਲਾਂ ਛੱਡਣ, ਕੋਈ ਕਹੇ ਮੈਂ ਐ ਤਰ ਕੇ ਲੰਘ ਜੂਗਾ, ਕੋਈ ਕਹੇ ਐ ਤਰ ਕੇ ਲੰਘ ਜੂਗਾ ਜੀ। ਉਹਨਾਂ ਨੇ ਆਪਣੀ ਜਿਹੜੀ ਸਾਇੰਸ ਦੀ ਪੇਸ਼ ਕਰਤੀ ਜੀ। ਉਹ ਅਸਲ ਵਿੱਚ ਗੱਲ ਇਹ ਸੀਗੀ, ਉਹਨੇ ਸਰੀਰ ਛੱਡ ਕੇ ਜਾਣਾ ਸੀ, ਤੇ ਉਹਨੇ ਆਪਣੀ ਗੱਦੀ ਦੇ ਕੇ ਜਾਣੀ ਸੀ ਆਪਣੇ ਕਿਸੇ ਚੇਲੇ ਨੂੰ। ਜੀ ਜੀ ਜੀ। ਉਹ ਕਹਿੰਦਾ ਸੀ ਵੀ ਮੈਂ ਕਾਮਰੇਡ ਨੂੰ ਨਹੀਂ ਗੱਦੀ ਦੇ ਕੇ ਜਾਣੀ, ਕਿਸੇ ਨੂੰ ਕੋਈ ਧਰਮੀ ਕਿਸੇ ਪੁਰਸ਼ ਨੂੰ ਦੇ ਕੇ ਜਾਣੀ ਹੈ। ਤੇ ਉਹ ਜਿਹੜਾ ਤੀਜਾ ਬੰਦਾ ਸੀ, ਉਹਨੂੰ ਤੀਜੇ ਨੂੰ ਉਹਨੇ ਬੁਲਾਇਆ, ਕਹਿੰਦਾ ਭਾਈ ਤੂੰ ਵੀ ਕੁਝ ਬੋਲ ਪਾ, ਵੀ ਤੂੰ ਵੀ ਦੱਸ ਵੀ ਜੇ ਸਮੁੰਦਰ ਦੇ ਵਿੱਚ ਕਿਸ਼ਤੀ ਦੇ ਵਿੱਚ ਪਾਣੀ ਭਰ ਜੇ ਆਉਂਦੇ ਆ, ਤੂੰ ਕਿਵੇਂ ਤਰ ਕੇ ਆਏਗਾ? ਉਹ ਪੈਰਾਂ ਤੇ ਡਿੱਗ ਪਿਆ। ਉਹ ਕਹਿੰਦਾ ਬਾਬਾ ਜੀ ਇਹੀ ਤਾਂ ਮੈਂ ਗੱਲ ਤੁਹਾਡੇ ਕੋਲ ਪੁੱਛਣ ਵਾਸਤੇ ਆਇਆ। ਜੀ ਜੀ ਜੀ। ਵੀ ਜੇ ਮੈਨੂੰ ਇੰਨਾ ਹੀ ਪਤਾ ਹੁੰਦਾ ਤੇ ਮੈਂ ਇੱਥੇ ਤੁਹਾਡੇ ਕੋਲ ਕੀ ਲੈਣਾ ਆਉਣਾ ਸੀ। ਜੀ ਜੀ ਜੀ। ਹੈ ਨਾ, ਇਹ ਗੱਲ ਹੈਗੀ ਆ। ਜਿਹੜਾ ਸਿੱਖ ਧਰਮ ਹੈ ਬਾਬਾ ਜੀ, ਇਹ ਧਰਮ ਹੈਗਾ ਭਰੋਸੇ ਦਾ। ਜੀ ਜੀ ਜੀ। ਭਰੋਸੇ ਦਾ ਧਰਮ ਹੈ। ਇਹ ਨਹੀਂ ਕਿ ਤੁਸੀਂ ਮਾੜੀ ਜੀ ਗੱਲ ਤੇ ਕਿੰਤੂ ਪਰੰਤੂ ਭਾਈ ਸਾਹਿਬ ਜੀ, ਇੱਥੇ ਤਾਂ ਦੇਖੋ ਪਰਮਾਤਮਾ ਦੇ ਨਾਲ ਇੱਕ ਐਸੀ ਸਾਂਝ ਹੈ। ਜੇ ਪਰਮਾਤਮਾ ਆਰੇ ਥੱਲੇ ਕਿਤੇ ਵਿਧ ਬਣ ਜਾਂਦੀ ਹੈ ਤਾਂ ਉਹ ਆਰੇ ਥੱਲੇ ਆਨੰਦ ਮਾਣ ਰਿਹਾ, ਜੇ ਚਰਖੜੀਆਂ ਤੇ ਚੜ ਰਿਹਾ ਤੇ ਉੱਥੇ ਆਨੰਦ ਮਾਣ ਰਿਹਾ, ਜੇ ਬੰਦ ਕੱਟ ਹੋ ਰਿਹਾ ਤੇ ਕਿਤੇ ਬੰਦ ਕੱਟਣ ਤੋਂ 12 ਟੱਕ ਲੱਗਣ ਲੱਗਦਾ ਤੇ ਕਹਿੰਦਾ ਭਾਈ ਰੁਕ ਜਾ, ਬੰਦ ਇੱਥੇ ਨਹੀਂ, ਇੱਥੇ ਆ, ਇੱਥੋਂ ਕੱਟ। ਬਿਲਕੁਲ, ਇਹ ਤੇ ਐਸੇ ਆਨੰਦ ਦੀਆਂ ਪਿਆਰ ਦੀਆਂ ਗੱਲਾਂ ਨੇ। ਹਾਂ, ਪਿਆਰ ਦੀ ਜੀ, ਪ੍ਰੇਮ ਦੀਆਂ ਗੱਲਾਂ ਨੇ। ਪ੍ਰੇਮ ਦੀਆਂ ਗੱਲਾਂ ਨੇ। ਮੈਂ ਤਾਂ ਆਲਵੇਜ਼ ਸੋਚਦਾ ਹੁੰਨਾ ਵੀ ਜਦੋਂ ਇੱਕ ਛੋਟੇ ਭਚੰਗੀ ਨੂੰ ਫੜ ਕੇ ਤਾਂ ਨੂੰ ਸੱਟ ਦੇ ਥੱਲੇ ਵਰਸ਼ਾ ਖੜਾ ਕਰ ਦਿੰਦੇ ਸੀ ਤਾਂ ਮਾਂ ਨੂੰ ਪਤਾ ਹੁੰਦਾ ਸੀ ਇਸ ਵਰਸ਼ੇ ਨੇ ਉਹਦੇ ਵਿੱਚ ਦੀ ਨਿਕਲ ਜਾਣਾ ਆ। ਤੇ ਉਸ ਸਮੇਂ ਕਿਹੜਾ ਜਿਹੜਾ ਸੀਗਾ ਵੀ ਉਹ ਗਿਆਨ ਸੀ ਜਿਹੜਾ ਉਹਨਾਂ ਦੇ ਕੰਮ ਆਉਂਦਾ ਸੀ। ਉਸ ਸਮੇਂ ਇੱਕੋ ਇੱਕ ਯਕੀਨ ਸੀ ਵੀ ਕਲਗੀਧਰ ਪਾਤਸ਼ਾਹ ਇੱਥੇ ਵੀ ਤੇਰਾ ਸੀ ਤੇ ਉੱਥੇ ਵੀ ਤੇਰਾ। ਬਿਲਕੁਲ। ਸੋ ਇਹ ਤੇ ਐਸੀਆਂ ਖੇਡਾਂ ਨੇ ਜੀ। ਬਾਬਾ ਜੀ ਉਹਦੇ ਪ੍ਰਵਾਨ ਹੋ ਗਿਆ ਹੈ ਨਾ ਜੀ। ਬਿਲਕੁਲ ਜੀ। ਜਿਹੜਾ ਤੇ ਰਹਿ ਗਿਆ ਭਾਣੇ ਦੇ ਵਿੱਚ ਉਹ ਤਾਂ ਹੋ ਗਿਆ ਪ੍ਰਵਾਨ ਜੀ। ਜਿਹੜਾ ਵਿਚਾਰਾ ਇਹਦੇ ਮਨ ਦੇ ਵਿੱਚ ਕਿਸੇ ਵੀ ਗੱਲ ਦਾ ਸ਼ੰਕਾ ਆ ਗਿਆ ਜੀ, ਉਹ ਮਾਰਿਆ ਗਿਆ। ਫਿਰ ਹੋਰ ਕੀ ਰਹਿ ਗਿਆ ਪਿੱਛੇ? ਬਿਲਕੁਲ ਜੀ। ਗੱਲ ਤੇ ਉਹੀ ਆ ਨਾ ਵੀ ਜਿਹੜੀ ਇਹ ਚੀਜ਼ ਸੀ ਸਾਡੇ ਅੱਜ ਦੁੱਖ ਦੀ ਗੱਲ ਇਹ ਆ ਕਿ ਸਾਡੇ ਬੱਚਿਆਂ ਨੇ ਜਿਹੜੇ ਸੀ, ਸਾਡਾ ਯੂਥ ਹੈ, ਉਹਨਾਂ ਨੇ ਆਪ ਬਾਣੀ ਨਾ ਪੜ੍ਹਨ ਦਾ ਕਰਕੇ ਆਲਸ ਉਹਨਾਂ ਦੀ ਆ ਤੇ ਕੱਢ ਗੁਰੂ 'ਚ ਰਹੇ ਨੇ।
ਨਹੀਂ ਹਾਂ ਬਿਲਕੁਲ ਜਵਾਬ ਤੇ ਤਾਂ ਹੀ ਮਿਲਣਗੇ ਜੇ ਗੁਟਕਾ ਸਾਹਿਬ ਦਾ ਪ੍ਰਕਾਸ਼ ਕਰਕੇ, ਪੋਥੀ ਸਾਹਿਬ ਦਾ ਪ੍ਰਕਾਸ਼ ਕਰਕੇ ਬਾਣੀ ਪੜ੍ਹਨੀ ਸ਼ੁਰੂ ਕਰਨਗੇ। ਤੇ ਮੈਂ ਕਹਿੰਦਾ ਵੀ ਇਹਨਾਂ ਦੇ ਤਰਕ ਵਿਤਰਕ ਜਿੰਨੇ ਵੀ ਹੈਗੇ ਕਿ ਨਹੀਂ, ਇਹ ਉਹ ਸਿੱਖਾਂ ਦੇ ਬੱਚਿਆਂ ਨੇ ਗੰਗਾ ਪਾਰ ਸੱਟ ਕੇ ਹੋਣੇ ਇਹ ਚੱਕ ਕੇ। ਪਰ ਸਾਡੀ ਤਰਾਸਦੀ ਹੈ ਕਿ ਸਾਡੇ ਬੱਚੇ ਪੜ੍ਹਨ ਨੂੰ ਤਿਆਰ ਨਹੀਂ ਹੈਗੇ। ਦੇਖੋ ਮਹਾਰਾਜ ਭਗਤ ਕਬੀਰ ਜੀ ਵਚਨ ਕਰਦੇ ਆ ਜੀ ਭਗਤ ਕਬੀਰ ਜੀ ਕਹਿੰਦੇ ਦਾਗੇ ਹੋਏ ਸਰਣ ਮੈਂ ਜੂਝੇ ਬਿਨ ਦਾਗੇ ਭਗ ਜਾਈ, ਵਾਹਿਗੁਰੂ ਸਾਧੂ ਹੋਏ ਸੋ ਭਗਤ ਪਛਾਣੈ ਅਲੇ ਖਜ਼ਾਨੇ ਪਾਈ। ਵਾਹਿਗੁਰੂ ਜੀ ਹੈ ਜਾ ਜੀ ਹੁਣ ਗੱਲ ਆ ਗਈ ਇੱਥੇ ਭਰੋਸੇ ਦੀ ਜੀ। ਤੇ ਉਹਨਾਂ ਨੇ ਬੰਦਗੀ ਕੀਤੀ, ਪ੍ਰਮਾਤਮਾ ਤੇ ਪੂਰਨ ਤੌਰ ਤੇ ਭਰੋਸਾ ਕੀਤਾ। ਇਹ ਤਾਂ ਹੁਣ ਗੱਲ ਤੇ ਜਿਵੇਂ ਇੱਕ ਖਾਣ ਜਿਹਾ ਨਹੀਂ ਆਉਂਦਾ ਜਦੋਂ ਸਦਨੇ ਕਥਾਈ ਨੂੰ ਆਪਣੀ ਸਜ਼ਾ ਲੱਗੀ ਮਿਲਣ ਨੂੰ ਆਪਣੀ ਕੀਤੀ ਦੀ ਜੀ ਫਿਰ ਰੱਬ ਨੂੰ ਝੂਠੇ ਲਾਂਭੇ ਦੇਣ ਲੱਗੇ। ਆਪ ਜੀ ਨੂੰ ਪਤਾ ਹੀ ਉਹਨਾਂ ਦੀ ਬਾਣੀ ਵੀ ਦਰਜਿਆ ਜੀ 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 ਵੀ ਹੁਣ ਛੇਤੀ ਆ ਜਾ ਮੈਨੂੰ ਬਚਾ ਲੈ, ਵੀ ਉਹੀ ਹਿਸਾਬ ਇਹਨਾਂ ਦਾ ਮਹਾਰਾਜ। ਜੀ ਇਹਨਾਂ ਦੇ ਪੱਲੇ ਕੁਛ ਨਹੀਂ ਹੈਗਾ, ਉਹਨਾਂ ਨੇ ਤਾਂ ਫਿਰ ਵੀ ਮਹਾਰਾਜ ਦੇ ਵਿੱਚ ਲੀਨ ਹੋ ਗਏ ਜੀ। ਇਹਦੇ ਵਿੱਚ ਗੁਰੂ ਮਹਾਰਾਜ ਦੀ ਆਪਣੀ ਮਰਜ਼ੀ ਆ ਜੀ, ਉਹ ਕਿਸੇ ਨੂੰ ਬਖਸ਼ ਦੇਵੇ, ਉਹ ਕਿਸੇ ਨੂੰ ਨਾ ਬਖਸ਼ੇ ਜੀ ਕਿਉਂਕਿ ਜੋ ਉੱਥੇ ਬਹਿ ਕੇ ਗੁਰੂ ਜਾਣਦਾ ਆਪਾਂ ਨਹੀਂ ਜਾਣਦੇ ਮਹਾਰਾਜ। ਬਿਲਕੁਲ ਬਿਲਕੁਲ ਭਾਈ ਸਾਹਿਬ ਜੀ, ਸੱਚ ਇਹ ਆ ਬਈ ਗੁਰੂ ਸਾਹਿਬ ਜੀ ਨੂੰ ਜੋ ਵੀ ਪਾ ਰਿਹਾ ਉਹਦੇ ਵਿੱਚ ਹੀ ਸਾਡਾ ਭਲਾ ਹੈ। ਉਹ ਬੇਸ਼ੱਕ ਟਾਈਮ ਦੇ ਬਾਅਦ ਸਮਝ ਆਵੇ। ਦੇਖੋ ਇੱਕ ਜੇ ਦੁਨੀਆ ਦਾ ਹੰਕਾਰ ਇੱਥੋਂ ਤੱਕ ਵੱਧ ਗਿਆ ਸੀ, ਹਰੇਕ ਦੇਸ਼ ਦੂਜੇ ਦੇਸ਼ ਨੂੰ ਧਮਕੀ ਦੇ ਰਿਹਾ ਸੀ ਮੈਂ ਤੈਨੂੰ ਨਸਤਾਨਬੂਤ ਕਰ ਦਊਂ। ਪਰਮਾਤਮਾ ਨੇ ਇੱਕ ਛੋਟੀ ਜਿਹੀ ਵੈਦ ਰਚਾ ਕੇ ਨਾ ਤੇ ਉਸ ਜਿਹੜੇ ਧਮਕੀਆਂ ਦੇਣ ਵਾਲੇ ਸੀ ਉਹਨਾਂ ਨੂੰ ਇੱਕ ਸਟੇਜ ਤੇ ਅੱਜ ਇਕੱਠਾ ਕਰਤਾ। ਅੱਜ ਦੁਨੀਆ ਦਾ ਹਰੇਕ ਮੁਲਕ ਜਿਹੜਾ ਇਟਲੀ ਨੂੰ ਜਿਹੜੀ ਮਦਦ ਭੇਜ ਰਿਹਾ, ਡਾਕਟਰਾਂ ਦੀਆਂ ਟੀਮਾਂ ਭੇਜ ਰਿਹਾ। ਨਹੀਂ ਬਿਲਕੁਲ ਬਿਲਕੁਲ ਜੀ ਜੀ। ਔਰ ਇਹ ਮੈਂ ਇੱਕ ਗੱਲ ਹੋਰ ਵੀ ਇੱਥੇ ਕਹਿ ਦਿੰਦਾ ਕਿ ਦੇਖੋ ਜਿਹੜੇ ਕਹਿੰਦੇ ਨਾ ਗਿਆਨ ਹੀ ਗੁਰੂ ਨੇ, ਗਿਆਨ ਹੀ ਗੁਰੂ ਆ, ਉੱਥੇ ਗਿਆਨ ਦੋਵਾਂ ਕੋ ਸੇਮ ਆ। ਇੱਕ ਡਾਕਟਰ ਉਹ ਨੇ ਜਿਨ੍ਹਾਂ ਨੇ ਅੱਜ ਦਰਵਾਜ਼ੇ ਬੰਦ ਕਰ ਲਏ ਇੰਡੀਆ ਦੇ ਵਿੱਚ। ਤੁਸੀਂ ਦੇਖੋ ਕਿੰਨੇ ਡਾਕਟਰ ਨੇ ਜਿਹਨਾਂ ਨੇ ਦਰਵਾਜ਼ੇ ਬੰਦ ਕਰ ਲਏ। ਬਿਲਕੁਲ ਬਿਲਕੁਲ ਜੀ। ਤੇ ਇੱਕ ਪਾਸੇ ਜਿਹੜਾ ਹੈ ਉਹ ਡਾਕਟਰ ਉਹ ਆ ਜਿਹੜਾ ਕਹਿ ਰਿਹਾ ਕਿ ਮੇਰੀ ਇੱਕ ਸਵਾ ਕੁ ਮਹੀਨੇ ਦੀ ਬੱਚੀ ਆ ਤੇ ਮੈਂ ਉਹਨੂੰ ਵੀ ਨਹੀਂ ਦੇਖ ਪਾ ਰਿਹਾ, ਮੈਂ ਕੇਵਲ ਤੇ ਕੇਵਲ ਜਿਹੜੀ ਸੇਵਾ ਕਰ ਰਿਹਾ। ਗਿਆਨ ਦੋਨਾਂ ਕੋ ਇੱਕੋ ਜਿਹਾ ਆ। ਬਿਲਕੁਲ ਇੱਕੋ ਜਿਹਾ ਜੀ ਬਿਲਕੁਲ। ਸੋ ਇਹ ਵਾਹਿਗੁਰੂ ਸੱਚੇ ਪਾਤਸ਼ਾਹ ਦੀਆਂ ਰਹਿਮਤਾਂ ਨੇ ਇਹਦੇ ਵਿੱਚ ਜਿਹੜੀ ਹੈ ਉਹ ਪਰਮਾਤਮਾ ਦੀ ਹੋਂਦ ਨੂੰ ਜਿਹੜੀ ਚੁਣੌਤੀ ਦੇਣੀ ਹੈ। ਬਿਲਕੁਲ ਇੱਕ ਮੈਂ ਕਹੂੰਗਾ ਇਦੋਂ ਵੱਡੀ ਬੇਸ਼ਰਮੀ ਵਾਲੀ ਗੱਲ ਇਹਨਾਂ ਲਈ ਨਹੀਂ ਕੋਈ ਹੋ ਸਕਦੀ ਜੋ ਇਹ ਕਰ ਰਹੇ ਨੇ। ਇਹ ਸਿਰਫ ਤੇ ਸਿਰਫ ਚਰਚਾ 'ਚ ਬਣੇ ਰਹਿਣ ਦੇ ਕਾਰਨ ਨੇ ਵੀ ਅਸੀਂ ਚਰਚਾ 'ਚ ਕਿੱਦਾਂ ਬਣੇ ਰਹਿਣਾ ਆ। ਚਰਚਾ ਦੇ ਵਿੱਚ ਬਾਬਾ ਜੀ ਇਹੀ ਹੈ ਬਸ ਵੀ YouTube ਦੇ ਉੱਤੇ ਆਪਣੇ ਵੱਧ ਤੋਂ ਵੱਧ ਲਾਈਕ ਹੋਣ, ਵੱਧ ਤੋਂ ਵੱਧ ਦੇਖੀ ਜਾਵੇ ਤੇ ਆਪਾਂ ਨੂੰ ਉੱਥੋਂ ਪੈਸੇ ਆਉਣ। ਇੱਥੋਂ ਪੈਸਿਆਂ ਤੱਕ ਇਹਨਾਂ ਦਾ ਮਤਲਬ ਰਹਿ ਗਿਆ। ਜੀ ਜੀ ਬੰਦਿਆਂ ਨੇ ਦੇਖੋ ਜਿਹੜੀ ਜਗ੍ਹਾ ਤੋਂ ਇਹਨਾਂ ਦਾ ਜਨਮ ਹੋਇਆ ਰਾੜੇ ਸਾਹਿਬ ਦੇ, ਇਹਨਾਂ ਨੂੰ ਆਪ ਇਹਨਾਂ ਨੇ ਆਪਣੀ ਵੀਡੀਓ 'ਚ ਕਿਹਾ ਸੀਗਾ ਅਸੀਂ ਬਿਮਾਰ ਰਹਿੰਦੇ ਸੀ, ਸਾਡੀ ਮਾਤਾ ਸਾਨੂੰ ਉੱਥੇ ਰਾੜਾ ਸਾਹਿਬ ਵਾਲੇ ਮਹਾਂਪੁਰਖਾਂ ਕੋਲ ਛੱਡ ਆਉਂਦੀ ਸੀ। ਜੀ ਉਹਨਾਂ ਦੀ ਹੀ ਭੰਡੀ ਪ੍ਰਚਾਰ ਕਰ ਰਹੇ ਆ ਨਾ। ਜੀ 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 ਬਿਲਕੁਲ ਬਿਲਕੁਲ ਜੀ। ਜਿਨ੍ਹਾਂ ਦੀ ਬਦੌਲਤ ਅੱਜ ਇਹਨਾਂ ਕੋਲ 60 ਲੱਖ ਦੀਆਂ ਗੱਡੀਆਂ, ਕਰੋੜ ਲੱਖ ਦੀਆਂ ਗੱਡੀਆਂ ਤੇ ਪੈਰਾਂ ਥੱਲੇ ਚਿੱਟੇ ਰੁਮਾਲ ਤੇ ਚਿੱਟੇ ਕੱਪੜੇ ਤੇ ਇੱਕ ਵਾਰੀ ਰੁਮਾਲ ਪੂੰਝ ਕੇ ਤੇ ਮੂੰਹ ਸਿੱਟ ਦੇਣਾ ਹੈ ਨਾ। ਜੀ 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 ਬਿਲਕੁਲ 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 ਜੀ। ਉਹਨਾਂ ਦੀ ਦੇਖੋ ਨਿੰਦਿਆ ਕਰ ਰਹੇ ਉਸੇ ਪ੍ਰਮਾਤਮਾ ਦੀ ਜਿਹੜੇ ਪ੍ਰਮਾਤਮਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਸਭ ਕੁਝ ਦਿੱਤਾ ਜੀ, ਉਸੇ ਗੁਰੂ ਗ੍ਰੰਥ ਸਾਹਿਬ ਦੀ ਦੇਖੋ ਨਿੰਦਿਆ ਕਰ ਰਹੇ ਤੇ ਕਰਵਾ ਰਹੇ ਨੇ। ਜੀ ਬਿਲਕੁਲ ਬਿਲਕੁਲ ਜੀ। ਬਾਬਾ ਬੂਟਾ ਸਿੰਘ ਜੀ ਆਪਣੇ ਕੋਲ ਸਮਾਂ ਤਕਰੀਬਨ ਅੱਜ ਆਪਾਂ ਅੱਧਾ ਕੁ ਘੰਟਾ ਜ਼ਿਆਦਾ ਹੀ ਲੈ ਗਏ ਜੀ। ਪਹਿਲਾਂ ਥੋੜ੍ਹਾ ਜਿਹਾ ਅਸੀਂ ਮਾਫੀ ਵੀ ਚਾਹੁੰਦੇ ਸੰਗਤਾਂ ਦੇ ਕੋਲੋਂ ਕਿ ਅੱਜ ਫੋਨ ਕਾਲਸ ਦੇ ਵਿੱਚ ਸਾਨੂੰ ਪ੍ਰੋਬਲਮ ਆ ਜਿਹੜੀਆਂ ਆਈਆਂ ਨੇ। ਕੋਸ਼ਿਸ਼ ਕਰਾਂਗੇ ਕਿ ਨੈਕਸਟ ਟਾਈਮ ਤੋਂ ਆਪਾਂ ਜਿਹੜਾ ਹੈ ਇੱਦਾਂ ਦੀ ਪ੍ਰੋਬਲਮ ਕੋਈ ਨਾ ਆਵੇ। ਸੋ ਅੱਜ ਬਾਬਾ ਜੀ ਹੁਣ ਆਪਾਂ ਮੇਰੇ ਖਿਆਲ ਨਾਲ ਸਮਾਪਤੀ ਵੱਲ ਵੱਧਦੇ ਹਾਂ ਜੀ। ਬਿਲਕੁਲ ਜੀ ਬਿਲਕੁਲ। ਬਹੁਤ ਧੰਨਵਾਦ ਭਾਈ ਜੀ, ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ ਜੀ। ਇੱਕ ਆਪਾਂ ਆਖਰੀ ਕਾਲ ਦੇ ਤੌਰ 'ਤੇ ਕਾਲ ਲਾ ਕੇ ਦੇਖ ਲੈਂਦੇ ਹਾਂ ਜੀ ਵੀਰ ਹੋਣਾ ਨੂੰ। ਅਸਲ ਦੇ ਵਿੱਚ ਨਾ ਵੀਰ ਹੋਣਾ ਦੀ ਪਿਛਲੇ ਵਾਰੀ ਵੀ ਕਾਲ ਆਈ ਸੀ ਅਤੇ ਇਸ ਵਾਰ ਵੀ ਕਾਫੀ ਸਾਰੀ ਉਹਨਾਂ ਦੀਆਂ ਕਾਲਾਂ ਜਿਹੜੀਆਂ ਸੀ ਉਹ ਮਿਸ ਹੋ ਗਈਆਂ। ਅਤੇ ਮੈਂ ਆਖਰੀ ਕਾਲ ਦੇ ਤੌਰ 'ਤੇ ਬਾਕੀ ਵੀਰਾਂ ਨੂੰ ਮੇਰੀ ਬੇਨਤੀ ਹੈ ਚਰਨਾਂ ਦੇ ਵਿੱਚ ਵੀ ਹੁਣ ਖਿਮਾ ਬਖਸ਼ਣੀ ਜੀ, ਕਿਉਂਕਿ ਇਸ ਤੋਂ ਵੱਧ ਹੁਣ ਆਪਾਂ ਕਾਲ ਜਿਹੜੀਆਂ ਨਹੀਂ ਲੈ ਸਕਦੇ। ਅਤੇ ਆਪਾਂ ਅਗਲੇ ਪ੍ਰੋਗਰਾਮਾਂ ਦੇ ਵਿੱਚ ਜ਼ਰੂਰ ਜੁੜਾਂਗੇ ਜਿੱਥੇ ਆਪਣਾ ਮਰਿਆਦਾ ਦੇ ਅਜੇ ਵਿਸ਼ੇ ਵੀ ਜਿਹੜਾ ਹੈ ਪ੍ਰੋਗਰਾਮ ਚੱਲ ਰਹੇ ਨੇ, ਜਿੱਥੇ ਆਪਾਂ ਗੁਰੂ ਸਾਹਿਬ ਦੀ ਉਸਤਤ ਕਰਨ ਦੀ ਕੋਸ਼ਿਸ਼ ਕਰਾਂਗੇ। ਅਤੇ ਜਿਹੜੇ ਹੈ ਆਪਾਂ ਹੋਰ ਵੀ ਇੱਦਾਂ ਦੇ ਪ੍ਰੋਗਰਾਮ ਅੱਗੇ ਉਲੀਕਾਂਗੇ। ਇਹ ਸਾਡੀ ਥੋੜ੍ਹੀ ਜਿਹੀ ਤਰਾਸਦੀ ਹੈ ਕਿ ਸਾਨੂੰ ਇਹੋ ਜਿਹੇ ਬੰਦੇ ਨੂੰ ਜਵਾਬ ਦੇਣੇ ਪੈ ਰਹੇ ਨੇ। ਅਤੇ ਆਪਾਂ ਬਸ ਇੱਕ ਸੈਕਿੰਡ ਲਈ ਵੇਟ ਕਰਦੇ ਹਾਂ ਜੀ ਵੀਰ ਹੁਣੀ ਕਾਲ ਲੈ ਲੈਣ ਤਾਂ। ਨਹੀਂ ਜੀ, ਮੇਰੇ ਖਿਆਲ ਨਾਲ ਨਹੀਂ, ਉਹਨਾਂ ਨੇ ਕਾਲ ਲਈ ਨਹੀਂ ਜੀ। ਚਲੋ ਆਪਾਂ ਖਿਮਾ ਦੇ ਜਾ ਚੱਕਾਂ ਜੀ ਜਿਹੜੇ ਵੀਰਾਂ ਦੀ ਅੱਜ ਕਾਲਸ ਨਹੀਂ ਲੈ ਹੋਈਆਂ।
ਅਤੇ ਲਾਸਟ ਦੇ ਵਿੱਚ ਮੈਂ ਇੱਕ ਹੀ ਜਿਹੜੀ ਬੇਨਤੀ ਹੈ ਉਹ ਸੰਗਤ ਨੂੰ ਕਰਾਂਗਾ ਕਿ ਗੁਰੂ ਪਾਤਸ਼ਾਹ ਰਹਿਮਤਾਂ ਕਰਨ, ਇਹ ਜਿੰਨਾ ਸਾਡੇ ਸਿਰਾਂ ਦੇ ਉੱਤੇ ਝੂਠ ਦਾ ਚੱਕੜ ਸੁੱਟਿਆ ਜਾ ਰਿਹਾ, ਉਹ ਚਾਹੇ ਦਸਮ ਪਾਤਸ਼ਾਹ ਦੀ ਬਾਣੀ 'ਤੇ ਹੋਵੇ, ਚਾਹੇ ਉਹ ਸਾਡੇ ਅੰਮ੍ਰਿਤ ਸੰਚਾਰ 'ਤੇ ਹੋਵੇ, ਚਾਹੇ ਸਾਡੇ ਨਿਤਨੇਮ 'ਤੇ ਹੋਵੇ, ਚਾਹੇ ਵਾਹਿਗੁਰੂ ਦੇ ਸਿਮਰਨੇ 'ਤੇ ਹੋਵੇ, ਇਹ ਸਾਰੇ ਦਾ ਸਾਰਾ ਇੱਕੋ ਜਗ੍ਹਾ 'ਤੇ ਖਲੋਇਆ ਹੋਇਆ। ਇਹਦੇ ਥੱਲੇ ਇੱਕੋ ਥੰਮੀ ਆ, ਜਿਹੜੀ ਥੰਮੀ ਤੁਸੀਂ ਚਾਹੋ ਤਾਂ ਸਕਿੰਟ ਤੋਂ ਪਹਿਲਾਂ ਸੁੱਟ ਸਕਦੇ ਹੋ। ਉਹ ਥੰਮੀ ਡਿੱਗੇਗੀ ਕਿਵੇਂ? ਇਹਦਾ ਨੁਕਤਾ ਕੀ ਹੈਗਾ? ਤੁਸੀਂ ਕੁਝ ਨਾ ਕਰੋ, ਪੋਥੀ ਪ੍ਰਕਾਸ਼ ਕਰੋ, ਬਾਣੀ ਪੜ੍ਹਨੀ ਸ਼ੁਰੂ ਕਰ ਦਿਓ। ਜਿਸ ਦਿਨ ਤੁਸੀਂ ਬਾਣੀ ਪੜ੍ਹਨੀ ਸ਼ੁਰੂ ਕਰ ਦਿੱਤੀ, ਇਹ ਜਿਹੜੇ ਤਾਸ਼ ਦੇ ਉੱਪਰ ਨਾ ਮਹਿਲ ਉਸਾਰ ਕੇ ਅਤੇ ਆਪਣੀਆਂ ਰੋਟੀਆਂ ਸੇਕਣ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ, ਇਹ ਸਾਰੇ ਨਿਸਤਾ ਨਬੂਦ ਹੋ ਜਾਣੇ ਆ। ਸੋ ਸਿੱਖੋ, ਬਹੁਤ ਮਹਿੰਗੀਆਂ ਕੁਰਬਾਨੀਆਂ ਨੇ, ਬਹੁਤ ਵੱਡਾ ਇਤਿਹਾਸ ਆ। ਤੁਸੀਂ ਦੁਨੀਆ ਦਾ ਪੂਰਾ ਇਤਿਹਾਸ ਫੋਲ ਸੁੱਟੋ ਅਤੇ ਉਸ ਤੋਂ ਬਾਅਦ ਸਿੱਖਾਂ ਦਾ ਇਤਿਹਾਸ ਸ਼ੁਰੂ ਕਰ ਲਿਓ। ਮੈਂ ਕਹਿੰਦਾ ਜਿਹੜੀ ਕਲਮ ਆ ਨਾ ਤੁਹਾਡੀ, ਤੁਸੀਂ ਅੱਖਰ ਲਿਖਣੇ ਤਾਂ ਸ਼ੁਰੂ ਕਰੋ। ਕਲਮਾਂ ਰੋ ਪੈਂਦੀਆਂ ਨੇ, ਇੰਨਾ ਜਿਹੜਾ ਸੰਤਾਪ ਕੌਮ ਨੇ ਹੰਢਾਇਆ ਆ। ਸੋ ਜਦੋਂ ਇੰਨੇ ਪਿਆਰ ਦੇ ਵਿੱਚ ਤੁਸੀਂ ਬੰਦ ਕਟਵਾ ਕੇ ਕੱਲਾ ਅੱਖਰ ਪਾਇਆ ਹੋਇਆ ਇਤਿਹਾਸ ਦਾ, ਇਹਨੂੰ ਕੀ ਜੋ ਤੁਹਾਡੇ ਜਾਂ ਗਾਂ ਬੱਚੇ ਕਹਿਣਗੇ ਕਿ ਬਾਪੂ ਕਿਸ ਭਾਅ ਵਿੱਚ ਸੀ ਸਰਦਾਰੀ, ਕਿਸ ਭਾਅ ਸਾਰਾ ਕੁਝ ਛੱਡਿਆ ਸੀਗਾ, ਅਤੇ ਕੀ ਕਹੇਗਾ ਬੱਚੇ ਬੜਾ ਛੋਟਾ ਜਿਹਾ ਭਾਅ ਲਿਆ, ਮੈਨੂੰ ਕਹਿੰਦੇ ਸੀ ਪੜ੍ਹ ਲਾ, ਮੈਂ ਪੜ੍ਹਿਆ ਨਹੀਂ। ਇੱਥੇ ਜਾ ਕੇ ਸਭ ਕੁਝ ਛੱਡੋਗੇ? ਕੀ ਆਉਣ ਵਾਲੇ ਬੱਚੇ ਤੁਹਾਡੇ ਕੋਲ ਸਵਾਲ ਨਹੀਂ ਕਰਨਗੇ ਕਿ ਬਾਪੂ ਤੈਨੂੰ ਮੇਰੇ ਦਾਦੇ ਨੇ, ਮੇਰੇ ਪੜਦਾਦੇ ਨੇ ਕੀ ਦਿੱਤਾ ਸੀਗਾ? ਤੈਨੂੰ ਜਿਹੜਾ ਸੀ ਉਹ ਇਹ ਦੱਸਿਆ ਸੀ, ਇੱਕ ਸਿੱਖ ਦੋਏ ਸੰਗ ਦੀ ਪੰਜੀ ਪਰਮੇਸ਼ਵਰ, ਤੈਨੂੰ ਪਰਮੇਸ਼ਵਰ ਦਾ ਰੂਪ ਬਖਸ਼ਿਆ ਸੀ। ਤੂੰ ਮੈਨੂੰ ਕੀ ਦਿੱਤਾ? ਤੂੰ ਮੇਰੇ ਕੋਲ ਮੇਰਾ ਅੰਮ੍ਰਿਤ ਵੀ ਖੋਹ ਲਿਆ, ਤੂੰ ਮੇਰੇ ਤੋਂ ਨਿਤਨੇਮ ਵੀ ਖੋਹ ਲਿਆ, ਤੂੰ ਇਤਿਹਾਸ ਵੀ ਖੋਹ ਲਿਆ, ਤੂੰ ਬਾਣੀ ਵੀ ਖੋਹ ਲਈ, ਤੂੰ ਸਭ ਕੁਝ ਹੀ ਖੋਹ ਲਿਆ, ਮੇਰੇ ਕੋਲ ਛੱਡੇ ਕੁਝ ਨਹੀਂ। ਕੀ ਉਦੋਂ ਜਵਾਬ ਦੇਗਾ ਸਿੱਖਾ? ਕਿ ਮੈਂ ਉਸ ਸਮੇਂ ਆਲਸ ਨਹੀਂ ਛੱਡੀ, ਮੈਂ ਉਸ ਸਮੇਂ ਇਹ ਤਾਂ ਸੋਚ ਲਿਆ ਕਿ ਮੈਂ ਫੇਸਬੁੱਕ 'ਤੇ ਲਾਈਵ ਆਣ ਕੇ ਕਹਾਂ ਉਹ ਦਰਬਾਰ ਸਾਹਿਬ ਅੱਜ ਬੰਦ ਹੋ ਗਿਆ ਜੀ, ਅੱਜ ਫਲਾਣੇ ਗੁਰਦੁਆਰਾ ਸਾਹਿਬ ਨੂੰ ਬੰਦ ਕਰ ਦਿੱਤਾ ਗਿਆ ਜੀ, ਇੰਗਲੈਂਡ ਅਮਰੀਕਾ 'ਚ ਗੁਰੂ ਘਰ ਬੰਦ ਕਰ ਦਿੱਤੇ ਗਏ ਜੀ। ਪਰ ਮੈਂ ਇਹ ਨਾ ਭਲਿਆ ਕੀਤਾ ਕਿ ਬਾਣੀ ਪੜ੍ਹ ਲਵਾਂ। ਫਿਰ ਸੱਚੇ ਪਾਤਸ਼ਾਹ ਨੇ ਮੇਰੇ 'ਤੇ ਤਰਸ ਕੀਤਾ। ਮੈਨੂੰ 2 ਵੀਕ 3 ਵੀਕ ਜਦੋਂ ਲੋਕਡਾਊਨ ਹੋਇਆ, ਸਤਿਗੁਰਾਂ ਨੇ ਫਿਰ ਮੈਨੂੰ ਆਪਣੀ ਗੋਦੀ 'ਚ ਬਿਠਾ ਲਿਆ ਕਿ ਪੁੱਤ ਮੇਰੀ ਗੋਦੀ 'ਚ ਬਹਿ ਜਾ, ਹੁਣ ਹੀ ਪੜ੍ਹ ਕੇ ਦੇਖ ਲੈ ਮੈਂ ਤੈਨੂੰ ਕੀ ਸਮਝਾ ਕੇ ਗਿਆ ਸੀ, ਮੈਂ ਕਿਹੜੇ ਤਰਕ ਦੇ ਕੇ ਗਿਆ ਸੀ। ਫਿਰ ਮੈਂ ਇਹ ਕੀ ਕੀਤਾ, ਮੈਂ ਫਿਰ ਟਿਕਟੋਕ ਬਣਾਉਣੀ ਸ਼ੁਰੂ ਕਰ ਦਿੱਤੀ, ਮੈਂ ਗੇਮਾਂ ਖੇਡਣੀਆਂ ਸ਼ੁਰੂ ਕਰ ਦਿੱਤੀਆਂ, ਮੈਂ ਫੇਸਬੁੱਕ 'ਤੇ ਲਾਈਵ ਹੋ ਕੇ ਮੈਂ ਫਿਰ ਆਪਣੇ ਪੰਥ ਦੇ ਦੁਆਲੇ ਸਵਾਲ ਚੱਕਣੇ ਸ਼ੁਰੂ ਕਰ ਦਿੱਤੇ। ਪਤਾ ਮੈਂ ਬਾਣੀ ਫੇਰ ਵੀ ਨਹੀਂ ਪੜ੍ਹੀ। ਇਹ ਜਵਾਬ ਦਓਗੇ? ਨਾ ਕਰੋ ਇੱਦਾਂ। ਬਾਣੀ ਪੜ੍ਹੋ, ਖੁਦ ਪੜ੍ਹੋ, ਇਤਿਹਾਸ ਨੂੰ ਪੜ੍ਹੋ, ਫਿਰ ਤੁਹਾਨੂੰ ਪਤਾ ਲੱਗੇਗਾ ਕਿ ਤੁਸੀਂ ਕਿੱਥੇ ਖੜ੍ਹੇ ਹੋ। ਕਿਉਂ ਜਿਹੜੀ ਪੂਰੀ ਦੁਨੀਆ ਲੱਗੀ ਹੋਈ ਆ ਜਦੋਂ 84 ਦੇ ਵਿੱਚ ਹਮਲਾ ਹੁੰਦਾ ਆ, ਅਤੇ ਕਿਉਂ ਜਿਹੜਾ ਸੀ ਉਹ ਜਿੱਥੇ ਗੁਰੂ ਦੇ ਪਿਆਰਿਆਂ ਦੇ ਜਿਹੜੇ ਖੂਨ ਦੀ ਜਿਹੜੇ ਸੀ ਉਹ ਧਰਤੀ ਦੀ ਪਿਆਸ ਬੁਝਾਉਣ ਦੇ ਲਈ ਖੂਨ ਡੋਲਿਆ ਗਿਆ, ਉੱਥੇ ਇੱਕ ਚੀਜ਼ 'ਤੇ ਹੋਰ ਹਮਲਾ ਹੋਇਆ ਸੀ, ਉਹ ਤੁਹਾਡੀ ਲਾਇਬ੍ਰੇਰੀ ਸੀ, ਉੱਤੇ ਹਮਲਾ ਕੀਤਾ ਗਿਆ। ਉਹ ਹਮਲਾ ਕਿਉਂ ਕੀਤਾ ਗਿਆ? ਕਿੰਨੇ ਦੁਨੀਆ ਦੇ ਵਿੱਚ ਧਰਮ ਨੇ ਜਿਨ੍ਹਾਂ ਦੀਆਂ ਇਤਿਹਾਸਕ ਗ੍ਰੰਥਾਂ ਦੇ ਉੱਤੇ ਹਮਲੇ ਕੀਤੇ ਗਏ, ਤੁਹਾਡੇ 'ਤੇ ਕਿਉਂ ਹੋਇਆ? ਕਿਉਂਕਿ ਦੁਨੀਆ ਦੇ ਕੋਲ ਉਹ ਚੀਜ਼ ਹੈ ਹੀ ਨਹੀਂ ਆ ਜੋ ਤੁਹਾਡੇ ਕੋਲ ਆ। ਜਦੋਂ ਤੁਸੀਂ ਸਿੱਖਾਂ ਦਾ ਇਤਿਹਾਸ ਪੜ੍ਹਨਾ ਸ਼ੁਰੂ ਕਰੋਗੇ ਨਾ, ਅਤੇ ਗੁਰੂ ਦੇ ਪਿਆਰਿਓ, ਫਿਰ ਤੁਸੀਂ ਆ ਜਿਹੜੀਆਂ ਅੱਜ ਦਸਤਾਰਾਂ ਨਾ, ਕੋਈ ਤਾਂ ਨੂੰ ਨੋਕ ਕੱਢ ਲੈਂਦਾ, ਕੋਈ ਕਿਸੇ ਸਾਈਡ ਦੀ ਕੱਢ ਲੈਂਦਾ, ਫਿਰ ਇੱਦਾਂ ਨਹੀਂ ਕਰੋਗੇ। ਫਿਰ ਤੁਸੀਂ ਸ਼ੀਸ਼ਾ ਦੇਖਣਾ ਕਰ ਦੋਗੇ ਬੰਦ, ਅਤੇ ਸਿਰ ਦੇ ਉੱਤੇ ਕੱਪੜਾ ਜਿਹੜਾ ਹੈ, ਜਿਹੜਾ ਆਪਣੀ ਦਸਤਾਰ ਹੈ ਉਹਨੂੰ ਸਜਾਉਂਦੇ ਜਾਓਗੇ ਅਤੇ ਸ਼ਹੀਦਾਂ ਦਾ ਧਿਆਨ ਧਰਦੇ ਜਾਓਗੇ। ਫਿਰ ਤੁਸੀਂ ਇਸ ਤਰੀਕੇ ਦੇ ਨਾਲ ਜਿਹੜਾ ਹੈ ਉਹ ਪੜ੍ਹਨਾ ਸ਼ੁਰੂ ਕਰੋਗੇ। ਮੇਰੀ ਇਹ ਤੁਹਾਨੂੰ ਬੇਨਤੀ ਹੈ ਹੱਥ ਜੋੜ ਕੇ, ਖਾਲਸਾ ਜੀ, ਆਪ ਪੜ੍ਹੋ, ਆਪ ਵਿਚਾਰੋ, ਨਾ ਇਸ ਤਰੀਕੇ ਦੇ ਨਾਲ ਇਹੋ ਜਿਹੇ ਟੁਕੜਬੋਝਾਂ ਨੂੰ ਮੌਕਾ ਦਿਓ ਤੁਹਾਡੇ ਪੰਥ ਦੇ ਖਿਲਾਫ ਬਕਵਾਸ ਕਰਨ ਦਾ। ਸੋ ਆਪ ਫੈਸਲਾ ਕਰੋ ਕਿ ਕੀ ਸਹੀ ਆ ਕੀ ਗਲਤ। ਆਪਾਂ ਇੱਕ ਆਖਰੀ ਕਾਲ ਦੇ ਤੌਰ 'ਤੇ ਇੱਕ ਕਾਲ ਆਈ ਹੈ ਜੀ, ਆਪਾਂ ਦੇਖ ਲੈਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਬਾਬਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਵੀਰ ਜੀ, ਬਹੁਤ ਬਹੁਤ ਸਵਾਗਤ ਹੈ ਜੀ ਆਪ ਜੀ ਦਾ। ਅਤੇ ਆਪਾਂ ਤਕਰੀਬਨ ਸਮਾਪਤੀ 'ਤੇ ਸੀਗੇ। ਧੰਨਵਾਦ ਜੀ। ਹਾਂਜੀ, ਆਪਣੀ ਗੱਲ ਰੱਖੋ ਵੀਰ ਜੀ। ਜਿਆਦਾ ਆਪਾਂ 2 ਹੀ ਵਚਨ ਕਰਨੇ ਆ ਜੀ। ਸਭ ਤੋਂ ਪਹਿਲੀ ਤੇ ਇਹ ਵੀ ਇਹ ਜਿਹੜਾ ਬੰਦਾ ਮਤਲਬ ਢੰਡਰੀ ਆ ਜੋ ਜੀ, ਇਹ ਇੱਕ ਪਾਸਿਓਂ ਤੇ ਕਹਿੰਦਾ ਵੀ ਮੈਂ ਰੱਬ ਨੂੰ ਮੰਨਦਾ ਨਹੀਂ, ਗੁਰੂ ਨੂੰ ਮੰਨਦਾ ਨਹੀਂ ਜੀ, ਗੁਰੂ ਜਰੀਆ ਵਾ ਜੀ। ਦੂਜੇ ਪਾਸੋਂ ਫਿਰ ਗੁਰੂ ਸਾਹਿਬ ਦੀ ਅਰਦਾਸ ਕਿਉਂ ਕਰਦਾ ਏ? ਜੀ 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 ਜੀ, ਬਿਲਕੁਲ ਬਿਲਕੁਲ ਜੀ। ਦੋਗਲਾ ਸਟੈਂਡ ਇਹ ਕਿਉਂ ਆ? ਫਿਰ ਇਹ ਮਤਲਬ ਗੁਰੂ ਮਹਾਰਾਜ ਦਾ ਨਾਮ ਲੈ ਕੇ ਅਰਦਾਸ ਨਾ ਕਰੇ, ਫਿਰ ਉਹਨਾਂ ਪਹਾੜਾਂ ਦਾ ਤੇ ਰੁੱਖਾਂ ਦਾ ਨਾਮ ਲੈ ਕੇ ਅਰਦਾਸ ਕਰੇ। ਜੀ 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 ਜੀ।
ਜੀ ਜੀ ਸਭ ਜੀ ਤੋਂ ਪਹਿਲੀ ਗੱਲ ਇੱਕ ਵਚਨ ਤੇ ਇਹ ਆ। ਜੀ ਤੇ ਦੂਸਰਾ ਵਚਨ ਇਹ ਆ ਵੀ ਜੇ ਆਂਦਾ ਵਾ ਵੀ ਅੰਮ੍ਰਿਤ ਗੁਰੂ ਦਾ ਜਿਹੜਾ ਵਾ ਉਹ ਨਹੀਂ ਛਕਣਾ, ਲੋਕਾਂ ਨੂੰ ਆਂਦਾ ਵੀ ਅੰਮ੍ਰਿਤ ਛਕਣ ਦੀ ਜਾਂ ਨਾ ਛਕਣ ਦੀ ਕੋਈ ਗੱਲ ਨਹੀਂ। ਜੀ 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 ਆਪ ਇਹ ਕਿਉਂ ਫਿਰ ਅੰਮ੍ਰਿਤ ਦਾ ਜਿਹੜਾ ਇਹ ਆਪ ਬਾਟਾ ਤਿਆਰ ਕਰਦਾ ਕਦੀ ਕਦਾ ਤੇ ਕਿਉਂ ਕਰਾਉਂਦਾ ਫਿਰ? ਜੀ 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 ਤੀਸਰੀ ਗੱਲ ਵੀ ਜੇ ਬਾਣੀ ਨੂੰ ਆਂਦਾ ਬਾਣੀ ਹੈ ਨਹੀਂ ਕੋਈ, ਤੇ ਬਾਣੀ ਦਾ ਇਹਨੇ ਪ੍ਰਕਾਸ਼ ਉੱਤੇ ਆਪਦੇ ਉਹ ਕਾਮੇਸ਼ਵਰ ਦੁਆਰ ਤੇ ਕਿਉਂ ਕੀਤਾ ਹੋਇਆ? ਬਿਲਕੁਲ 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 ਜੀ ਹਨਾ, ਉੱਥੋਂ ਪ੍ਰਕਾਸ਼ ਚੁੱਕਿਆ ਜਾਣਾ ਚਾਹੀਦਾ। ਜੀ 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 ਬਿਲਕੁਲ 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 ਸੱਤ ਆ ਜੀ। ਫਿਰ ਸਾਡੀ ਹੱਥ ਬੰਨ ਕੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਾੜੀ ਤੇ ਸਮੂਹ ਸੰਗਤਾਂ ਗਾੜੀ, ਸਮੂਹ ਜਥੇਬੰਦੀਆਂ ਗਾੜੀ ਬੇਨਤੀ ਆ ਵੀ ਜਿਹੜਾ ਬੰਦਾ ਬਾਣੀ ਦਾ ਆਦਰ ਹੀ ਨਹੀਂ ਕਰਦਾ, ਅਨਾਦਰ ਕਰਦਾ, ਉਹਦੇ ਜਿਹੜਾ ਉਹ ਪਰਮੇਸ਼ਰ ਦਵਾਰ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਆ ਉਹ ਨਹੀਂ ਹੋਣਾ ਚਾਹੀਦਾ, ਉਹ ਉੱਥੋਂ ਚੁੱਕ ਲੈਣਾ ਚਾਹੀਦਾ। ਨਹੀਂ ਜੀ, ਮੈਂ ਥੋੜੀ ਜਿਹੀ ਬੇਨਤੀ ਕਰਾਂਗਾ ਜੀ। ਇੱਥੇ ਮੈਂ ਆਪ ਜੀ ਨੂੰ ਇੱਕ ਗੱਲ ਤੋਂ ਦੁਰਸਤ ਕਰਨਾ ਚਾਹਾਂਗਾ ਜੀ। ਉੱਥੋਂ ਸਾਨੂੰ ਮਹਾਰਾਜ ਦਾ ਪ੍ਰਕਾਸ਼ ਨਹੀਂ ਲੈ ਕੇ ਆਉਣਾ ਚਾਹੀਦਾ। ਜ਼ਮੀਨ ਗੁਰੂ ਸਾਹਿਬ ਜੀ ਦੀ ਆ, ਡੇਰਾ ਗੁਰੂ ਸਾਹਿਬ ਜੀ ਦੇ ਨਾਮ ਤੇ ਆ। ਉੱਥੋਂ ਇਸ ਪਾਪੀ ਜਰਵਾਣੇ ਨੂੰ ਚੱਕ ਕੇ ਬਾਹਰ ਸੁੱਟਣਾ ਚਾਹੀਦਾ ਜੀ। ਚਲੋ ਉਹ ਵੀ ਜਿੱਦਾਂ ਤੁਹਾਡਾ ਜੀ ਸਿਰ ਮੱਥੇ ਆ, ਕਿਉਂਕਿ ਸਾਰਾ ਕੁਝ ਇਹਨੇ ਗੁਰੂ ਸਾਹਿਬ ਜੀ ਦੇ ਜੇ ਨਾਮ ਤੇ ਕਰਵਾਇਆ ਹੋਇਆ ਨਾ, ਜਦੋਂ ਗੁਰੂ ਦੇ ਮਹਾਰਾਜ ਦੇ ਨਾਂ ਤੇ ਕਰਾਇਆ, ਇਹ ਬੋਲਦਾ ਵੀ ਆ ਤੇ ਫਿਰ ਉੱਥੇ ਨਾ ਵੜੇ ਨਾ, ਇਹ ਆਪਦਾ ਬਿਲਕੁਲ ਜੀ ਬਿਲਕੁਲ ਬਿਲਕੁਲ। ਹੁਣ ਹਾਂਜੀ ਬਿਲਕੁਲ ਉੱਥੇ ਆਪਣਾ ਪ੍ਰਚਾਰ ਕਰੇ ਸ਼ੁਰੂ, ਅੱਡ ਮਕਾਨ ਅੱਡ ਬਣਾਵੇ। ਜੀ 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 ਗੁਰੂ ਮਹਾਰਾਜ ਦੇ ਨਾਂ ਤੇ ਆਂਦਾ ਮੈਂ ਕਰਤਾ, ਉੱਥੇ ਰਹਿਣਾ ਨਹੀਂ ਚਾਹੀਦਾ ਇਹਨੂੰ। ਬਿਲਕੁਲ ਬਿਲਕੁਲ ਜੀ। ਫਿਰ ਕਿਉਂ ਜਾਂਦਾ? ਉਹ ਸੰਗਤਾਂ ਦੇ ਸਪੁਰਦ ਕਰੇ, ਸੰਗਤਾਂ ਜਾਣਨ, ਉਹਨਾਂ ਦਾ ਕੰਮ ਜਾਣੇ। ਬਿਲਕੁਲ ਬਿਲਕੁਲ ਜੀ, ਸੱਚੀ ਗੱਲ ਹੈ ਜੀ। ਠੀਕ ਹੈ ਬਾਬਾ ਜੀ। ਹੋਰ ਕੇਰ ਸਿੰਘ ਦੀ ਜੇ ਕਾਲ ਆ ਰਹੀ ਆ ਤੇ ਲਓ ਕੋਈ ਜੀ ਨਹੀਂ ਜੀ, ਹੁਣ ਆਪਾਂ ਬਸ ਤੁਹਾਡੀ ਆਖਰੀ ਕਾਲ ਹੀ ਆ ਜੀ। ਹੁਣ ਆਪਾਂ ਜਿਹੜੀ ਉਹ ਸਮਾਪਤੀ ਕਰ ਦੇਣੀ ਹੈ। ਚਲੋ ਬਹੁਤ ਹੈ, ਬਸ ਇੰਨਾ ਹੀ ਬਚਨੇ ਹੀ ਆਪਣੇ। ਜੀ 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 ਜਿਹੜੇ ਇਹੋ ਜਿਹੇ ਨਿੰਦਕ ਆ ਉਹਨਾਂ ਨੂੰ ਹੱਥੋਂ ਹੱਥੀ ਲੈਣਾ ਚਾਹੀਦਾ। ਇਹ ਜਥੇਬੰਦੀਆਂ ਨੂੰ ਜੀ ਜੀ ਨਹੀਂ ਜੀ ਕਰਨੀ ਚਾਹੀਦੀ। ਮੇਰਾ ਬਾਬਾ ਬੁੱਢਾ ਦਲੀਆਂ ਦੇ ਗਾੜੀ ਵੀ ਬੇਨਤਾ ਵਾ, ਜੀ ਤਰਨਾ ਦਲ ਦੇ ਗਾੜੀ ਵੀ ਬੇਨਤਾ ਵਾ, ਬਾਬਾ ਵਿਧੀ ਚੰਦੀਆਂ ਦੇ ਗਾੜੀ ਵੀ ਬੇਨਤਾ ਹੈ, ਤੇ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਗਾੜੀ ਵੀ ਬੇਨਤਾ ਹੈ। ਜੀ ਜੀ ਬਿਲਕੁਲ ਬਿਲਕੁਲ ਬਿਲਕੁਲ। ਮਤਲਬ ਬੰਦਾ ਜਿਹੜਾ ਇਸ ਤਰੀਕੇ ਨਾਲ ਇਹ ਵਚਨ ਕਰ ਰਿਹਾ, ਇਹਨੂੰ ਜ਼ਰੂਰ ਨੱਥ ਪਾਈ ਜਾਣੀ ਚਾਹੀਦੀ। ਜੀ 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 ਬਿਲਕੁਲ ਬਿਲਕੁਲ ਜੀ। ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਿਲਕੁਲ ਜੀ, ਆਪਾਂ ਤੇ ਤਕਰੀਬਨ ਸਮਾਪਤੀ ਸੀ, ਪਰ ਵੀਰ ਜੀ ਹੁਣਾਂ ਨੇ ਬਹੁਤ ਇੱਕ ਸੋਹਣੀ ਗੱਲ ਜਿਹੜੀ ਉਹ ਕਹੀ ਆ। ਤੇ ਬਈ ਜਿਹੜੀਆਂ ਸਾਡੀਆਂ ਜਥੇਬੰਦੀਆਂ ਨੇ, ਜਿੱਥੇ ਮੈਂ ਇੱਕ ਆਪਣੇ ਵੀਰਾਂ ਦੇ ਲਈ ਉਹਨਾਂ ਦੇ ਚਰਨਾਂ ਵਿੱਚ ਇੱਕ ਸਵਾਲ ਰੱਖਿਆ ਸੀ ਵੀ ਭਾਈ ਤੁਸੀਂ ਆਉਣ ਵਾਲੇ ਬੱਚਿਆਂ ਦੇ ਕੋਲੋਂ ਸਭ ਕੁਝ ਨਾ ਖੋਵੋ, ਆਪ ਪੜ੍ਹੋ। ਤੁਹਾਡੇ ਕੋਲ ਅੱਜ ਟਾਈਮ ਵੀ ਆ, ਤੁਸੀਂ ਫ੍ਰੀ ਹੋ, ਘਰੇ ਬੈਠ ਕੇ ਪੜ੍ਹੋ ਅਤੇ ਵਿਚਾਰੋ। ਕਿਤੇ ਦੇਖੋ ਇਹ ਤਰਕ ਜਿਹੜੇ ਕਰ ਰਹੇ ਨੇ, ਤਰਕ ਦਾ ਕੋਈ ਸੈਰ ਪੈਰ ਹੈ ਸਹੀ। ਸੋ ਇੱਥੇ ਮੇਰੀ ਇੱਕ ਸਾਰੀਆਂ ਜਥੇਬੰਦੀਆਂ ਨੂੰ, ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਨੂੰ ਵੀ ਇੱਕ ਬੇਨਤੀ ਹੈ ਚਰਨਾਂ ਦੇ ਵਿੱਚ, ਕਿਉਂਕਿ ਉਹ ਜਿੱਥੇ ਚਰਨ ਧਰਦੇ ਨੇ ਉਹਨਾਂ ਤੋਂ ਜਿਹੜੀ ਧੂੜ ਉੱਡਦੀ, ਮੇਰੀ ਕੋਈ ਉਨੀ ਔਕਾਤ ਵੀ ਨਹੀਂ, ਇਸ ਲਈ ਮੈਂ ਕੋਈ ਸਵਾਲ ਨਹੀਂ ਰੱਖ ਸਕਦਾ, ਸਿਰਫ ਬੇਨਤੀ ਰੱਖ ਸਕਦਾ। ਆਪ ਜੀ ਦੇ ਚਰਨਾਂ ਵਿੱਚ ਸਿਰ ਰੱਖ ਕੇ ਇੱਕ ਬੇਨਤੀ ਹੈ, ਜਥੇਦਾਰ ਸਾਹਿਬ ਜੀ, ਅੱਜ ਤੱਕ ਵਿਰੋਧੀਆਂ ਦੀਆਂ ਭਾਵਨਾਵਾਂ ਦਾ ਬਹੁਤ ਸਤਿਕਾਰ ਹੋਇਆ। ਪਹਿਲਾਂ ਸਰਸੇ ਵਾਲਿਆਂ ਦੀ ਦਾ ਹੋ ਗਿਆ, ਹੁਣ ਐਸ ਸਾਧੀਆਂ ਜਿਹੜਾ ਬਾਰ-ਬਾਰ ਕਿਹਾ ਜਾ ਰਿਹਾ ਵੀ ਨਹੀਂ, ਹੁਣ ਉਹਦੀਆਂ ਭਾਵਨਾਵਾਂ ਦਾ ਵੀ ਸਤਿਕਾਰ ਕਰਦੇ ਹਾਂ। ਸਾਨੂੰ ਲਵਾਰਸ ਨਾ ਕਰੋ। ਅਸੀਂ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਲਈ ਸਾਡਾ ਰੋਮ ਹਾਜ਼ਰ ਆ। ਮੇਰੀ ਉਸ ਤਖਤ 'ਤੇ ਵਿਰਾਜਮਾਨ ਸੱਚੇ ਪਾਤਸ਼ਾਹ ਚਰਨਾਂ ਵਿੱਚ ਵੀ ਇੱਕ ਅਰਦਾਸ ਹੈ ਕਿ ਸੱਚੇ ਪਾਤਸ਼ਾਹ ਕੋਈ ਰਹਿਮਤ ਭਰਿਆਣਾ ਦੇ ਸਿਰਾਂ ਦੇ ਉੱਤੇ ਜਥੇਦਾਰਾਂ ਦੇ ਹੱਥ ਰੱਖ ਕੇ ਨਾ ਕੋਈ ਫੈਸਲਾ ਕਰਵਾਵੋ ਕਿ ਸਾਡੀਆਂ ਭਾਵਨਾਵਾਂ ਦਾ ਵੀ ਸਤਿਕਾਰ ਕਰ ਸਕਣ। ਕਿਹੜਾ ਐਸਾ ਲਫ਼ਜ਼ ਸੁਣਨ ਦੀ ਹਜੇ ਸਾਡੀਆਂ ਜਥੇਬੰਦੀਆਂ, ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਕਿਹੜਾ ਐਸਾ ਲਫ਼ਜ਼ ਸੁਣਨ ਦੀ ਵੇਟ ਕਰ ਰਹੇ ਨੇ ਜਿਹੜਾ ਬੋਲੂਗਾ ਅਤੇ ਫਿਰ ਉਹ ਕਹਿਣਗੇ ਵੀ ਅੱਜ ਸਿੱਖਾਂ ਦੀਆਂ ਭਾਵਨਾਵਾਂ ਜਿਹੜੀਆਂ ਨੇ ਉਹ ਆਹਤ ਹੋਈਆਂ ਨੇ, ਅੱਜ ਅਸੀਂ ਕੋਈ ਸਖਤ ਫੈਸਲਾ ਲਵਾਂਗੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੂੰ ਜ਼ਰੀਆ ਕਹਿ ਦਿੱਤਾ, ਹਜੇ ਭਾਵਨਾਵਾਂ ਦੀ ਕੋਈ ਬਾਕੀ ਰਹਿ ਗਈ ਆ। ਸਾਨੂੰ ਇੱਥੋਂ ਤੱਕ ਕਹਿ ਦਿੱਤਾ ਕਿ ਜਿਹੜੇ ਪੁਜਾਰੀ ਨੇ ਗੁਰਬਾਣੀ ਦੇ ਅਰਥ ਕੀਤੇ ਨੇ ਉਹ ਗਲਤ ਕੀਤੇ ਨੇ, ਆਪ ਕੀਤੇ ਕਦੇ ਨਹੀਂ। ਆਪ ਇਹਨੂੰ ਬਾਣੀ ਪੜ੍ਹਨੀ ਤੱਕ ਨਹੀਂ ਆਉਂਦੀ, ਉਹ ਬੰਦਾ ਗੁਰਬਾਣੀ ਦੇ ਅਰਥਾਂ ਦੇ ਉੱਤੇ ਕਿੰਤੂ ਪਰੰਤੂ ਕਰ ਰਿਹਾ, ਰੱਬ ਦੇ ਵਜੂਦ ਨੂੰ ਇਹ ਗੱਲ ਕਹਿ ਰਿਹਾ ਕਿ ਰੱਬ ਦਾ ਕੋਈ ਵਜੂਦ ਹੀ ਹੈ ਨਹੀਂ ਆ। ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਨੂੰ ਜਰਵਾਣੇ ਕਹਿ ਰਿਹਾ, ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕਰਨ ਦੀਆਂ ਨੇਕੀ ਗੱਲਾਂ ਕਰਦਾ ਹੋਵੇ ਅਤੇ ਇਹ ਕਹਿ ਰਿਹਾ ਉਹ ਤਰਕ ਨਾਲ ਗੱਲ ਕਰਦਾ। ਸਾਡੇ ਗਾਤਰੇ ਕਿਰਪਾਨਾਂ ਨੂੰ ਇਹਨਾਂ ਨੇ
ਜੰਜੂ ਦੇ ਨਾਲ ਰਲਾ ਦਿੱਤਾ, ਕਹਿ ਦਿੱਤਾ ਵੀ ਹਾਂ ਵੀ ਜਿਆ ਜੰਜੂ ਜਿਆ ਇਹ। ਅਤੇ ਮੈਨੂੰ ਇੱਕੋ ਗੱਲ ਦਾ ਜਵਾਬ ਦਿਓ, ਹਜੇ ਕਿਹੜੀ ਗੱਲ ਇਹ ਕਹਿਣਗੇ ਅਤੇ ਹਿਰਦੇ ਵਲੂੰਦਰੇ ਜਾਣਗੇ, ਉਹ ਜ਼ਰੂਰ ਸਾਨੂੰ ਦੱਸਿਓ। ਕਿਤੇ ਨਾ ਕਿਤੇ ਜਾ ਕੇ ਦੁਹਾਈ ਰੱਬ ਦੀ ਆ ਜਥੇਦਾਰ ਸਾਹਿਬ ਜੀ, ਹੁਣ ਤਰਸ ਕਰੋ ਕਿ ਇਹਨਾਂ ਦੀ ਹੀ ਸਿਰਫ ਪਰਵਾਹ ਕਰਨੀ ਆ। ਪਹਿਲੋਂ ਜਥੇਦਾਰਾਂ ਨੇ ਜਿਹੜੀ ਸਰਸੇ ਵਾਲੇ ਨੂੰ ਮਾਫੀ ਦਿੱਤੀ ਸੀ, ਉੱਥੇ ਸਾਡੀਆਂ ਬੋਲਤੀਆਂ ਤੁਸੀਂ ਬੰਦ ਕਰ ਦਿੱਤੀਆਂ ਸੀ, ਅਤੇ ਉਹ ਧੇਲੇ ਦਾ ਸਾਧ ਨਹੀਂ, ਜਿਹੜੇ ਸਾਧ ਦੇ ਚੇਲੇ ਆਣ ਕੇ ਸਾਨੂੰ ਜਿਹੜੇ ਸੀ ਉਹ ਟਿਚਰਾਂ ਪੈ ਕਰਦੇ ਸੀ, ਲਓ ਅਸੀਂ ਮਾਫੀ ਲੈ ਲਈ, ਅਤੇ ਸਾਡੀ ਮੂੰਹ ਦੇ ਉੱਤੇ ਤਾਲੇ ਲੱਗ ਗਏ ਸੀ। ਅੱਜ ਸੇਮ ਉਸੇ ਤਰੀਕੇ ਦੇ ਨਾਲ ਇਹ 2.5 ਫੁੱਟਾ ਜਿਹੜਾ ਕਹਿੰਦਾ ਮੇਰੀ ਬੜਕ ਬੜੀ ਆ, ਇਹਦੀ ਬੜਕ ਅਸੀਂ ਮੋੜ ਕੇ ਉੱਥੇ ਦੇਵਾਂਗੇ ਜਿੱਥੇ ਇਹਨੂੰ ਦੇਣ ਦਾ ਹੱਕ ਹੁੰਦਾ, ਪਰ ਇਹਦੀ ਬੜਕ ਜਿਹੜੀ ਆ ਤੁਹਾਡੇ ਸਿਰਾਂ 'ਤੇ ਖੜੀ ਆ, ਕਿਉਂਕਿ ਤੁਸੀਂ ਕੋਈ ਸਟਰੋਂਗ ਫੈਸਲਾ ਨਹੀਂ ਲੈ ਰਹੇ। ਸੋ ਸਾਡੀਆਂ ਵੀ ਭਾਵਨਾਵਾਂ ਦੀ ਕਦਰ ਕਰੋ। ਅਸੀਂ ਕੋਈ ਪੰਥ ਤੋਂ ਬਾਹਰੇ ਨਹੀਂ ਆ, ਅਸੀਂ ਵੀ ਇਸ ਪੰਥ ਦੇ ਹਿੱਸੇ ਹਾਂ। ਸਾਡੀਆਂ ਵੀ ਭਾਵਨਾਵਾਂ ਦੀ ਕਦਰ ਕਰੋ ਜਥੇਦਾਰ ਸਾਹਿਬ ਜੀ, ਇਹ ਸਾਡੀ ਬੇਨਤੀ ਹੈ ਤੁਹਾਡੇ ਚਰਨਾਂ ਵਿੱਚ। ਮੇਰੀ ਬਾਬਾ ਹਰਨਾਮ ਸਿੰਘ ਜੀ ਤੋਂ ਲੈ ਕੇ ਨਿਹੰਗ ਸਿੰਘ ਜਥੇਬੰਦੀਆਂ ਤੱਕ ਉਹਨਾਂ ਨੂੰ ਇਹ ਬੇਨਤੀ ਹੈ ਕਿ ਸੱਚੇ ਪਾਤਸ਼ਾਹ ਰਹਿਮਤਾਂ ਕਰਨ, ਖਾਲਸਾ ਜੀ ਇੱਕ ਨਿਸ਼ਾਨ ਸਾਹਿਬ ਜੀ ਦੇ ਥੱਲੇ ਇਕੱਠੇ ਹੋ ਗਏ। ਇਹ ਗੁਰੂ ਪਾਤਸ਼ਾਹ ਜੀ ਤੁਹਾਨੂੰ ਮੌਕੇ ਦੇ ਰਹੇ ਨੇ ਵੀ ਕਿਤੇ ਤਾਂ ਜਾ ਕੇ ਮੇਰਾ ਖਾਲਸਾ ਇਹ ਗੱਲ ਕਹੇਗਾ ਇਨਫ ਇਜ਼ ਇਨਫ, ਬਹੁਤ ਹੋ ਗਿਆ। ਜਿਹੜਾ ਮਰਜ਼ੀ ਉੱਠਦਾ ਸਾਡੇ ਧਰਮ ਦੇ ਉੱਤੇ ਆਣ ਕੇ ਦੇ ਭੌਂਕਣਾ ਸ਼ੁਰੂ ਕਰ ਦਿੰਦਾ ਆ, ਲਓ ਹੁਣ ਅਸੀਂ ਇਕੱਠੇ ਹੋ ਕੇ ਆ ਗਏ ਹਾਂ, ਲੈ ਹੁਣ ਬੋਲ ਕੇ ਦਿਖਾ। ਕਿਤੇ ਨਾ ਕਿਤੇ ਇਹ ਗੱਲ ਜਿਹੜੀ ਗੁਰੂ ਸਾਹਿਬ ਜੀ ਤੁਹਾਨੂੰ ਮੌਕਾ ਦੇ ਰਹੇ ਨੇ, ਖਾਲਸਾ ਜੀ ਇਕੱਠੇ ਹੋ ਜਾਓ, ਇੱਕ ਨਿਸ਼ਾਨ ਸਾਹਿਬ ਜੀ ਦੇ ਥੱਲੇ ਇਕੱਠੇ ਹੋ ਕੇ ਇੱਕ ਵਾਰੀ ਸਖਤ ਫੈਸਲਾ ਕਰਕੇ ਇਸ ਪਾਪੀ ਨੂੰ ਜਿਹੜਾ ਤੁਸੀਂ ਮੂੰਹ ਇਹਦਾ ਮੋੜ ਕੇ ਦੂਜੇ ਬੰਨੇ ਲਾ ਦਿਓ, ਫਿਰ ਅਸੀਂ ਦੇਖਾਂਗੇ ਇਹਦੀ ਬੜਕ ਕਿੱਡੀ ਆ। ਸੋ ਮੇਰੀ ਲਾਸਟ ਦੇ ਉੱਤੇ ਫਿਰ ਇਹੀ ਬੇਨਤੀ ਆ ਕਿ ਭਾਈ ਰਣਜੀਤ ਸਿੰਘ ਜੀ, ਜੇ ਬੜਕ ਚੇਤੇ ਕਰਨੀ ਹੈ ਨਾ, ਜਿੱਦਣ ਵਾਹਣ ਦੇ ਵਿੱਚ ਪੈਲੀਆਂ ਦੇ ਵਿੱਚ ਭੱਜੇ ਜਾਂਦੇ ਸੀਗੇ, ਉਦਣ ਆਪਣੀ ਬੜਕ ਚੇਤੇ ਕਰ ਲਿਓ ਅਤੇ ਤੁਹਾਨੂੰ ਸਾਰਾ ਸੀਨ ਯਾਦ ਆ ਜਾਣਾ ਕਿ ਉਦਣ ਬੜਕ ਕਿਹੋ ਜਿਹੀ ਸੀ। ਸੋ ਅੱਜ ਜਿਹੜੀ ਪੁਲਿਸ ਦੀ ਛਾਉਣੀ ਦੇ ਵਿੱਚ ਬੈਠ ਕੇ ਅਤੇ ਜਿਹੜਾ ਬੋਲ ਕੇ ਤੇ ਕਹਿ ਦੇਣਾ ਮੇਰੀ ਬੜਕ ਬੜੀ ਆ। ਦੂਸਰੀ ਇੱਕ ਮੈਂ ਲਾਸਟ 'ਤੇ ਬੇਨਤੀ ਕਰਾਂਗਾ, ਸਿੱਖੋ ਇਹ ਕੇਵਲ ਅਤੇ ਕੇਵਲ ਤੁਹਾਡੇ ਲਈ ਆ, ਜਿਹੜੇ ਕਿਤੇ ਨਾ ਕਿਤੇ ਹਜੇ ਵੀ ਜਿਹੜੀ ਆ ਉਹਨਾਂ ਦੀ ਕੋਈ ਜ਼ਮੀਰ ਥੋੜ੍ਹੀ ਬਹੁਤੀ ਜਾਗਦੀ ਛੱਡੀ ਆ, ਪੂਰੀ ਤਰੀਕੇ ਦੇ ਨਾਲ ਢੰਡਰੀਆਂ ਵਾਲੇ ਦੇ ਚਰਨਾਂ 'ਚ ਵੇਚ ਨਹੀਂ ਦਿੱਤੀ। ਉਹਨਾਂ ਨੂੰ ਇਹ ਸਵਾਲ ਆ, ਤੁਹਾਡਾ ਇੱਕ ਰੋਸ ਸੀ ਬਾਬਾ ਹਰਨਾਮ ਸਿੰਘ ਜੀ ਹੋਣਾ 'ਤੇ ਵੀ ਉਹ ਬਾਬਾ ਜਰਨੈਲ ਸਿੰਘ ਦੀ ਸੋਚ ਨੂੰ ਅੱਗੇ ਕਿਉਂ ਨਹੀਂ ਲੈ ਕੇ ਤੁਰ ਰਹੇ। ਤੁਹਾਡਾ ਇੱਕ ਦੋਸ਼ ਸੀ ਸਾਡੀਆਂ ਸਰਮੋਰ ਜਥੇਬੰਦੀਆਂ 'ਤੇ, ਉਹ ਅੱਜ ਉਹ ਗੱਲਾਂ ਕਿਉਂ ਨਹੀਂ ਕਰ ਰਹੇ ਜੋ ਬਾਬਾ ਜਰਨੈਲ ਸਿੰਘ ਜੀ ਕਰ ਰਹੇ ਸੀ। ਇਹਦਾ ਮਤਲਬ ਸੀ ਤੁਸੀਂ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਸ਼ਾਂ ਦੀ ਸੋਚ ਨਾਲ ਸਹਿਮਤ ਸੀ। ਇਹ ਧੇਲੇ ਦੇ ਬੰਦੇ ਅੱਜ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀਆਂ ਗਲਤ ਫੋਟੋਆਂ ਪਾ ਜਿਹੜੀਆਂ ਨੇ ਉਹ ਫੇਸਬੁੱਕ ਵਟਸਐਪ 'ਤੇ ਪਾ ਰਹੇ ਨੇ, ਉਹਨਾਂ ਦੇ ਪਰਿਵਾਰ ਦੀਆਂ ਪਾ ਰਹੇ ਨੇ। ਭਾਈ ਤੂਫਾਨ ਸਿੰਘ ਜੀ, ਉਹਨਾਂ ਨੇ ਕਿਹੜੀ ਅਜੇ ਤੱਕ ਜਥੇਬੰਦੀ ਚਲਾਈ। ਗੁਰੂ ਦਾ ਸਿੱਖ ਉੱਠਿਆ ਇੱਕ ਛੋਟੀ ਉਮਰ ਦੇ ਵਿੱਚ ਭਚੰਗੀ, ਜਦੋਂ ਇੱਕ ਜਿਹੜੇ ਚਾਅ ਮੰਨਣੇ ਹੁੰਦੇ ਨੇ ਜਵਾਨੀ ਵਾਲੇ, ਉਹ ਟਾਈਮ ਸੀ, ਉਹ ਆਪਣਾ ਜਿਹੜਾ ਸੀ ਲੇਖਾ ਤੁਹਾਡੇ ਚਰਨਾਂ ਦੇ ਵਿੱਚ ਦੇ ਗਿਆ। ਆਪਣੇ ਖੂਨ ਦੇ ਨਾਲ ਇਸ ਪੰਜਾਬ ਦੀ ਧਰਤੀ ਨੂੰ ਜਿਹੜਾ ਸੀ ਉਹ ਰੁਸ਼ਨਾ ਗਿਆ। ਉਹ ਨਿਸ਼ਾਨ ਸਾਹਿਬ ਜੀ ਨੂੰ ਉੱਚਾ ਰੱਖਣ ਦੇ ਲਈ ਆਪਣਾ ਸਭ ਕੁਝ ਵਾਰ ਗਿਆ। ਅੱਜ ਉਹਦੀ ਧੀ ਦੀਆਂ ਫੋਟੋਆਂ ਇਹ ਬੰਦੇ ਪਾ ਰਹੇ ਨੇ। ਮੇਰਾ ਇਹਨਾਂ ਨੂੰ ਖੁੱਲ੍ਹਾ ਇੱਕ ਚੈਲੰਜ ਆ, ਫੋਟੋਆਂ ਪਾ ਲਓ, ਜੰਮ ਪਾ ਲਓ, ਪਰ ਜਿੱਦਣ ਹੱਥ ਆ ਗਏ ਨਾ ਸਾਡੇ, ਫਿਰ ਉਦੋਂ ਦੱਸਾਂਗੇ ਕੀ ਬਣਦਾ। ਸੋ ਖਾਲਸਾ ਜੀ, ਇਹ ਹੁਣ ਬਿਲਕੁਲ ਅੱਜ ਮੈਂ ਮਾफ़ੀ ਚਾਹੁੰਦਾ ਇਸ ਗੱਲ ਦੀ ਕਿ ਮੈਂ ਬਾਰ-ਬਾਰ ਭਾਵੁਕ ਹੋ ਰਿਹਾ, ਪਰ ਅੱਜ ਦੇਖ ਲਓ ਤੁਹਾਡੀ ਹਰ ਇੱਕ ਚੀਜ਼ ਨੂੰ ਭੰਡਿਆ ਜਾ ਰਿਹਾ। ਹੁਣ ਫੈਸਲਾ ਤੁਹਾਡੇ ਹੱਥ 'ਚ ਆ, ਇਹ ਸਾਧ ਨੂੰ ਇਹਦੀ ਔਕਾਤ ਚੇਤੇ ਕਰਾਉਣੀ ਆ ਅਤੇ ਜਾਂ ਆਪਣੇ ਸਾਰਾ ਕੁਛ ਹੀ ਭੰਡਾ ਕੇ ਘਰਾਂ ਦੇ ਵਿੱਚ ਬਹਿ ਜਾਣਾ। ਫੈਸਲਾ ਤੁਹਾਡੇ ਹੱਥ 'ਚ ਆ। ਸਾਡੇ 'ਚ ਜਿੰਨੀ ਹਿੰਮਤ ਹੈ ਅਸੀਂ ਬੋਲਦੇ ਰਹੇ ਹਾਂ, ਬੋਲਦੇ ਰਹਾਂਗੇ, ਖੜ੍ਹਦੇ ਰਹੇ ਹਾਂ, ਖੜ੍ਹਦੇ ਰਹਾਂਗੇ। ਜੇ ਐਡੀਆਂ ਹਕੂਮਤਾਂ ਜਿਹੜੀਆਂ ਸੀ ਉਹ ਆਈਆਂ ਅਤੇ ਚਲੇ ਗਈਆਂ, ਨਸਤਾਂ ਨਬੂਦ ਹੋ ਗਈਆਂ, ਧਿਰ ਲੱਭਦਾ ਇਹਦਾ ਵੀ ਕੁਝ ਨਹੀਂ। ਵਾਹਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ। ਬੋਲਦਿਆਂ ਤੋਂ ਬਹੁਤ ਸਾਰੀਆਂ ਗਲਤੀਆਂ ਭੁੱਲਾਂ ਹੋ ਜਾਂਦੀਆਂ ਨੇ। ਇਨਸਾਨ ਹਾਂ, ਆਮ ਇਨਸਾਨ ਆ, ਅਤੇ ਭਾਵਨਾਵਾਂ ਸਾਡੀਆਂ ਵੀ ਉਹੋ ਜਿਹੀਆਂ ਨੇ, ਦਿਲ ਸਾਡੇ ਵੀ ਉਹ ਨੇ। ਜੇ ਇੱਕ ਗੀਤ ਦੇ ਉੱਤੇ ਇਸ ਸਾਧ ਲਾਣੇ ਦੀਆਂ ਜਿਹੜੀਆਂ ਆ ਜਿਹੜਾ ਦੁੱਕੀ ਦਾ ਬੰਦਾ, ਇਹਦੀਆਂ ਭਾਵਨਾਵਾਂ ਤੁਸੀਂ ਭੜਕ ਕਹਿੰਦੇ ਹੋ ਵੀ ਇਹਦੀਆਂ ਭੜਕ ਗਈਆਂ, ਸਾਡੇ ਵੀ ਉਹੋ ਜਿਹੇ ਦਿਲ ਨੇ। ਸੋ ਰੱਬ ਦਾ ਵਾਸਤਾ ਹੈ, ਬਾਣੀ ਪੜ੍ਹੋ, ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗੋ ਅਤੇ ਇਕੱਠੇ ਹੋ ਕੇ ਜਿਹੜਾ ਹੈ ਉਹ ਕੋਈ ਸਟਰੋਂਗ ਫੈਸਲਾ ਕੀਤਾ ਜਾਵੇ। ਇਹ ਸਾਡੀ ਬੇਨਤੀ ਹੈ ਜੀ। ਸੋ ਗੁਰਸਿੱਖਾਂ ਪਾਸ ਜੇ ਕੋਈ ਵੀ ਗਲਤੀ ਭੁੱਲ ਹੋ ਗਈ ਹੋਵੇ ਤਾਂ ਫਿਰ ਤੋਂ ਖਿਮਾ ਦੇ ਜਾ ਚੱਕਾਂ ਜੀ। ਇਹਦੀਆਂ ਭੇਡਾਂ ਨੂੰ ਖੁੱਲ੍ਹਾ ਚੈਲੰਜ ਹੈ ਵੀ ਜਿੱਥੇ ਵੀ ਤੁਹਾਡੇ ਵਿੱਚ ਕਦੇ ਇੰਨੀ ਹਿੰਮਤ ਪੈ ਜਾਵੇ ਵੀ ਅਸੀਂ ਖੜ੍ਹ ਕੇ ਗੱਲ ਕਰ ਸਕਦੇ, ਦੱਸ ਦਿਓ ਅਤੇ ਅਸੀਂ ਆਣ ਕੇ ਹਾਜ਼ਰ ਹਾਂ ਗੱਲ ਕਰਨ ਦੇ ਲਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।